ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਤੇ ਉਦੋਂ ਨਾਰਾ ਲੱਗਦਾ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪਰ ਅੱਜ ਦਾ ਜੋ ਨਾਰਾ ਹੈ ਉਹ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ। ਅੱਜ ਸਾਰੇ ਜਿੰਨੇ ਸਾਡੇ ਕਿਸੇ ਵੀ ਅਦਾਰੇ ਨਾਲ ਕੋਈ ਸੰਬੰਧਿਤ ਆ, ਪੰਜਾਬ ਹਮੇਸ਼ਾ ਅਗਵਾਈ ਕਰਦਾ ਰਿਹਾ। डॉक्टर मोहम्मद इकबाल ने जो गल कही सी, उठी आखिर तौहीद पंजाब से हिंद को एक मर्दे कामिल ने जगाया खाद से। बाबे नानक ने उस वे सारे हिंदुस्तान को जगाया सी। अज फिर पंजाब ने सारे हिंदुस्तान को जगाया। ते जेड़ी गल बाबे नानक ने उदों कही सी, राजे शी मुकदम कुत्ते जाए जगान बैठे सुते। अज बिल्कुल मोदी ने ओह रूप धारण कर लिया। अज जेड़ियां साडियां रवायतां ने उन्होंने फिर कायम करने समाज तुसीं अखबारां पढ़ दो, टीवी देख दो, पर एक गल नोट करियो, जदों दा संघर्ष चलिया उहदे तो पहलां दिल्ली विच रोज घटनावां वापरदियां सी। किते जबरदस्ती रेप हुंदा सी, किते डकैती हुंदी सी। जदों ਸਿੰਘਾਂ ने जाके पंजाब दे बार्डर पंजाबियां ने जिला कॉम्पलैक्स गुरदासपुर मौजूद है, जिला पद्धरी जो धरने आरंभ हो सो हर पास संघर्ष की गल किसान नौजवान किसान जेडे जुड़े हुए ने देख सकते हैं। नारेबाजी करते हुए नौजवान असीं देख सकते हैं, वी आर फार्मर्स नॉट टेरोरिस्ट, ये कहना इन्हां नौजवानों का। सो ये बैनर लैके बैठे हुए ने, की कहना चाहते हो मोदी नूं? मोदी ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਨ੍ਹਾਂ ਲੋਕਾਂ ਨੇ ਤੈਨੂੰ ਤਾਕਤ ਦਿੱਤੀ ਆ, ਜੇ ਲੋਕ ਤੈਨੂੰ ਵੋਟ ਨਾ ਪਾਉਂਦੇ ਤੇ ਤੇਰੀ ਹੋਂਦ ਕੋਈ ਨਹੀਂ ਸੀ। ਤੇ ਇਹਨਾਂ ਦੇ ਨਾਲ ਜਿੱਦਾਂ ਪਗਾਉਣੀਆਂ ਤੇਰਾ ਫਰਜ਼ ਨਹੀਂ ਆ। ਤੂੰ ਡੈਮੋਕ੍ਰੇਸੀ ਦਾ ਚੁਣਿਆ ਹੋਇਆ ਲੀਡਰ ਆ, ਡੈਮੋਕ੍ਰੈਟਿਕ ਗਵਰਨਮੈਂਟ ਤੇਰੀ ਬਣੀ ਆ ਤੇ ਲੋਕਾਂ ਨੇ ਤੇਰੇ ਸਿਰ ਤੇ ਤਾਜ ਰੱਖਿਆ ਵਾ। ਇਹਦੇ ਵਿੱਚ ਜੋ ਤੈਨੂੰ ਅੱਜ ਲੱਗਦਾ ਵੀ ਇਹਨਾਂ ਦੀ ਗੱਲ ਮੰਨ ਕੇ ਤੇਰੀ ਹਾਨੀ ਹੋ ਜਾਣੀ ਆ, ਇਹ ਤੇਰੇ ਮਾਲਕ ਨੇ, ਤੈਨੂੰ ਮੰਨਣੀ ਪੈਣੀ ਆ ਤੇ ਟਾਈਮ ਨਾਲ ਮੰਨ ਲੈ। ਬਸ ਇੰਨੀ ਕੁ ਸਾਡੀ ਰਿਕੁਐਸਟ ਆ ਜੀ। ਤੇ ਉਹ ਤਾਂ ਕਾਫੀ ਲਟਕਾ ਰਹੇ ਆ ਗੱਲ ਨੂੰ। ठंड बड़ी है उत्थे ते सारे अपने बुजुर्ग भी बैठे ने, बच्चे भी उत्थे दिल्ली बैठे हुए ने ठंडा दे विच। ਇਹਨੂੰ ਲੈ ਕੇ ਕੀ ਸੋਚਦੀ ਹੈ ਜਵਾਨੀ ਜੀ? ਅਸੀਂ ਜਵਾਨੀ ਤੇ ਇਹੋ ਸੋਚਦੀ ਆ ਵੀ ਜੋ ਅਸੀਂ ਸੇਧ ਲੈਣੀ ਆ ਆਪਣੇ ਪਿਛੋਕੜ ਤੋਂ ਲੈਣੀ ਆ, ਤੇ ਫਿਰ ਕੋਈ ਠੰਡ ਵੱਡੀ ਗੱਲ ਨਹੀਂ ਆ। ਜਿੰਨੀ ਕਿ ਠੰਡ ਪੈ ਰਹੀ ਆ ਉਹ ਸਾਨੂੰ ਕੋਈ ਬਹੁਤਾ ਵੱਡਾ ਨਹੀਂ ਲੱਗਦਾ ਕੰਮ। ਸਾਨੂੰ ਅੱਗੇ ਆਉਣ ਦਾ ਜਾਂ ਸਾਨੂੰ ਆਪਣੇ ਫਰਜ਼ਾਂ ਦੇ ਲਈ ਖਲੋਣ ਦਾ ਇੱਕ ਮੌਕਾ ਮਿਲਿਆ ਵਾ ਤੇ ਅਸੀਂ ਉੱਤੇ ਬਖੂਬੀ ਨਿੱਤਰ ਕੇ ਵਿਖਾਵਾਂਗੇ। ਅਸੀਂ ਤੇ ਇਹ ਸੋਚਦੇ ਆ। ਤੇ ਜਿਹੜੀ ਗੱਲ ਹੈ ਸਰਕਾਰ ਦੀ, ਤੁਹਾਨੂੰ ਜਿੱਦਣ ਅਸੀਂ ਜਾ ਕੇ ਦਿੱਲੀ ਦੀ ਇੱਕ ਤੇ ਨਹੀਂ ਬੈਠੇ, ਸਰਕਾਰ ਤੇ ਇਹ ਵੀ ਮੰਗਾਂ ਨਹੀਂ ਮੰਨਦੀ, ਅੱਜ ਲਟਕਾ ਰਹੀ ਆ ਨਾ। ਸਰਕਾਰ ਨੂੰ ਲੱਗਦਾ ਵੀ ਇਹ ਜਿੱਦਾਂ ਉਹਦੇ ਬਰਾਬਰ ਦੀ ਇੱਕ ਧਿਰ ਖੜੀ ਆ ਤੇ ਬਸ ਉਹਨੇ ਆਪਣੀ ਈਨ ਨਹੀਂ ਛੱਡਣੀ। ਉਹ ਇਹ ਸਰਕਾਰ ਨੂੰ, ਡੈਮੋਕ੍ਰੈਟਿਕ ਗਵਰਨਮੈਂਟ ਨੂੰ ਤੇ ਇਦਾਂ ਦੀ ਗੱਲ ਦਿਮਾਗ 'ਚ ਲੈਣੀ ਨਹੀਂ ਚਾਹੀਦੀ। ਉਹ ਕਿਹੜਾ ਸਾਡੇ ਦੇ ਉੱਤੇ ਰਾਜਾ ਆ? ਸਰਕਾਰ ਨੇ ਉਹਦੇ ਸਿਰ ਤਾਜ ਪਵਾਇਆ। ਜਿਹੜਾ ਉਹ ਮੰਤਰੀ ਬਣਿਆ, ਜੋ ਬਣਿਆ ਉਹ ਲੋਕਾਂ ਦੀ ਬਦੌਲਤ ਬਣਿਆ ਵੋਟ ਦੀ, ਤੇ ਉਹਨੂੰ ਤੇ ਲੋਕਾਂ ਨਾਲ ਇਹੋ ਜਿਹੀਆਂ ਜਿੱਦਾਂ ਕਰਨਾ ਨਹੀਂ ਚਾਹੀਦੀਆਂ। ਲੋਕੀ ਤੇ ਉਹਦੇ ਮਾਲਕ ਨੇ ਤੇ ਉਹ ਜਨਤਾ ਦੇ ਨਾਲ ਬਹੁਤ ਗਲਤ ਕਰ ਰਿਹਾ। ਜਿਹੜੀ ਪਾੜੋ ਤੇ ਰਾਜ ਕਰੋ ਦੀ ਗੱਲ, ਜਿਹੜੀ ਨੀਤੀ ਜਿਹੜੀ ਪੁਰਾਣੀ ਚੱਲੀ ਆਉਂਦੀ ਆ, ਉਹ ਵੀ ਉਹਨਾਂ ਵਰਤਣ ਦੀ ਕੋਸ਼ਿਸ਼ ਕੀਤੀ। ਤੁਸੀਂ ਕੀ ਸਮਝਦੇ, ਕਾਮਯਾਬ ਹੋਈ ਹੈ ਕੁਝ? ਜੀ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਫਰੀडम ਫਾਈਟਰ ਸੀਗੇ ਉਹਨਾਂ ਦੇ ਵਾਰਿਸ ਅੱਜ ਤੁਹਾਨੂੰ ਧਰਨਿਆਂ 'ਚ ਮਿਲਦੇ ਨੇ, ਤੇ ਜਿਹੜੇ ਸਾਡੇ ਦੇਸ਼ ਤੇ ਰਾਜ ਕਰਕੇ ਛੱਡ ਗਏ ਨੇ ਉਹਨਾਂ ਦੇ ਵਾਰਿਸ ਤੁਹਾਨੂੰ ਸਰਕਾਰ ਚਲਾਉਂਦੇ ਮਿਲਦੇ ਨੇ। ਉਹਨਾਂ ਦੇ ਨੀਤੀਆਂ ਅੱਗੇ ਫੋਲੋ ਕਰਦੇ ਨੇ, ਜਿਹੜੀ ਡਿਵਾਈਡ ਐਂਡ ਰੂਲ ਦੀ ਤੁਸੀਂ ਗੱਲ ਕੀਤੀ ਹੈ। ਤੇ ਕੀ ਸਮਝਦੇ ਹੋ ਕਿ ਡਿਵਾਈਡ ਐਂਡ ਰੂਲ ਇਸ ਵੇਲੇ ਉਹਨਾਂ ਦਾ ਕਾਮਯਾਬ ਹੋ ਰਿਹਾ ਕਿ ਜਾਂ ਸਾਰਾ ਏਕਾ ਜਿਹੜਾ ਸਾਡੇ ਸਾਹਮਣੇ? ਇਹ ਅਜੇ ਤੱਕ ਜੋ ਸੁਣਨ ਚ ਆ ਰਿਹਾ ਕਿ ਆਪਣੇ ਵਰਲਡ ਦੀ ਹਿਸਟਰੀ ਦਾ ਇਹ ਨੀਤੀਬੱਧ ਤਰੀਕੇ ਦੇ ਨਾਲ ਸਭ ਤੋਂ ਵੱਡਾ ਪ੍ਰੋਟੈਸਟ ਆ। ਤੇ ਕਿੱਦਾਂ ਕੁਝ ਪੋਸੀਬਲ ਆ ਜੇ ਆਪਾਂ ਕਹੀਏ ਕਿ ਸਭ ਤੋਂ ਇੰਨੇ ਮਹੀਨੇ ਹੋ ਗਏ ਇਹਨਾਂ ਧਰਨਿਆਂ ਦੇ ਵਿੱਚ ਬੈਠਿਆਂ ਨੂੰ। ਇੱਕ ਜੁੱਟਤਾ ਦਾ ਪ੍ਰਗਟਾਵਾ ਹੈ ਜੀ, ਤੇ ਏਕੇ ਦੀ ਤਾਕਤ ਅਸੀਂ ਵੇਖੀ ਆ ਜਿੱਦਣ ਸਾਡੇ ਭਰਾ ਇੱਥੋਂ ਦਿੱਲੀ ਪਹੁੰਚੇ ਨੇ। ਇਹ ਕੁਝ ਇਹਨਾਂ ਦੀਆਂ ਚਾਲਾਂ ਕਾਮਯਾਬ ਨਹੀਂ ਹੋਣਗੀਆਂ। ਬਾਕੀ ਮਹਾਰਾਜ ਦਾ ਵੀ ਬੜਾ ਮੈਂ ਕਹੂੰਗਾ ਵੀ ਸੱਚੇ ਪਾਤਸ਼ਾਹ ਦਾ ਸਿਰ ਤੇ ਹੱਥ ਆ ਇਹਨਾਂ ਦੇ, ਕੋ ਆਪ ਵਿੱਚ ਹੋ ਕੇ ਵਿਚਰ ਰਿਹਾ ਆ। ਇਹੋ ਜੀ ਕੋਈ ਗੱਲ ਮੈਨੂੰ ਲੱਗਦਾ ਨਹੀਂ ਕਿ ਪੋਸੀਬਲ ਹੋ ਸਕਦੀ ਹੈ। ਬਿਲਕੁਲ ਨੌਜਵਾਨ ਵੀਰ ਜਿਹੜੇ ਨੇ
ਹਾਂਜੀ ਵੀਰ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਕਿਹੜੇ ਨਗਰ ਤੋਂ ਆਏ ਜੀ? ਅਸੀਂ ਗੁਰਦਾਸਪੁਰ ਜੀ। ਗੁਰਦਾਸਪੁਰ ਤੋਂ। ਤੇ ਕੀ ਕਹਿਣਾ ਚਾਹੁੰਦੇ ਹੋ ਇਸ ਵੇਲੇ ਸੰਘਰਸ਼ ਜਿਹੜਾ ਮਗਿਆ ਪਿਆ ਪੂਰੇ ਪੰਜਾਬ 'ਚ? ਜਿਹੜਾ ਸੰਘਰਸ਼ ਹੈ ਨੌਜਵਾਨਾਂ ਨੇ ਪੂਰਾ ਅੱਗੇ ਹੋ ਕੇ ਬਿਲਕੁਲ ਕਾਮਯਾਬੀ ਦੇ ਨਾਲ ਪੂਰਨ ਕਰਨਾ ਵਾ ਤੇ ਅਸੀਂ ਜਿੱਤ ਹਾਸਲ ਕਰਨੀ ਆ। ਅਸੀਂ ਪੀਰਾਂ ਭਰਾਵਾਂ ਦੇ ਨਾਲ ਆ, ਸਾਡੇ ਬਜ਼ੁਰਗਾਂ ਦੇ ਨਾਲ ਆ ਜਿਹੜੇ ਦਿੱਲੀ ਦੇ ਵਿੱਚ ਅੱਜ ਡਟੇ ਹੋਏ ਨੇ। ਸਾਡੇ ਨਾਲ ਬਜ਼ੁਰਗ ਵੀ ਨੇ, ਸ਼ਾਹਪੁਰ ਗਰਾਇਆ ਤੋਂ ਆਏ ਹੋਏ ਨੇ। ਬਾਬਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੰਘਰਸ਼ ਬਾਰੇ? ਅਸੀਂ ਕਹਿੰਦੇ ਵੀ ਜਿਹੜਾ ਮੋਦੀ ਕਹਿੰਦਾ ਸੀ ਸੰਭੂ ਬਾਰਡਰ ਨਹੀਂ ਟੁੱਟਣਾ, ਉਹ ਤਾਂ ਤੇ ਗੁਰਦਾਸਪੁਰ ਨੇ ਜਾ ਕੇ 10 ਮਿੰਟਾਂ 'ਚ ਤੋੜ ਕੇ ਗਾਂਵ ਮਾਰਿਆ ਸੀ। ਤੇ ਜਿਸ ਤਰ੍ਹਾਂ ਵੀ ਸਾਡੇ ਵੀਰ ਨੌਜਵਾਨ, ਅਸੀਂ 25 ਤਰੀਕ ਤੋਂ ਗਏ ਸੀ ਦਿੱਲੀ ਦੇ ਵਿੱਚ ਤੇ 18 ਦਿਨ ਲਾ ਕੇ ਅਸੀਂ ਆ ਗਏ ਆ। ਤੇ ਹੁਣ ਫੇਰ ਦੁਬਾਰਾ ਅਸੀਂ ਕਿਸਾਨਾਂ ਵੀਰਾਂ ਗਾੜੀ ਬੇਨਤੀ ਕਰਦੇ ਆ ਵੀ ਵੱਧ ਚੜ ਕੇ ਵਾਰੋ ਵਾਰੀ ਉੱਥੇ ਪਹੁੰਚਿਆ ਕਰੋ। ਉੱਥੇ ਕੋਈ ਦੁੱਖ ਤਕਲੀਫ ਨਹੀਂ ਗੀ। ਅੱਜ ਅਸਾਂ ਇਹ ਮੋਰਚਾ ਜਿੱਤਣਾ ਹੈ। ਪਹਿਲਾਂ ਵੀ ਅਸਾਂ 18 ਵਾਰੀ ਦਿੱਲੀ ਫਤਿਹ ਕੀਤੀ ਸੀ ਤੇ 19ਵੀਂ ਵਾਰੀ ਕਿਸਾਨਾਂ ਨੇ ਦਿੱਲੀ ਫਤਿਹ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਨੌਜਵਾਨ ਵੀਰ ਇੱਥੇ ਡਟੇ ਬੈਠੇ ਨੇ। ਸੋ ਸਾਡਾ ਪੰਜਾਬ ਫੈਡਰੇਸ਼ਨ ਹੈ ਗੁਰਦਾਸਪੁਰ ਤੋਂ। ਸੋ ਜਵਾਨੀ ਕੀ ਸੋਚਦੀ ਪਈ ਹੈ ਇਸ ਵਕਤ? ਜੀ ਜਵਾਨੀ ਦੇ ਆਪਣੇ ਹੱਕਾਂ ਵਾਸਤੇ ਲੜਦੀ ਪਈ ਆ। ਜਿੱਥੇ ਸਾਡੇ ਬਜ਼ੁਰਗ ਅੱਗੇ ਲੱਗੇ ਨੇ ਆਪਣੇ ਹੱਕਾਂ ਵਾਸਤੇ, ਜੇ ਬਜ਼ੁਰਗ ਪੰਜਾਬ ਦੀ ਕਿਸਾਨੀ ਬਾਰੇ, ਪੰਜਾਬ ਦੀ ਜਵਾਨੀ ਵਾਸਤੇ ਸੋਚਦੇ ਪਏ ਆ ਤੇ ਜਵਾਨੀ ਆਪਣੀ ਹੋਂਦ ਬਾਰੇ ਸੋਚਦੀ ਪਈ ਆ, ਆਪਣੇ ਹੱਕਾਂ ਬਾਰੇ ਗੱਲ ਕਰਦੀ ਪਈ ਆ, ਜੋ ਸਾਡੇ ਨੈਤਿਕ ਫਰਜ਼ ਬਣਦੇ ਨੇ ਉਹਨਾਂ ਬਾਰੇ ਲੜਦੀ ਪਈ ਆ। ਔਰ ਇੱਕ ਉਹ ਕਲੰਕ ਅੱਜ ਨੌਜਵਾਨਾਂ ਨੇ ਆਪਣੇ ਮੱਥੇ ਤੋਂ ਲਾਹ ਕੇ ਰੱਖ ਦਿੱਤਾ ਆ। ਜਿਹੜੀਆਂ ਸਰਕਾਰਾਂ ਲਗਾਤਾਰ ਨੌਜਵਾਨੀ ਨੂੰ ਹੂੜ ਮਤ ਦੱਸਦੀਆਂ ਨੇ ਔਰ ਨਸ਼ੇੜੀ ਦੱਸਦੀਆਂ ਨੇ, ਮੈਂ ਇੱਕ ਸਵਾਲ ਉਹਨਾਂ ਨੂੰ ਕਰਨਾ ਚਾਹੁੰਦਾ ਆ ਕਿ ਜੇ ਇਹ ਨੌਜਵਾਨ ਹੂੜ ਮਤ ਹੁੰਦੇ ਤੇ ਪਿਛਲੇ 3 ਮਹੀਨੇ ਤੋਂ ਵਿੱਚ ਪਹਿਲਾਂ ਜਿੱਥੇ ਵੱਖ-ਵੱਖ ਟੋਲ ਪਲਾਜ਼ਿਆਂ ਦੇ ਉੱਪਰ ਪ੍ਰੋਟੈਸਟ ਹੋਏ ਨੇ, ਸ਼ਾਪਿੰਗ ਮਾਲ ਬੰਦ ਕਰਵਾਏ ਗਏ ਨੇ, ਰਿਲਾਇੰਸ ਪੰਪ ਬੰਦ ਕਰਵਾਏ ਗਏ ਨੇ, ਔਰ ਜੇ ਉੱਥੇ ਕਿਤੇ ਹੂੜ ਮਤ ਹੁੰਦੀ ਤੇ ਇਹ ਸੰਘਰਸ਼ ਅੱਜ ਸ਼ਾਂਤਮਈ ਢੰਗ ਨਾਲ ਦਿੱਲੀ ਨਾ ਪਹੁੰਚਦਾ। ਔਰ ਜਿਹੜੇ ਨੌਜਵਾਨਾਂ ਨੂੰ ਇਹ ਨਸ਼ੇੜੀ ਦੱਸਦੇ ਨੇ, ਜੇਕਰ ਨਸ਼ੇੜੀ ਹੁੰਦੇ ਤੇ ਜਿਹੜੇ ਇਹ ਹਰਿਆਣਾ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ ਬਾਰਡਰਾਂ ਦੇ ਉੱਪਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਬੈਰੀਕੇਡ ਤੋੜ ਕੇ ਅੱਜ ਦਿੱਲੀ ਦੇ ਹਿੱਕ ਦੇ ਉੱਤੇ ਨਾ ਨੱਚਦੇ ਜਾ ਕੇ। ਜਿਹੜਾ ਸ਼ੰਭੂ ਬਾਰਡਰ ਦੀ ਗੱਲ ਕਰੀਏ, ਉੱਥੇ ਅਸੀਂ ਦੇਖਿਆ ਸੀਗਾ ਕਿ ਜਦੋਂ ਉਸ ਬੈਰੀਕੇਡ ਟੁੱਟਦਾ ਪਿਆ ਸੀਗਾ ਤਾਂ ਸਾਰੇ ਹੀ ਨੌਜਵਾਨ ਅੱਗੇ ਸੀਗੇ ਔਰ ਉਹਨਾਂ ਰੋਕਾਂ ਨੂੰ ਚੁੱਕ ਕੇ ਪਰੇ ਮਾਰਿਆ। ਜਿਹੜੀ ਇਹਨਾਂ ਦੀ ਜੀਸੀਬੀ ਨੇ ਰੱਖੀਆਂ ਸੀਗੀਆਂ, ਹੈਡਰਾਂ ਦੇ ਨਾਲ ਰੱਖੀਆਂ, ਉਹ ਇਹਨਾਂ ਹੀ ਨੌਜਵਾਨ ਨਸ਼ੇੜੀਆਂ ਨੇ, ਮੈਂ ਕਹਾਂਗਾ ਜਿਹੜੀਆਂ ਸਰਕਾਰ ਨਸ਼ੇੜੀ ਦੱਸਦੀਆਂ ਨੇ, ਇਹਨਾਂ ਨੇ ਆਪਣੇ ਹੱਥਾਂ ਨਾਲ ਚੁੱਕ ਕੇ ਪੁਲ ਤੋਂ ਥੱਲੇ ਮਾਰੇ। ਔਰ ਜਿਹੜੇ ਗੰਦੇ ਪਾਣੀ ਦੀ ਬੁਛਾੜ ਇਹਨਾਂ ਉੱਤੇ ਕੀਤੀ ਗਈ, ਲਗਾਤਾਰ 4 ਘੰਟੇ ਉਹ ਤਸ਼ੱਦਦ ਇਹਨਾਂ ਨੇ ਝੱਲਿਆ। ਅਥਰੂ ਗੈਸ ਦੇ ਗੋਲੇ ਜਦੋਂ ਸੁੱਟੇ ਜਾਂਦੇ ਸੀਗੇ ਤੇ ਮੈਂ ਚੰਗੀ ਤਰ੍ਹਾਂ ਦੇਖਿਆ ਸੀਗਾ ਵੀ 1-2 ਨੌਜਵਾਨ ਜਿਹੜੇ ਵੀਰ ਸਾਡੇ ਉਹਦੇ ਨਾਲ ਸਾਹ ਕੁੱਟਿਆ ਵੀ ਜਾਂਦਾ ਸੀ, ਫੇਰ ਦਮ ਮਾਰ ਕੇ ਫੇਰ ਦੁਬਾਰਾ ਸੰਘਰਸ਼ ਚ ਆ ਜਾਂਦੇ ਸੀ ਵੀ ਨਹੀਂ ਅੱਜ ਅਸੀਂ ਇਹਨਾਂ ਨੂੰ ਮੂੰਹ ਦੀ ਮੋੜ ਕੇ ਦੇਣੀ ਆ। ਔਰ ਉਸ ਦੇ ਵਿੱਚ ਕਾਮਯਾਬ ਹੋਏ। ਜਿਹੜੀਆਂ ਇਹਨਾਂ ਨੇ ਫੋਰਸਾਂ ਲਾਈਆਂ ਸੀਗੀਆਂ, ਜਿਹੜੀਆਂ ਫੁੱਲ ਟ੍ਰੇਨਡ ਹੁੰਦੀਆਂ ਨੇ ਵੀ ਇਹਨਾਂ ਨੂੰ ਰੋਕਿਆ ਕਿੱਦਾਂ ਜਾਣਾ, ਉਹ ਇਹਨਾਂ ਨਸ਼ੇੜੀ ਨੌਜਵਾਨਾਂ ਦੇ ਅੱਗੇ ਫੇਲ ਹੋਈਆਂ ਨੇ। ਸੋ ਸਾਰੇ ਧੋਣੇ ਧੋ ਦਿੱਤੇ, ਆਪਾਂ ਕਹਿ ਸਕਦੇ ਹਾਂ ਇਸ ਸੰਘਰਸ਼ ਨੇ ਸਾਰੇ ਉਹ ਧੋਣੇ ਧੋ ਦਿੱਤੇ ਨੇ। ਜਿਹੜੇ ਵੀ ਸਾਡੇ ਤੇ ਸਾਡੀ ਪੰਜਾਬ ਦੀ ਜਵਾਨੀ ਦੇ ਉੱਤੇ ਜਿਹੜੇ ਤੋਹਮਤਾਂ ਲਾਈਆਂ ਗਈਆਂ ਸਨ, ਉਹ ਸਾਰੀਆਂ ਧੋਤੀਆਂ ਤੇ ਉਹਦੇ ਨਾਲ ਹੀ ਹੁਣ ਕਾਲੇ ਕਾਨੂੰਨ ਜਿਹੜੇ ਰੱਦ ਕਰਾਉਣ ਦੇ ਵਾਸਤੇ ਜਵਾਨੀ ਜਿਹੜੀ ਆ ਉਹ ਫਿਰ ਪੱਬਾਂ ਪਾਰ ਹੋਈ ਸਾਨੂੰ ਦਿਖਦੀ ਪਈ ਆ। ਕੀ ਸਮਝਦੇ ਹੋ ਕਿੰਨਾ ਕੁ ਟਾਈਮ ਹੋਰ ਲੱਗੂਗਾ ਇਹਦੇ 'ਚ? ਜੀ ਜਿੰਨਾ ਟਾਈਮ ਮਰਜ਼ੀ ਲੱਗ ਜੇ। ਅੱਜ ਅਸੀਂ ਲਗਾਤਾਰ 26 ਤਰੀਕ ਤੋਂ ਜਦੋਂ ਤੋਂ ਇਹ ਕਾਲ ਆਈ ਸੀਗੀ ਜਥੇਬੰਦੀਆਂ ਦੀ, ਉਦੋਂ ਤੋਂ ਹੀ ਸਾਡੇ ਗੁਰਦਾਸਪੁਰ ਦੇ ਨੌਜਵਾਨ ਉੱਥੇ ਡਟੇ ਹੋਏ ਨੇ। ਸਿਰਫ ਇੱਕ ਦਿਨ ਸਾਡੇ ਭਰਾ ਦਾ ਵਿਆਹ ਸੀਗਾ ਕੱਲ, ਉਹਦੇ ਕਰਕੇ ਅਸੀਂ ਖਾਸ ਤੌਰ ਕੇ ਵਾਪਸ ਆਏ ਸੀਗੇ। ਔਰ ਅੱਜ ਜਿੱਦਾਂ ਪਤਾ ਲੱਗਿਆ ਕਿ 14 ਤਰੀਕ ਨੂੰ ਡੀਸੀ ਦਫ਼ਤਰ ਅੱਗੇ ਧਰਨਾ ਆ, ਅਸੀਂ ਉਹ ਵਿਆਹ ਦਾ ਜਿਹੜਾ ਆਪਣਾ ਸੀਗਾ ਜੋ ਵੀ ਹੈਗਾ ਕਰਕੇ ਸਾਰਾ, ਔਰ ਅੱਜ ਸਾਰੇ ਹੀ ਯੂਥ ਸਾਡਾ ਅੱਜ ਡੀਸੀ ਦਫ਼ਤਰ ਧਰਨੇ ਦੇ ਵਿੱਚ ਸ਼ਾਮਲ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਸਮਾਂ ਮਰਜ਼ੀ ਲੱਗ ਜੇ, ਇਹ ਅਸੀਂ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਹਟਾਂਗੇ। ਓਨੀ ਦੇਰ ਅਸੀਂ ਇਹ ਸੰਘਰਸ਼ ਤੋਂ ਪੈਰ ਪਿੱਛੇ ਨਹੀਂ ਪੁੱਟਦੇ, ਚਾਹੇ ਉਸ ਵਾਸਤੇ ਕੁਝ ਵੀ ਕਰਨਾ ਪਵੇ, ਉਹ ਸਾਨੂੰ ਕਰਨ ਲਈ ਮਨਜ਼ੂਰ ਹੈ। ਸੋ ਬਿਲਕੁਲ ਹਾਂ ਗੱਲ ਸਾਨੂੰ ਹੋਰ ਤੁਸੀਂ ਨੇ ਦੱਸੀ ਹੈ ਕਿ ਵੀਰ ਦਾ ਕੱਲ ਹੀ ਵਿਆਹ ਸੀ। ਹਾਂਜੀ, ਕੱਲ ਬਰਾਤ ਸੀਗੀ ਭਾ ਦੀ ਤੇ ਅੱਜ ਧਰਨੇ ਤੇ ਬੈਠਾ। ਕੀ ਕਹਿਣਾ ਚਾਹਾਂਗਾ ਵੀਰ? ਕੱਲ ਮੇਰੀ ਬਰਾਤ ਸੀ ਤੇ ਅਗਲੇ ਕੱਲ ਮੇਰੇ ਛੋਟੇ ਭਰਾ ਦੀ ਬਰਾਤ ਆ। ਹਾਂਜੀ, ਤੇ ਪਰ ਇਹ ਆ ਕਿ ਇਹ ਇਖਲਾਕੀ ਫਰਜ਼ ਆ ਸਾਡੇ, ਕੋਈ ਵੱਡੀ ਗੱਲ ਨਹੀਂ ਹੈ ਵਿਆਹ ਵੀ ਵਾਲੀ। ਚਲੋ ਇੱਕ ਦਿਨ ਜਾਣਾ ਉੱਥੇ ਤਾਂ ਜ਼ਰੂਰੀ ਆ, ਪਰ ਉਸ ਤੋਂ ਅਗਲੇ ਦਿਨ ਆਉਣਾ
ਬਹੁਤ ਜ਼ਰੂਰੀ ਇਹਨੂੰ ਵੀ ਮੈਂ ਸਮਝਦਾ ਕਿ ਜੇ ਕਿਸੇ ਮਜਬੂਰੀ ਕਰਕੇ ਸਾਨੂੰ ਦਿੱਲੀ ਨਹੀਂ ਪਹੁੰਚ ਸਕੇ ਜਾਂ ਇੱਥੇ ਰੁਕਣਾ ਪੈ ਗਿਆ ਤੇ ਉਹਨਾਂ ਭਰਾਵਾਂ ਦਾ ਜਿੱਦਾਂ ਅਸੀਂ ਹੌਸਲਾ ਅਫਜ਼ਾਈ ਇੱਥੋਂ ਕਰ ਸਕਦੇ ਹਾਂ, ਜਦੋਂ ਉਹਨਾਂ ਨੂੰ ਪਤਾ ਚੱਲਦਾ ਹੋਊ ਕਿ ਸਾਡੇ ਸ਼ਹਿਰ ਦੇ ਵਿੱਚ ਕਿੱਦਾਂ ਦਾ ਇਕੱਠ ਹੋਇਆ, ਜਿਹੜੀ ਇੱਕ ਕਾਲ ਸੀਗੀ ਡੀਸੀ ਦਫ਼ਤਰ ਦੇ ਬਾਹਰ ਧਰਨੇ ਦੀ, ਤੇ ਜ਼ਰੂਰ ਉਹਨਾਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ। ਜਿਹੜੇ ਵੀ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਅਸੀਂ ਇੱਥੋਂ ਕਰੀਏ ਤੇ ਆਪਣੇ ਫਰਜ਼ਾਂ ਤੇ ਪੂਰੇ ਉਤਰੀਏ। ਇੱਕ ਜਿਹੜੀ ਟਰੈਕਟਰ ਟੂ ਟਵਿੱਟਰ ਦੀ ਗੱਲ ਜਿਹੜੀ ਚੱਲਦੀ ਪਈ ਆ, ਨੌਜਵਾਨ ਟਵਿੱਟਰ ਤੇ ਵੀ ਬੜੇ ਐਕਟਿਵ ਹੋਏ, ਤੁਸੀਂ ਉਹਦੇ ਬਾਰੇ ਕੀ ਕਹਿੰਦੇ ਹੋ? ਜੀ ਦੇਖੋ ਜੀ, ਇੱਥੇ ਉਹ ਜਿਹੜੀ ਤੇ ਇੱਕ ਸ਼ਾਇਦ ਸਾਨੂੰ ਟਵਿੱਟਰ ਇੱਕ ਚਲਾਉਣਾ ਸਿਖਾਤਾ, ਜਿਹੜੀਆਂ ਕੰਗਣਾ ਨੇ ਉਹਨੇ ਸਾਡੀ ਬੀਬੀਆਂ ਦੇ ਉੱਤੇ ਜੋ ਇੱਕ ਗੱਲ ਕੀਤੀ ਸੀਗੀ, ਤੇ ਅੱਜ ਸਾਰੇ ਹੀ ਵੀਰ ਟਵਿੱਟਰ ਦੇ ਉੱਤੇ ਇਹਨਾਂ ਸਰਕਾਰਾਂ ਨੂੰ ਉਹੀ ਉਹਦਾ ਜਵਾਬ ਦੇ ਰਹੇ ਨੇ। ਕਿਉਂਕਿ ਟਵਿੱਟਰ ਦੇ ਉੱਪਰ ਅਸੀਂ ਦੇਖਿਆ ਕਿ ਇੱਕ ਸਾਰੀ ਹਾਈ ਪ੍ਰੋਫਾਈਲ ਜੋ ਹੈਗੀ ਉਹ ਜੁੜੀ ਹੋਈ ਆ, ਤੇ ਉਹਦੇ ਵਿੱਚ ਜਿਹੜੀਆਂ ਸਰਕਾਰਾਂ ਦੱਸਦੀਆਂ ਨੇ ਕਿ ਸਾਡਾ ਸਟੇਟਸ ਨਹੀਂ ਹੈਗਾ ਕਿ ਅਸੀਂ ਪੰਜਾਬੀਆਂ ਦੇ ਨਾਲ ਗੱਲ ਕਰੀਏ, ਉਹਦਾ ਜਵਾਬ ਵੀ ਟਵਿੱਟਰ ਉੱਤੇ ਦਿੱਤਾ ਜਾ ਰਿਹਾ। ਔਰ ਮੈਂ ਉਹਨਾਂ ਸਟੇਟਸ ਵਾਲਿਆਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਆ, ਤੇ ਜਦੋਂ ਵੋਟਾਂ ਲੈਣ ਆਉਂਦੇ ਹੋ ਤਾਂ ਉਦੋਂ ਇਹ ਮਾੜੇ ਸਟੇਟਸ ਵਾਲਿਆਂ ਕੋਲ ਕਿਉਂ ਆਉਂਦੇ ਹੋ? ਚੰਗੇ ਸਟੇਟਸ ਵਾਲਿਆਂ ਕੋਲ ਵੋਟਾਂ ਮੰਗਿਆ ਕਰੋ ਜਾ ਕੇ। ਅੱਜ ਤੇ ਤੁਹਾਡੀ ਇਹ ਜ਼ਰੂਰਤ ਨਹੀਂ ਪੈ ਰਹੀ ਵੀ ਕਿਤੇ ਪੰਜਾਬ ਦੇ ਵਿੱਚ ਪੈਰ ਧਰ ਜੋ, ਤੇ ਫਿਰ ਸਟੇਟਸ ਇਹਨਾਂ ਦਾ ਮਾੜਾ ਆ, ਕਿਰਦਾਰ ਇਹਨਾਂ ਦਾ ਮਾੜਾ ਆ, ਜਿਹੜੇ ਆਮ ਲੋਕਾਂ ਦੀ ਸੋਚ ਨਹੀਂ ਸਕਦੇ। ਤੇ ਸੋਸ਼ਲ ਮੀਡੀਆ ਦੇ ਉੱਤੇ ਸਾਡੀ ਸਾਰੀ ਹੀ ਨੌਜਵਾਨੀ ਜਿਹੜੀ ਹੈਗੀ ਆ ਉਹ ਪੂਰੀ ਇਸ ਵੇਲੇ ਇਹਨਾਂ ਸਰਕਾਰਾਂ ਦੇ ਜਿਹੜੇ IT ਸੈੱਲ ਨੇ ਉਹਨਾਂ ਨੂੰ ਫੇਲ ਕੀਤਾ ਗਿਆ ਆ। ਕਿਉਂਕਿ ਹਰੇਕ ਬੰਦੇ ਦੇ ਦਿਲ ਦੇ ਅੰਦਰ ਜਜ਼ਬਾ ਆ ਕਿ ਅੱਜ ਅਸੀਂ ਆਪਣੇ ਹੱਕ ਲੈਣੇ ਨੇ, ਤੇ ਉਹਦੇ ਵਾਸਤੇ ਜਿਹੜੇ ਮਰਜ਼ੀ ਆ ਸੋਸ਼ਲ ਮੀਡੀਆ ਕੀ ਜਿਹੜਾ ਇਹਨਾਂ ਨੇ ਗੋਦੀ ਮੀਡੀਆ ਖਰੀਦਿਆ ਵੀ ਹੋਇਆ, ਉਸ ਤੋਂ ਉੱਪਰ ਸਾਡੇ ਨੌਜਵਾਨੀ ਦੀ ਅੱਜ ਆਵਾਜ਼ ਜਾ ਰਹੀ ਹੈ। ਇਹ ਤਾਂ ਅਜੇ ਵੀ ਕਹੀ ਜਾਂਦੇ ਨੇ ਵੀ ਉਹਦੇ ਲੋੜ ਨਹੀਂ, ਹੁਣ ਤਾਂ ਸੰਘਰਸ਼ ਦੀ ਅਸੀਂ ਤੁਹਾਡੀਆਂ ਗੱਲਾਂ ਮੰਨ ਲਈਆਂ ਨੇ। ਜੀ ਮੰਨਿਆ ਕੀ ਇਹਨਾਂ ਨੇ, ਇਹ ਤੇ ਆਪੋ ਉਹ 4 AC ਕਮਰਿਆਂ 'ਚ ਬਹਿ ਕੇ ਹੀ ਉੱਥੇ ਹੀ ਕੁਰਸੀਆਂ ਤੇ ਬਹਿ ਕੇ ਹੀ ਗੱਲਾਂ ਮੰਨੀਆਂ ਜਾ ਰਹੇ ਨੇ। ਆ ਕੇ ਦੇਖੋ ਇੱਕ ਵਾਰੀ ਇਸ ਸੰਘਰਸ਼ ਦੇ ਵਿੱਚ, ਚਾਹੇ ਕੋਈ ਇੱਕ ਛੋਟਾ ਲੀਡਰ ਹੀ ਭੇਜ ਦਿਓ, ਉਹ ਦੱਸੇਗਾ ਵੀ ਇਹਨਾਂ ਦੇ ਵਿੱਚ ਜਜ਼ਬਾ ਕੀ ਆ। ਗੱਲਾਂ ਦੇ ਮੰਨੀਆਂ ਇਹ ਸਿਰਫ ਇੱਕ ਬਾਹਰਲੇ ਦੇਸ਼ਾਂ ਨੂੰ, ਜੋ ਬਾਹਰਲੇ ਦੇਸ਼ਾਂ ਤੋਂ ਪ੍ਰੈਸ਼ਰ ਪੈ ਰਿਹਾ ਇਹਨਾਂ ਦੇ ਉੱਪਰ, ਜੋ ਬਾਹਰਲੇ ਦੇਸ਼ਾਂ 'ਚ ਸਾਡੇ ਵੀਰ ਪ੍ਰੋਟੈਸਟ ਕਰਦੇ ਪਏ ਨੇ, ਉਹਨਾਂ ਦੇ ਅੱਗੇ ਆਪਣਾ ਮਾੜੀ ਮੋਟੀ ਇੱਜ਼ਤ ਰੱਖਣ ਵਾਸਤੇ ਇਹ ਸਿਰਫ ਉਹਨਾਂ ਨੂੰ ਇੱਕ ਗਲਤ ਮੈਸੇਜ ਦੇ ਰਹੇ ਨੇ। ਇਸ ਤੋਂ ਵੱਧ ਹੋਰ ਕੁਝ ਨਹੀਂ ਹੈਗਾ। ਸੋ ਬਿਲਕੁਲ ਜਵਾਨੀ ਆਪਣੇ ਪੂਰੇ ਜੋਸ਼ ਦੇ ਵਿੱਚ ਆ, ਤੇ ਬਜ਼ੁਰਗ ਵੀ ਜੋਸ਼ 'ਚ ਨੇ, ਭੈਣਾਂ ਸਾਰੇ ਵੀਰ ਭਰਾ ਜਿਹੜੇ ਨੇ ਲੱਗੇ ਹੋਏ ਨੇ, ਡਟੇ ਹੋਏ ਨੇ। ਸੋ ਇਹ ਕਿਸਾਨੀ ਦਾ ਸੰਘਰਸ਼ ਜਿਹੜਾ ਮੈਂ ਸਮਝਦਾ ਕਿ ਇਹ ਪੂਰੀ ਆਪਣੀ ਜਿੱਤ ਦੇ ਵੱਲ ਵੱਧਦਾ ਪਿਆ, ਤੇ ਅਗਲੇ ਪੜਾਅ ਜਿਹੜੇ ਨੇ ਉਹ ਵੀ ਬੜੇ ਵੱਡੇ ਹੋਣ ਵਾਲੇ ਨੇ, ਜਿਨ੍ਹਾਂ ਦੇ ਬਾਰੇ ਆਉਂਦੇ ਸਮੇਂ 'ਚ ਅਸੀਂ ਤੁਹਾਡੇ ਨਾਲ ਹੋਰ ਸਾਂਝ ਕਰਾਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ। ਮੋਦੀ ਮਰ ਗਿਆ ਜਾਣ ਕੇ, ਕਿਸਾਨਾਂ ਥੱਲੇ ਆਣ ਕੇ, ਮੋਦੀ ਮਰ ਗਿਆ ਜਾਣ ਕੇ, ਕਿਸਾਨਾਂ ਥੱਲੇ ਆਣ ਕੇ, ਮੋਦੀ ਮਰ ਗਿਆ ਜਾਣ ਕੇ, ਕਿਸਾਨਾਂ ਥੱਲੇ ਆਣ ਕੇ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ। ਇੱਕੀ ਦੁੱਕੀ ਚੱਕ ਦਿਆਂਗੇ, ਰੋਂਦੇ ਗੋਡਾ ਰੱਖ ਦਿਆਂਗੇ, ਇੱਕੀ ਦੁੱਕੀ ਚੱਕ ਦਿਆਂਗੇ, ਰੋਂਦੇ ਗੋਡਾ ਰੱਖ ਦਿਆਂਗੇ, ਇੱਕੀ ਦੁੱਕੀ ਚੱਕ ਦਿਆਂਗੇ, ਰੋਂਦੇ ਗੋਡਾ ਰੱਖ ਦਿਆਂਗੇ। ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ। ਇਹ ਹੈ ਜਵਾਨੀ, ਪੰਜਾਬ ਦੀ ਜਵਾਨੀ, ਜਿਹਨੂੰ ਬਹੁਤ ਕੁਝ ਕਿਹਾ ਗਿਆ, ਬੜੀਆਂ ਸਾਰੀਆਂ ਤੁਹਮਤਾਂ ਲਾਈਆਂ ਗਈਆਂ। ਵੇਖ ਲਓ ਇਹਨਾਂ ਦਾ ਜਜ਼ਬਾ। ਨੌਜਵਾਨ ਕਿਸਾਨ ਏਕਤਾ ਜਿੰਦਾਬਾਦ, ਨੌਜਵਾਨ ਕਿਸਾਨ ਏਕਤਾ ਜਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਕਾਲੇ ਕਾਨੂੰਨ ਰੱਦ ਕਰੋ, ਕਾਲੇ ਸੋ ਕਾਨੂੰਨ। ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਇਹ ਆਵਾਜ਼ਾਂ ਸੁਣਨੀਆਂ ਚਾਹੀਦੀਆਂ ਨੇ, ਇਹ ਕਾਲੇ ਕਾਨੂੰਨ ਰੱਦ ਕਰਕੇ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਆਵਾਮ ਸਭ ਤੋਂ ਵੱਡਾ ਹੁੰਦਾ ਹੈ, ਸਰਕਾਰਾਂ ਨੂੰ ਆਵਾਮ ਹੀ ਚੁਣਦੇ ਆ। ਸੋ ਇਹ ਜਿਹੜੀਆਂ ਗੱਲਾਂ ਨੇ, ਇਹ ਸੁਨੇਹਾ ਜਿਹੜਾ ਗੁੱਸਾ ਵੀ ਲੋਕਾਂ ਦੇ ਮਨਾਂ ਦਾ, ਇਹ ਸਾਡੇ ਸਾਹਮਣੇ ਆ ਰਿਹਾ। ਸੋ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਜਵਾਬ ਦੇ ਰਹੀ ਹੈ, ਸਰਕਾਰਾਂ ਨੂੰ ਜਵਾਬ ਦੇ ਰਹੀ ਆ। ਇਹ ਇੱਕ ਹੋਰ ਵੀਰ ਸਾਡੇ ਨਾਲ ਖੜੇ ਨੇ, ਤੁਸੀਂ ਕਹਿਣਾ ਚਾਹੁੰਦੇ ਹੋ? ਵੇਖੋ ਜੀ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਵਾ, ਪਹਿਲੇ ਨੰਬਰ ਤੇ ਭਾਰਤ ਦੀ ਕੋਈ ਆਜ਼ਾਦੀ ਨਹੀਂ ਹੋਈ। ਇਹ ਪੰਜਾਬ ਦੇ 2 ਟੁਕੜੇ ਹੋਏ ਨੇ, 2 ਤੋਂ ਬਾਅਦ 3 ਸ਼੍ਰੀਨਗਰ ਅਲੱਗ ਹੋਇਆ, ਫਿਰ ਹਿਮਾਚਲ ਅਲੱਗ ਹੋਇਆ। ਟੁਕੜੇ ਕਰਦੇ ਕਰਦੇ ਪੰਜਾਬ ਦੀ ਜਿਹੜੀ ਸ਼ਕਤੀ ਹੈ ਇਹਨੂੰ ਘਟਾਇਆ ਗਿਆ ਵਾ। ਉਸ ਤੋਂ ਬਾਅਦ ਜਦੋਂ ਸਾਡੇ ਦੇਸ਼ ਦੀ ਹੈ ਜਿਹੜੀ ਹੈ ਇੱਕ ਮੈਜੋਰਟੀ ਦੇ ਨਾਲ ਸਰਕਾਰ ਬਣ ਕੇ, ਜਿੱਥੇ ਅਸੀਂ ਕਿਹਾ ਵੀ ਕਹਿੰਦੇ ਜੀ ਵਿਰੋਧੀ ਤਰ੍ਹਾਂ ਸਾਡੀ ਸਰਕਾਰ ਨਹੀਂ ਚੱਲਣ ਦਿੰਦੀ, ਇੱਕ ਨੋਟਬੰਦੀ ਕੀਤੀ ਗਈ ਹੈ। ਉਦੋਂ ਤਾਂ ਇਹਨਾਂ ਮਹਿਸੂਸ ਨਹੀਂ ਕੀਤਾ, ਕਹਿੰਦੇ ਕਾਲਾ ਧਨ ਲਿਆਉਣਾ ਵਾਸ 15 ਲੱਖ ਖਾਤੇ ਪਾਉਣਾ, ਲੋਕਾਂ ਦੀ ਅੱਖਾਂ 'ਚ ਘੱਟਾ ਪਾ ਕੇ ਇਹਨਾਂ ਨੇ ਕੁਝ ਸਮਾਂ ਲੋਕਾਂ ਨੂੰ ਚੁੱਪ ਕਰਾ ਲਿਆ। ਪਰ ਹੁਣ ਸਾਫ਼ ਸਪਸ਼ਟ ਹੋ ਗਿਆ ਵਾ, ਇਹ ਜਿਹੜੀ ਨੋਟਬੰਦੀ ਹੈ ਸਿਰਫ ਤੇ ਸਿਰਫ ਰਿਲਾਇੰਸ ਨੂੰ, ਅੰਬਾਨੀ ਨੂੰ ਅਮੀਰ ਕਰਨ ਵਾਸਤੇ ਕੀਤੀ ਗਈ ਸੀ। ਉਦੋਂ ਸਿਰਫ ਜੀਓ ਨੂੰ ਪ੍ਰਾਫਿਟ ਹੋਇਆ, ਹੋਰ ਕਿਸੇ ਨੂੰ ਪ੍ਰਾਫਿਟ ਨਹੀਂ ਹੋਇਆ। ਸਰਕਾਰੀਆਂ ਨੌਕਰੀਆਂ ਬੰਦ ਹੋ ਗਈਆਂ ਨੇ। ਜਦੋਂ ਸਾਡੇ ਦੇਸ਼ ਵਿੱਚ ਕਾਲ ਪਿਆ ਵਾ 1965 ਦੇ ਵਿੱਚ,
ਪੂਰਾ ਦੇਸ਼ ਇਕੱਠਾ ਆ ਵਾ। ਉਹਨਾਂ ਜਦੋਂ ਕਿਹਾ ਵੀ ਬਾਹਰੋਂ ਕਣਕ ਨਹੀਂ ਆ ਰਹੀ, ਸਾਡੀ ਬੇਇੱਜ਼ਤੀ ਹੋ ਰਹੀ ਆ, ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਇੱਕ ਦਿਨ ਦਾ ਭੋਜਨ ਛੱਡ ਦਿੱਤਾ ਇੱਕ ਸਮੇਂ ਦਾ, ਇਹ ਸਾਰੀਆਂ ਚੀਜ਼ਾਂ ਦੀ ਉਦੋਂ ਜ਼ਿੰਮੇਵਾਰੀ ਪੰਜਾਬ ਨੇ ਚੁੱਕੀ ਆ ਵੀ ਅਸੀਂ ਪੂਰੇ ਦੇਸ਼ ਦਾ ਜਿਹੜਾ ਢਿੱਡ ਭਰਾਂਗੇ ਅਨਾਜ ਨਾਲ। ਇਹ ਖੇਤੀ ਨਿਰਭਰ ਸੂਬਾ ਬਣ ਗਿਆ ਵਾ। ਹਰਿਆਣੇ ਨੇ ਪੰਜਾਬ ਨੇ ਜ਼ਿੰਮੇਵਾਰੀ ਚੁੱਕੀ ਆ। ਜਦੋਂ ਇਹ ਲਗਾਤਾਰ ਖੇਤੀ ਕਰਨ ਆ, ਪੂਰੇ ਦੇਸ਼ ਦਾ ਢਿੱਡ ਭਰਤਾ ਵਾ। ਇਹ ਰਿਕਾਰਡ ਆ ਪੂਰੇ ਦੇਸ਼ ਦੇ ਵਿੱਚ, ਕਿਸੇ ਦੀ ਪੂਰੀ ਗੋਗੜ ਨਹੀਂ ਹੈਗੀ। ਪੰਜਾਬ ਦੇ ਵਿੱਚ ਜਿਹੜੇ ਦੂਸਰੀਆਂ ਸਟੇਟਾਂ ਤੋਂ ਆਉਂਦੇ ਭਿਖਾਰੀ ਆ, ਉਹਨਾਂ ਨੂੰ ਗੋਗੜਾਂ ਨੇ। ਇਹੋ ਹੀ ਕਾਰਨ ਆ ਪੰਜਾਬ ਜਿਹੜਾ ਵਾ ਬਹੁਤ ਜ਼ਿਆਦਾ ਅਨਾਜ ਪੈਦਾ ਕਰਦਾ ਵਾ। ਬੇਕਦਰੀ ਜੇ ਅਨਾਜ ਦੀ ਹੋ ਗਈ ਤਾਂ ਸਿਰਫ ਪੰਜਾਬੀਆਂ ਕਰਕੇ, ਇਹ 'ਚ ਕੋਈ ਸ਼ੱਕ ਨਹੀਂ ਆ। ਸਾਡੇ ਦੇਸ਼ 'ਚੋਂ ਬੜੇ ਲੋਕ ਬਾਹਰਲੇ ਦੇਸ਼ਾਂ 'ਚ ਜਾਂਦੇ ਆ, ਪੰਜਾਬੀਆਂ ਦੇ ਝੰਡੇ ਕਿਉਂ ਗੱਡੇ ਜਾਂਦੇ ਨੇ? ਫਿਰ ਸਭ ਤੋਂ ਵੱਡਾ ਜਿਹੜਾ ਰਿਕਾਰਡ ਆ ਪੂਰੀ ਦੁਨੀਆ ਦੇ ਵਿੱਚ, ਜਦੋਂ ਕਿਸੇ ਦਾ ਵੀ ਸਰਕਾਰੀ ਕਾਰਜਾਂ ਦੇ ਸੰਸਕਾਰ ਹੋ ਜਾਂਦਾ, ਉਸ ਤੋਂ ਬਾਅਦ ਕਿਸੇ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ, ਪੈਨਸ਼ਨ ਦਿੱਤੀ ਜਾਂਦੀ ਹੈ। ਸਾਡੇ ਸਰਦਾਰ ਹਰਭਜਨ ਸਿੰਘ ਜੀ ਜਿਹੜੇ ਸੀਗੇ ਚੀਨ ਦੇ ਬਾਰਡਰ ਦੇ ਉੱਤੇ, ਜਿਹੜੇ ਸ਼ਹੀਦ ਹੋਣ ਤੋਂ ਬਾਅਦ 'ਚ ਵੀ ਸਰਕਾਰੀ ਕਾਰਜਾਂ ਦੇ ਉਹਨਾਂ ਦਾ ਸੰਸਕਾਰ ਹੋ ਗਿਆ ਵਾ, ਫਿਰ ਵੀ ਉਹ ਬਾਰਡਰਾਂ ਦੇ ਉੱਤੇ ਜਿਹੜੀਆਂ ਦੇਂਦੇ ਨੇ, ਰਾਖੀਆਂ ਕਰਦੇ ਨੇ। ਚੀਨ ਦੀ ਸਰਕਾਰ ਜਿਹੜੀ ਆ ਉਧਰੋਂ ਲਾਮੇ ਦਿੰਦੀ ਵੀ ਤੁਹਾਡੇ ਫੌਜੀ ਸਾਡੀਆਂ ਸਰਹੱਦਾਂ 'ਚ ਵੜਦੇ। ਇਹ ਸਾਡੇ ਪੰਜਾਬੀਆਂ ਦਾ ਰਿਕਾਰਡ ਆ। ਇਸ ਤਰ੍ਹਾਂ ਨਾ ਕਰੋ। ਇਹ ਪੰਜਾਬੀ ਸੁੱਤੇ ਨੇ, ਜਿਨ੍ਹਾਂ ਤੁਸੀਂ ਅੱਤਵਾਦੀ ਕਹਿ ਕੇ ਜਿਨ੍ਹਾਂ ਦਾ ਤੁਸੀਂ ਹੱਕ ਮਾਰਦੇ ਜੇ। 1984 ਦੇ ਵਿੱਚ ਵੀ ਜਿਹੜਾ ਜੋ ਕੁਝ ਹੋਇਆ ਵਾ, ਸ਼ਾਂਤਮਈ ਮੋਰਚੇ ਦੇ ਨਾਲ ਭਿੰਡਰਾਂ ਵਾਲੇ ਨੇ ਆਪਣੇ ਹੱਕ ਮੰਗੇ ਆ। ਆਨੰਦਪੁਰ ਮਤਾ ਜਿਹੜਾ ਹੈ ਸ਼ਾਂਤੀ ਵਾਲਾ ਮਤਾ ਹੈਗਾ। ਇਹਨਾਂ ਨੇ ਇੱਕੋ ਰੱਖਿਆ ਵੀ ਪੰਜਾਬੀ ਆਪਣਾ ਹੱਕ ਮੰਗਦਾ, ਇਹਨਾਂ ਨੂੰ ਅੱਤਵਾਦੀ ਦੱਸ ਕੇ ਇਹਨਾਂ ਨੂੰ ਕੁਚਲ ਦਈਏ। ਗਾੜੀ ਤੁਸੀਂ ਨੌਜਵਾਨ ਵੇਖੇ ਨੇ ਜਿੰਨੇ ਵੀ ਇਹ ਗਏ ਨੇ, ਹੁਣ ਨੌਜਵਾਨ ਜਾਗ ਗਿਆ ਵਾ। ਟਵਿੱਟਰ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ, ਅਸੀਂ ਬਹੁਤ ਧੰਨਵਾਦ ਕਰਨੇ ਬੀਬਾ ਤੇਰਾ ਫਿਲਮ ਇੰਡਸਟਰੀ ਵਾਲੀਏ, ਤੂੰ ਜਿਹੜਾ ਸਾਨੂੰ ਟਵਿੱਟਰ ਬਾਰੇ ਦੱਸਤਾ ਵਾ। ਅਸੀਂ ਤਾਂ ਰੁੱਝ ਗਏ ਹਾਂ ਭੰਗੜਿਆਂ ਦੇ ਵਿੱਚ ਤੇ ਲੰਗਰਾਂ ਦੇ ਵਿੱਚ। ਇਹ ਲੰਗਰ ਬਾਬੇ ਨਾਨਕ ਦਾ ਨਾਦ ਰਹਿੰਦੀ ਦੁਨੀਆ ਤੱਕ ਇਹ ਖਤਮ ਹੋਣਾ ਵਾ। ਰਹੀ ਗੱਲ, ਮੈਂ ਆਪਣੇ ਨੌਜਵਾਨ ਸਾਥੀ ਨੂੰ ਇੱਕ ਗੱਲ ਜ਼ਰੂਰ ਕਰਾਂਗਾ, ਫੇਸਬੁੱਕ ਚਲਾਓ, WhatsApp ਚਲਾਓ, ਫੇਸਬੁੱਕ ਚਲਾਓ, ਹਰ ਇੱਕ ਚੀਜ਼ ਚਲਾਓ, ਪਰ ਆਪਣਾ ਪੰਜਾਬ ਤੇ ਆਪਣੀ ਖੇਤੀ ਜ਼ਰੂਰ ਬਚਾਓ। ਪੰਜਾਬ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸੋ ਵੀਰ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ, ਸੋ ਬੜੀਆਂ ਗਿਆਨ ਵਾਲੀਆਂ ਗੱਲਾਂ ਕੀਤੀਆਂ ਨੇ। ਸੋ ਜਜ਼ਬਾ ਹੈ ਤੇ ਗਿਆਨ ਹੈ। ਤੇ ਸੋ ਹੁਣ ਟਰੈਕਟਰ ਤੋਂ ਟਵਿੱਟਰ ਤੇ ਜਿਹੜਾ ਨੌਜਵਾਨ ਚੜ ਗਿਆ ਹੋਇਆ ਵਾ, ਹੁਣ ਵੇਖਦੇ ਹਾਂ ਟਵਿੱਟਰ ਦਾ ਕੀ ਬਣਦਾ ਹੈ। ਸੋ ਸਾਡੀ ਜਵਾਨੀ ਤੇ ਸਾਡੇ ਬਜ਼ੁਰਗ ਤੇ ਸਾਡੇ ਲੀਡਰ ਸਾਰੇ ਹੀ ਮੈਂ ਸਮਝਦਾ ਕਿ ਇੱਕ ਮਿਸਾਲ ਪੈਦਾ ਕਰਦੇ ਪਏ ਨੇ। ਬੜੇ ਅਰਸੇ ਤੋਂ ਬਾਅਦ ਇਹ 2020 ਦੇ ਵਿੱਚ ਇੱਕ ਐਸਾ ਸੰਘਰਸ਼ ਵਿੱਢਿਆ ਗਿਆ ਜਿਹਨੇ ਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਸਾਡੇ ਨਾਲ ਸਰਦਾਰ ਜਸਬੀਰ ਸਿੰਘ ਘੁੰਮਣ ਸਾਹਿਬ ਮੌਜੂਦ ਨੇ, ਐਡਵੋਕੇਟ ਨੇ, ਤੇ ਇਹਨਾਂ ਦੇ ਬਾਰੇ ਬਹੁਤਾ ਜ਼ਿਆਦਾ ਦੱਸਣ ਦੀ ਲੋੜ ਵੀ ਨਹੀਂ, ਤੁਸੀਂ ਸਾਰੇ ਇਹਨਾਂ ਨੂੰ ਭਲੀ ਭਾਂਤ ਜਾਣਦੇ ਹੋ। ਸਾਡੇ ਪੁਰਾਣੇ ਸੰਘਰਸ਼ ਦੇ ਯੋਧੇ ਨੇ ਤੇ ਇਸ ਵਕਤ ਜਿਹੜਾ ਹੈ ਲਾਮਬੰਦ ਕਰਦੇ ਪਏ ਨੇ ਕਿਸਾਨੀ ਨੂੰ। ਘੁੰਮਣ ਸਾਹਿਬ, ਅੱਜ ਦੇ ਹਾਲਾਤ ਜਿੱਥੇ ਕੁੱਲ ਦੁਨੀਆ ਜਿਹੜੀ ਹੈ UNO ਤੱਕ ਜਿਹੜੇ ਨੇ ਉਹਨਾਂ ਦੇ ਟਲੀਆਂ ਖੜਕੀਆਂ ਪਈਆਂ, ਕੀ ਕਹਿਣਾ ਚਾਹੁੰਦੇ ਹੋ? ਮੈਂ ਗੁਰਪ੍ਰੀਤ ਜੀ ਪਹਿਲਾਂ ਤਾਂ ਸਭ ਤੁਹਾਡਾ ਧੰਨਵਾਦ ਕਰਦਾ ਹਾਂ, ਜਿਹੜਾ ਤੁਸੀਂ ਕਿਸਾਨੀ ਸੰਘਰਸ਼ ਨੂੰ ਕਵਰ ਕਰਨ ਵਾਸਤੇ ਦੁਨੀਆ ਦੇ ਵਿੱਚ ਆਪਣੀ ਪੰਜਾਬ ਦੇ ਕਿਸਾਨ ਦਾ ਦੁੱਖ ਦਰਦ ਦੱਸਣ ਵਾਸਤੇ ਜਿਹੜੇ ਤੁਸੀਂ ਸਾਡੇ ਕੋਲ ਆਏ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਅੱਜ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਘੇਰਿਆ ਗਿਆ ਸੀ, ਜਿਹਦੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਗੁਰਦਾਸਪੁਰ ਦਿਆਂ ਨੇ ਆ ਕੇ ਆਪਣਾ ਦੁੱਖ ਦਰਦ ਜਿਹੜਾ ਡਿਪਟੀ ਕਮਿਸ਼ਨਰ ਦੇ ਕੰਨਾਂ ਤੱਕ ਪਹੁੰਚਾਇਆ ਕਿ ਮੋਦੀ ਤੱਕ ਵੀ ਪਹੁੰਚ ਜਾਵੇ। ਇਹ 5 ਜੂਨ ਦੇ ਆਰਡੀਨੈਂਸਾਂ ਨੂੰ, ਜਿਹੜਾ ਆਰਡੀਨੈਂਸ ਕਾਨੂੰਨ ਬਣ ਚੁੱਕੇ ਨੇ ਅੱਜ, ਉਹਨਾਂ ਨੂੰ ਵਾਪਸ ਕਰਾਉਣ ਵਾਸਤੇ, ਜਿਵੇਂ ਦਿੱਲੀ ਦੇ ਬਾਰਡਰ ਤੇ 4 ਫੇਰਿਓਂ ਦਿੱਲੀ ਨੂੰ ਘੇਰਾ ਪਾ ਕੇ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਤੇ ਹੋਰ ਸਟੇਟਾਂ ਨੇ ਘੇਰਿਆ ਹੋਇਆ ਦਿੱਲੀ ਨੂੰ। ਅਸੀਂ ਸਮਝਦੇ ਹਾਂ ਕਿ ਅਜਿਹਾ ਸੰਘਰਸ਼ ਸਦੀਆਂ ਬਾਅਦ ਫਿਰ ਹੋਇਆ ਹੈ। ਬਾਬੇ ਬੰਦੇ ਬਹਾਦਰ ਤੋਂ ਬਾਅਦ ਇੱਕ ਵਾਰ ਦਿੱਲੀ ਨੂੰ ਫੇਰ ਹੱਥਾਂ ਪੈਰਾਂ ਦੀ ਪਈ ਹੈ। ਤੇ ਜਿਵੇਂ ਦਿੱਲੀ ਨੂੰ ਘੇਰਾ ਪਿਆ ਹੈ, ਬਾਬੇ ਬੰਦੇ ਬਹਾਦਰ ਨੇ ਜਿਵੇਂ ਨੰਦੇੜ ਸਾਹਿਬ ਤੋਂ ਆ ਕੇ ਪੰਜਾਬ ਨੂੰ, ਪੰਜਾਬ ਦੇ ਜੱਟ ਨੂੰ ਆਪੇ ਹੱਕ ਦਵਾਏ ਸੀ ਜ਼ਮੀਨ ਦੇ, ਅੱਜ ਕਿਸਾਨ ਜਿਹੜਾ ਲਾਮਬੰਦ ਹੋ ਗਿਆ ਤੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਫਿਰ ਜਿਹੜਾ ਮੋਦੀ ਜ਼ਮੀਨ ਖੋਹ ਰਿਹਾ ਹੈ ਕਿਸਾਨਾਂ ਦੀ, ਉਹਨੂੰ ਵਾਪਸ ਲੈਣ ਵਾਸਤੇ ਅੱਜ ਕਿਸਾਨ ਨੇ ਸਾਰਾ ਹਿੰਦੁਸਤਾਨ ਜਿਹੜਾ ਫਿਰ ਘੇਰ ਰੱਖਿਆ ਹੈ। ਕਿ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜਾ ਸੰਘਰਸ਼ ਹੈ ਬਹੁਤ ਜਲਦੀ ਸਫਲ ਹੋਵੇਗਾ ਤੇ ਇਹ ਕੋਆਪਰੇਟਿਵ ਘਰਾਣੇ ਜਿਹੜੇ ਆ ਇਹ ਆਪਣੇ ਘਰਾਂ ਨੂੰ ਵਾਪਸ ਚਲੇ ਜਾਣਗੇ। ਸੋ ਕਾਰਪੋਰੇਟ ਘਰਾਣਿਆਂ ਦੀ ਗੱਲ ਤੁਸੀਂ ਨੇ ਕੀਤੀ ਆ, ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਦੀ ਗੱਲ, ਇਹ ਮੈਨੂੰ ਲੱਗਦਾ ਕਿ ਸ਼ਾਇਦ ਆਜ਼ਾਦੀ ਅੰਦੋਲਨ ਦੇ ਵੇਲੇ ਇਦਾਂ ਦੀਆਂ ਗੱਲਾਂ ਜ਼ਰੂਰ ਆਈਆਂ ਸੀ। ਇਹ ਬੜੇ ਲੰਮੇ ਸਮੇਂ ਬਾਅਦ ਐਸੀ ਗੱਲ ਜਿਹੜੀ ਹੈ ਇਹ ਸੁਣਨ ਨੂੰ ਮਿਲੀ ਹੈ। ਮੈਂ ਸਮਝਦਾ ਕਿ ਮੈਂ ਸਾਰੇ ਕਾਨੂੰਨ ਜਿਹੜੇ ਆ ਬੜੇ ਗੌਰ ਨਾਲ ਵਾਚੇ ਹੈ। ਜਦੋਂ 5 ਤਰੀਕ ਨੂੰ ਆਰਡੀਨੈਂਸ ਹੋਇਆ ਸੀ, ਮੈਂ 15 ਸਤੰਬਰ ਨੂੰ ਇੱਕ ਇਕੱਠ ਦੇ ਵਿੱਚ ਕਿਹਾ ਸੀ ਕਿ ਜਦੋਂ ਤਾਂ ਆਪਾਂ ਕਿਸਾਨ ਨੂੰ ਅਜੇ ਇਸ ਗੱਲ ਦੀ ਸਮਝ ਨਹੀਂ ਆ ਰਹੀ, ਜਿੱਦਾਂ ਅਸੀਂ ਕਾਨੂੰਨ ਪੜ੍ਹ ਲਏ
ਉਦੋਂ ਸ਼ਾਇਦ ਸਾਨੂੰ ਰੋਟੀ ਵੀ ਨਾ ਲੰਘੇ। ਅੱਜ ਉਹ ਸਾਰੇ ਕਿਸਾਨ ਨੂੰ ਇਹ ਸਮਝ ਲੱਗ ਗਈ, ਜਿਹੜੇ ਕਿਸਾਨ ਨੂੰ ਇਹ ਬੁੱਝੜ ਕਹਿੰਦੇ ਸੀ, ਇਹ ਕਿਸਾਨ ਅਨਪੜ੍ਹ ਕਹਿੰਦੇ ਸੀ, ਕਿਸਾਨ ਦੇ ਸਾਡੇ ਪੰਜਾਬ ਤੇ ਇੱਕ ਬੜਾ ਵੱਡਾ ਧੱਬਾ ਲਾਤਾ ਗਿਆ। ਇਸ ਕਿਸਮ ਦੇ ਬੱਚੇ ਸਾਰੇ ਸਮੈਕੀ ਹੋ ਗਏ, ਨਸ਼ਈ ਹੋ ਗਏ, ਇਹਨਾਂ ਨੂੰ ਕਿਸੇ ਗੱਲ ਦੀ ਸਮਝ ਨਹੀਂ, ਹੁਣ ਜਿਸ ਤਰ੍ਹਾਂ ਮਰਜ਼ੀ ਵਰਤਿਆ ਜਾਵੇ। ਪਰ ਮੈਂ ਸਮਝਦਾ ਕਿ ਪੰਜਾਬ ਨੇ ਇੱਕ ਵਾਰ ਫਿਰ ਬਹੁਤ ਵੱਡਾ ਆਪਣਾ ਜਿਹੜਾ ਜਲਵਾ ਹੈ ਵਿਖਾਇਆ ਹੈ ਤੇ ਦੁਨੀਆ ਦੀਆਂ ਤਾਕਤਾਂ ਨੂੰ ਦੱਸ ਦਿੱਤਾ ਹੈ ਕਿ ਪੰਜਾਬ ਦਾ ਕਿਸਾਨ ਜੇ ਜਿਉਂਦਾ ਹੈ ਤੇ ਗੁਰਾਂ ਦੇ ਨਾਂ ਤੇ ਜਿਉਂਦਾ ਹੈ ਤੇ ਉਸ ਗੁਰਾਂ ਦੇ ਨਾਂ ਤੇ ਜਿਉਣ ਵਾਲੇ ਨੂੰ ਕੋਈ ਵੀ ਤਾਕਤ ਜਿਹੜੀ ਆ ਦੁਨੀਆ ਦੀ ਮਾਰ ਨਹੀਂ ਸਕਦੀ। ਅੱਜ ਉਹਨਾਂ ਨੇ ਆਪਣਾ ਜਿਹੜਾ ਜਲਵਾ ਸਾਰੀ ਦੁਨੀਆ ਨੂੰ ਵਿਖਾਇਆ ਤੇ ਹਿੰਦੁਸਤਾਨ ਦੇ ਬਾਰਡਰਾਂ ਨੂੰ ਘੇਰਾ ਪਾ ਕੇ ਇਹ ਦੱਸਿਆ ਹੈ ਕਿ ਦਿੱਲੀ ਜਿਹੜੀ ਆ ਦਿੱਲੀ ਹੈ ਪੰਜਾਬ ਨਾਲੋਂ ਤੋਂ ਵੱਡੀ ਨਹੀਂ। ਪੰਜਾਬ ਦਾ ਸਿੱਖ ਹਮੇਸ਼ਾ ਕੁਰਬਾਨੀ ਕਰਨ ਵਾਸਤੇ ਤਿਆਰ ਰਹਿੰਦਾ ਹੈ। ਇੱਕ ਜਿਹੜਾ ਅੱਜ ਬੜੀ ਵੱਡੀ ਪੱਧਰ ਦੇ ਉੱਤੇ ਪੂਰੇ ਮੈਂ ਸਮਝਦਾ ਨੈਸ਼ਨਲ ਹੀ ਨਹੀਂ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਜਿਹੜੀ ਇੱਕ ਬੜੀ ਧਾਂਕ ਬਣੀ ਪਈ ਹੈ, ਜਿਵੇਂ ਗੁਰੂ ਨਾਨਕ ਸਾਹਿਬ ਦੇ ਮੇਅਰ ਦੀ ਗੱਲ, ਤੁਸੀਂ ਲੰਗਰ ਦੀ ਗੱਲ ਕੀਤੀ ਹੈ, ਅੱਜ ਦੁਨੀਆ ਸਜਦਾ ਕਰਦੀ ਪਈ। ਵੇਖੋ ਆਪਣੀ ਪਰੇਸ਼ਾਨੀ ਲਾ ਕੇ, ਆਪਣਾ ਦੁੱਖ ਲੈ ਕੇ, ਆਪਣੀ ਤਕਲੀਫ ਲੈ ਕੇ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਨੇ ਉੱਥੇ ਲੰਗਰ ਚੱਲਦੇ ਪਏ ਨੇ, ਪਤਾ ਹੀ ਨਹੀਂ ਕਿਹੜੇ ਕਿਹੜੇ ਤਰ੍ਹਾਂ ਦੇ। ਸੋ ਇਹ ਜਿਹੜਾ ਮੈਂ ਸਮਝਦਾ ਕਿ ਇਸ ਸੰਘਰਸ਼ ਨੇ ਸਾਨੂੰ ਜਿਹੜੀ ਇਹ ਹੋਰ ਸਾਡੀ ਇੱਜ਼ਤ ਦੇ ਵਿੱਚ ਇਜ਼ਾਫਾ ਕੀਤਾ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਮੈਂ ਸਮਝਦਾ ਕਿ ਜਿਵੇਂ ਹਿੰਦੁਸਤਾਨ ਤੇ ਇੱਕ ਬਹੁਤ ਵੱਡਾ ਦੁਨੀਆ ਲੈਵਲ ਤੇ ਇੱਕ ਮਹਾਮਾਰੀ ਆਈ, ਕਰੋਨਾ ਨਾਂ ਦੀ ਬਿਮਾਰੀ ਪਿਛਲੇ ਸਾਲ, ਉਸ ਬਿਮਾਰੀ ਦੇ ਵਿੱਚੋਂ ਵੀ ਜੇ ਮੈਂ ਸਮਝਦਾ ਕਿ ਜੇ ਕਿਸੇ ਨੇ ਕੱਢਿਆ ਤੇ ਭਾਵੇਂ ਅਮਰੀਕਾ ਦੀ ਸਟੇਟ ਹੋਵੇ, ਅਮਰੀਕਾ ਦੀ ਸਟੇਟ ਨੂੰ ਅਮਰੀਕਾ ਦੀ ਪਾਰਲੀਮੈਂਟ ਵਿੱਚ ਬਿਆਨ ਦੇਣਾ ਪੈ ਗਿਆ ਰਾਸ਼ਟਰਪਤੀ ਨੂੰ ਕਿ ਪੰਜਾਬ ਦੇ ਸਿੱਖਾਂ ਕਰਕੇ, ਪੰਜਾਬ ਦੇ ਗੁਰਦੁਆਰਿਆਂ ਕਰਕੇ, ਜਿਹੜੇ ਗੁਰਦੁਆਰੇ ਹਰ ਸਟੇਟ ਦੇ ਵਿੱਚ ਹੋਣਾ ਚਾਹੀਦਾ ਤੇ ਹਰ ਸ਼ਹਿਰ ਦੇ ਵਿੱਚ ਹੋਣਾ ਚਾਹੀਦਾ। ਇਹ ਰਾਸ਼ਟਰਪਤੀ ਅਮਰੀਕਾ ਦਾ ਬਿਆਨ ਦੇਣ ਚੁੱਕਾ ਹੈ ਕਰੋਨਾ ਦੀ ਮਹਾਮਾਰੀ ਦੇ ਵਿੱਚ ਆ ਕੇ, ਕਿਉਂਕਿ ਉਹਨਾਂ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਸੀ। ਜਦੋਂ ਲੱਖ ਬੰਦਾ ਇੱਕ ਦਿਨ ਦਾ ਅਮਰੀਕਾ 'ਚ ਮਰਨ ਲੱਗਿਆ ਸੀ, ਉਦੋਂ ਉਹਨਾਂ ਦੀ ਆਰਥਿਕਤਾ ਸਾਰੀ ਡਾਵਾਂਡੋਲ ਹੋ ਗਈ ਤੇ ਸਾਰੀ ਦੁਨੀਆ ਘਬਰਾ ਗਈ। ਪਰ ਮੈਂ ਸਮਝਦਾ ਕਿ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਫੌਜ ਹੀ ਆ ਜਿਹੜੀ ਸਮੁੱਚੇ ਦੁਨੀਆ ਦੇ ਉੱਤੇ ਆਪਣੇ ਮਾਸਕ ਤੋਂ ਬਗੈਰ ਵੀ ਸੇਵਾ ਕਰਦੇ ਰਹੇ ਤੇ ਹਰ ਥਾਂ ਤੇ ਗਏ, ਜਿੱਥੇ ਵੀ ਭਾਵੇਂ ਕਿਸੇ ਕੋ ਸਾਡੀ ਦਸਵੰਧ ਦੀ ਇੱਕ ਰਸਮ ਹੈ ਜਿਹੜੀ 10ਵੇਂ ਪਾਤਸ਼ਾਹ ਨੇ ਆਪਾਂ ਨੂੰ ਦਿੱਤੀ, ਉਸ ਦਸਵੰਧ ਦੀ ਰਸਮ ਵਿੱਚੋਂ ਮੈਂ ਸਮਝਦਾ ਵੀ ਜਿੰਨਾ ਦਾਨ ਇਸ ਕੌਮ ਨੇ ਕੀਤਾ ਹੈ, ਇਸ ਪੰਜਾਬ ਦੇ ਕਿਸਾਨ ਨੇ ਕੀਤਾ ਹੈ ਜਾਂ ਇਹਨਾਂ ਦੇ ਬੱਚਿਆਂ ਨੇ ਕੀਤਾ ਹੈ, ਉਹ ਸਾਰੀ ਦੁਨੀਆ ਦੇ ਇੱਕ ਮਿਸਾਲ ਬਣ ਗਈ ਸੀ ਤੇ ਉਸ ਮਿਸਾਲ ਦੀ ਜਿਹੜੀ ਧਾਂਕ ਸੀ ਉਹ ਦੁਨੀਆ ਦੇ ਉੱਤੇ ਪਈ। ਮੈਂ ਸਮਝਦਾ ਇਸ ਸਾਲ ਦੇ ਵਿੱਚ ਸਾਨੂੰ ਦੋ ਵੱਡੀਆਂ ਜੰਗਾਂ ਮੈਂ ਸਮਝਦਾ ਅਸੀਂ ਜਿੱਤੀਆਂ ਨੇ। ਇੱਕ ਤਾਂ ਕਰੋਨਾ ਵਰਗੀ ਮਹਾਮਾਰੀ ਦਾ ਜਿਹੜਾ ਅਸੀਂ ਸਿੱਖੀ ਦਾ ਜਿਹੜਾ ਪ੍ਰਚਾਰ ਸੀਗਾ ਉਹ ਬਹੁਤ ਵੱਡਾ ਹੋਇਆ। ਦੂਜਾ ਕਿਸਾਨੀ ਦਾ ਜਿਹੜਾ ਮਸਲਾ ਵੱਡਾ ਪਿਆ ਸਾਨੂੰ, ਸਭ ਤੋਂ ਵੱਡਾ ਜਿਹੜਾ ਮੋਦੀ ਨੇ ਪਾਇਆ, ਜਿਹੜੇ 3 ਐਕਟ ਲਿਆਂਦੇ ਕੋਆਪਰੇਟਿਵ ਘਰਾਣਿਆਂ ਨੂੰ ਸਾਰਾ ਜਿਹੜਾ ਆਪਣਾ ਦੇਣ ਵਾਸਤੇ, ਇਹਨਾਂ ਨੇ ਇਹ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਦੇਣ ਦੀ ਗੱਲ ਕੀਤੀ, ਆਰਥਿਕਤਾ ਪੰਜਾਬ ਦੀ ਕਮਜ਼ੋਰ ਕਰਨ ਦੀ ਗੱਲ ਕੀਤੀ, ਹਿੰਦੁਸਤਾਨ ਦੀ ਆਰਥਿਕਤਾ ਨੂੰ ਢਾਹ ਲਾਈ। ਉਹ ਸਾਰੀ ਜਿਹੜੀ ਆਪਾਂ ਇੱਕ ਇਸ ਸਾਲ ਦੇ ਵਿੱਚ ਬੜਾ ਵੱਡਾ ਮਾਰਕਾ ਮਾਰਿਆ ਤੇ ਪੰਜਾਬ ਦੇ ਉਹ ਵੀ ਪੰਜਾਬ ਦੇ ਕਿਸਾਨ ਦੇ ਹਿੱਸੇ ਆਇਆ, ਕਿਉਂਕਿ ਇਹ ਮੋਹਰੀ ਸੂਬਾ ਹੋ ਕੇ ਅੱਗੇ ਤੁਰਿਆ। ਤੇ ਅੱਜ ਜਿਹੜੇ ਲੰਗਰਾਂ ਦੀ ਪ੍ਰਥਾ ਹੈ ਅਸੀਂ ਦੇਖ ਰਹੇ ਹਾਂ ਦਿੱਲੀ ਦੇ ਵਿੱਚ ਜਾ ਕੇ ਕਿ ਕੋਈ ਵੀ ਲੰਗਰ ਜਿਹੜੇ ਲੋਕਾਂ ਨੇ ਕਿਤੇ ਅਸੀਂ ਆਪਣੀ ਜ਼ਿੰਦਗੀ 'ਚ ਨਹੀਂ ਵੇਖੇ, ਉਹ ਦਿੱਲੀ ਦੇ ਬਾਰਡਰ ਤੇ ਲੱਗੇ ਹੋਏ ਆ। ਤੇ ਜੋ ਕੁਝ ਖਾਧਾ ਸੀ ਕਿਤੇ ਪੰਜਾਬ ਦੇ ਵਿੱਚ ਖਾ ਕੇ ਨਹੀਂ ਸੀ ਵੇਖਿਆ, ਉਹ ਵੀ ਲੋਕਾਂ ਨੇ ਉੱਥੇ ਲਿਆ ਕੇ ਪੈਦਾ ਕੀਤਾ। ਤੇ ਮੈਂ ਸਮਝਦਾ ਵੀ ਇਹ ਜਿਹੜੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ 20 ਰੁਪਏ ਦਾ ਲੰਗਰ ਹੈ ਉਹਦੀ ਬਰਕਤ ਹੈ ਤੇ ਉਹ ਸਾਰੀ ਬਰਕਤ ਜਿਹੜੀ ਅੱਜ ਸਾਰੀ ਦੁਨੀਆ ਦੇ ਉੱਤੇ ਸਾਡਾ ਧੰਗ ਚ ਮਾਰ ਰਹੀ ਹੈ। ਸੋ ਬਿਲਕੁਲ ਮੈਂ ਸਮਝਦਾ ਟੰਨਾਂ ਦੇ ਹਿਸਾਬ ਦੇ ਨਾਲ ਬਦਾਮ ਆ ਗਏ ਉੱਥੇ, ਪਤਾ ਨਹੀਂ ਕਿਹੜੇ ਡਰਾਈ ਫਰੂਟ ਵਰਤ ਗਏ। ਇੱਕ ਹੋਰ ਗੱਲ, ਤੁਹਾਡੇ ਫਾਦਰ ਸਾਹਿਬ ਮੈਨੂੰ ਲੱਗਦਾ ਕਿ ਮਹਾਂ ਪੰਜਾਬ ਦੇ ਵਿੱਚ MLA ਸੀਗੇ। ਹਾਂਜੀ। ਸੋ ਅੱਜ ਫਿਰ ਮਹਾਂ ਪੰਜਾਬ ਦੀ ਗੱਲ ਉੱਥੇ ਹੋ ਰਹੀ ਆ, ਬਾਰ-ਬਾਰ ਹੋ ਰਹੀ ਆ। ਹਰਿਆਣੇ ਵਾਲੇ ਕਹਿੰਦੇ ਪੰਜਾਬ ਸਾਡਾ ਵੱਡਾ ਭਰਾ, ਰਾਜਸਥਾਨ ਵਾਲੇ ਕਹਿ ਰਹੇ ਨੇ ਪੰਜਾਬ ਸਾਡਾ ਵੱਡਾ ਭਰਾ। ਇਸ ਗੱਲ ਨੂੰ ਤੁਸੀਂ ਕਿਵੇਂ ਵੇਖਦੇ? ਮੈਂ ਸਮਝਦਾ ਜੀ ਗੁਰੂ ਸਾਹਿਬ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ। ਜਿਹੜਾ ਅਸੀਂ ਸਮਝਦੇ ਸੀ ਨਾ ਵੀ ਸਾਡੇ ਨਾਲੋਂ ਇਹ ਨਖੇੜ ਦਿੱਤਾ ਗਿਆ, ਅੱਜ 66 ਤੋਂ ਬਾਅਦ ਇੱਕ ਵੱਡਾ ਜਿਹੜਾ ਮੈਂ ਸਮਝਦਾ ਇੱਕ ਰੈਵੋਲੂਸ਼ਨ ਆਇਆ ਪੰਜਾਬ ਦੀ ਧਰਤੀ ਤੇ, ਹਰਿਆਣੇ ਦੀ ਧਰਤੀ ਤੇ, ਜਿਹੜੀ ਐਡੀ ਵੱਡੀ ਨਫ਼ਰਤ ਇਹਨਾਂ ਨੇ ਰਾਜ ਕਰਨ ਵਾਲਿਆਂ ਘਰਾਣਿਆਂ ਨੇ ਪਾਈ। ਇਹ ਭਾਵੇਂ ਉੱਥੇ ਰਾਜ ਕਿਸੇ ਨੇ ਕੀਤਾ ਸੈਂਟਰ ਦੇ ਵਿੱਚ, ਪਰ ਇੱਕ ਨਫ਼ਰਤ ਜਿਹੜੀ 2 ਸਟੇਟਾਂ ਦੀ ਫੈਲਾਤੀ ਗਈ। ਉਹ ਤੁਹਾਨੂੰ ਪਾਣੀ ਨਹੀਂ ਦੇਣਾ ਚਾਹੁੰਦੇ, ਅਸੀਂ ਤਾਂ ਤੁਹਾਡੀਆਂ ਟ੍ਰੇਨਾਂ ਨਹੀਂ ਲੰਘਣ ਦੇਣੀਆਂ ਚਾਹੁੰਦੇ। ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਸਾਡਾ ਇੱਕ ਜਿਹੜਾ ਅਸੀਂ ਦਿੱਲੀ ਤੇ ਕਬਜ਼ਾ ਕਰਨ ਗਏ ਸੀ ਬਾਬਾ ਬਘੇਲ ਸਿੰਘ ਤੋਂ ਬਾਅਦ, ਉਸ ਫੌਜ ਦਾ ਹਿੱਸਾ ਬਣ ਕੇ ਉਹਨਾਂ ਨੇ ਮੋਹਰੀ ਭੂਮਿਕਾ ਜਿਹੜੀ ਤੋਪਾਂ ਉਹਨਾਂ ਨੇ ਚਲਾਈਆਂ ਉੱਥੇ, ਜਿਹੜੀਆਂ ਸੈਂਟਰ ਨੇ ਤੋਪਾਂ ਦਾ ਮੂੰਹ ਸਾਡੇ ਵੱਲ ਨੂੰ ਕੀਤੇ ਸੀ ਪਾਣੀ ਦੀਆਂ ਦੇ, ਲੋਕਾਂ ਨੇ ਉਹ ਬਲਡੋਜ਼ਰਾਂ ਨਾਲ ਚੁੱਕ ਕੇ ਉਹਨਾਂ ਦੀ ਸੈਂਟਰ ਦੀਆਂ ਤੋਪਾਂ ਦੇ ਮੂੰਹ ਜਿਹੜੇ ਦਿੱਲੀ ਵੱਲ ਨੂੰ ਕਰਤੇ, ਉਹ ਹਰਿਆਣੇ ਵਾਲਿਆਂ ਦੇ ਹਿੱਸੇ ਆਇਆ ਤੇ ਹਰਿਆਣੇ ਵਾਲੇ ਮੋਹਰੀ ਹੋ ਕੇ ਸਾਨੂੰ ਉੱਥੇ ਲੈ ਕੇ ਗਏ ਆ। ਇਹ ਬਰਾਤ ਸਾਰੀ ਜਿਹੜੀ ਉੱਥੇ ਬੈਠੀ ਹੈ, ਇਹ ਮੋਦੀ ਨੂੰ ਕੋਈ ਨਾ ਕੁਝ ਸਿਖਾ ਕੇ ਲਿਆਉਣਗੇ ਉੱਥੇ। ਸੋ ਇਹ ਹੁਣ ਮੈਂ ਸਮਝਦਾ ਕਿ ਬਹੁਤ ਕੁਝ ਇਸ ਸੰਘਰਸ਼ ਨੇ ਸਾਨੂੰ ਦਿੱਤਾ ਹੈ। ਤੇ ਇੱਕ ਗੱਲ ਮੈਂ ਸੁਣ ਰਿਹਾ ਸੀ, ਸਟੇਜ ਤੋਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਨੂੰ 40 ਸਾਲਾਂ ਲਈ ਹੁਣ
ਲੜਨ ਦਾ ਜੋਗਾ ਤਗੜਿਆ ਕਰ ਦਿੱਤਾ ਇਸ ਸੰਘਰਸ਼ ਨੇ। ਮੈਂ ਸਮਝਦਾ ਕਿ ਪੰਜਾਬ ਦੀ ਉਮਰ ਜਿਹੜੀ ਆ ਜੀ 40 ਸਾਲ ਨਹੀਂ 50 ਸਾਲ ਵੱਧ ਗਈ, ਕਿਉਂਕਿ ਸਾਨੂੰ ਜਿਸ ਤਰੀਕੇ ਨਾਲ ਬਦਨਾਮ ਕੀਤਾ ਜਾ ਰਿਹਾ ਸੀ, ਕਿਉਂਕਿ ਮੀਡੀਆ ਜਿਹੜਾ ਗੋਦੀ ਮੀਡੀਆ ਉਸ ਮੀਡੀਆ ਦੇ ਰਾਹੀਂ ਸਾਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਸੀ ਅੱਜ ਤੋਂ ਕਈ ਸਾਲ ਪਹਿਲਾਂ ਤੋਂ। ਜਿਉਂ 75 ਤੋਂ ਐਮਰਜੈਂਸੀ ਲੱਗੀ ਉਸ ਤੋਂ ਲੈ ਕੇ ਸਾਨੂੰ ਆ ਜਿਹੜੇ 45 ਸਾਲ ਪੂਰੇ ਸਾਨੂੰ ਆਪਣਾ ਬਦਨਾਮ ਕਰਨ ਵਾਸਤੇ ਪੰਜਾਬ ਨੂੰ ਲਾਤੇ ਤੇ ਪੰਜਾਬ ਨੂੰ ਹਰ ਪੱਖ ਤੋਂ ਕਮਜ਼ੋਰ ਕਰਨ ਦੀ ਉਹਨਾਂ ਨੇ ਗੱਲ ਕੀਤੀ। ਤੇ ਮੈਂ ਸਮਝਦਾ ਵੀ ਜਿਹੜਾ ਇਹ ਸੰਘਰਸ਼ ਚੱਲਿਆ ਇਹਨੇ ਪੰਜਾਬ ਦੀ ਉਮਰ 50 ਸਾਲ ਵਧਾਈ ਹੈ ਤੇ ਪੰਜਾਬ ਦੇ ਨੌਜਵਾਨ ਨੂੰ ਜੋਸ਼ ਵੀ ਵੱਧ ਦਿੱਤਾ ਅੱਗੇ ਨਾਲੋਂ। ਸੋ ਬਿਲਕੁਲ ਜਵਾਨੀ ਜੋਸ਼ ਦੇ ਵਿੱਚ ਆ। ਜਵਾਨੀ ਤਾਂ ਹੈ ਹੀ ਹੈ, ਸਾਡੇ ਬਜ਼ੁਰਗ ਜੋਸ਼ 'ਚ ਨੇ, ਉਹ ਬੈਠਕਾਂ ਮਾਰਦੇ ਪਏ ਨੇ, ਡੰਡ ਮਾਰਦੇ ਪਏ ਨੇ। 80 ਸਾਲਾਂ ਦੇ ਬਜ਼ੁਰਗ ਉੱਥੇ ਆਪਣੀ ਤੰਦਰੁਸਤੀ ਦੀ ਆਪਣੀ ਸਿਹਤ ਦੀ ਧਾਕ ਜਮਾ ਰਹੇ ਨੇ। ਸਾਡੀਆਂ ਮਾਵਾਂ ਭੈਣਾਂ ਧੀਆਂ ਸਾਰੀਆਂ ਉੱਥੇ ਜਿਸ ਸੰਘਰਸ਼ ਦੇ ਵਿੱਚ ਨੇ। ਤੇ ਸਾਰਾ ਮੈਂ ਸਮਝਦਾ ਪੰਜਾਬ ਹੀ ਨਹੀਂ ਹੁਣ ਤਾਂ ਸਾਰੀ ਦੁਨੀਆ ਦਾ ਇਨਸਾਨ ਜਿਹੜਾ ਇਸ ਗੱਲ ਵੱਲ ਦੇਖਦਾ ਪਿਆ। ਤੇ ਜਿਹੜਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੀ ਸਪੋਰਟ ਮਿਲੀ ਹੈ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਮੈਂ ਸਮਝਦਾ ਜੀ ਜਿਹੜੀ ਇੰਟਰਨੈਸ਼ਨਲ ਪੱਧਰ ਤੇ ਸਪੋਰਟ ਮਿਲੀ ਆ, ਮੈਂ ਅੱਗੇ ਵੀ 2-3 ਵਾਰੀ ਕਹਿ ਬੈਠਾ ਹਾਂ ਕਿ ਅੱਜ ਇਹ ਸੰਘਰਸ਼ ਦੀ ਰੂਪਰੇਖਾ ਦੇਖੋ ਸਾਡੇ ਪੰਜਾਬ ਦੀ ਨਹੀਂ ਰਹੀ। ਅਸੀਂ ਪੰਜਾਬ ਤੋਂ ਇੱਕ ਸੰਘਰਸ਼ ਸ਼ੁਰੂ ਕੀਤਾ, ਉਹ ਹਿੰਦੁਸਤਾਨ 'ਚ ਫੈਲਿਆ, ਹਿੰਦੁਸਤਾਨ 'ਚੋਂ ਫੈਲਦਾ ਵਰਲਡ ਵਾਈਡ ਸੰਘਰਸ਼ ਬਣ ਗਿਆ। ਤੇ ਉਸ ਨੂੰ ਸਪੋਰਟ ਕਰਨ ਵਾਸਤੇ ਦੁਨੀਆ ਦੀਆਂ ਸਾਰੀਆਂ ਰਾਜਨੀਤਿਕ ਤਾਕਤਾਂ ਜਿਹੜੀਆਂ ਪੱਬਾਂ ਭਾਰ ਹੋਈਆਂ ਬੈਠੀਆਂ ਨੇ। ਅੱਜ ਜੇ ਇੰਗਲੈਂਡ ਦੇ 36 MP ਪਾਰਲੀਮੈਂਟ ਵਿੱਚ ਬੋਲ ਰਹੇ ਨੇ ਇਸ ਸੰਘਰਸ਼ ਦੀ ਸਪੋਰਟ ਤੇ ਵੀ ਜੇ ਸੰਘਰਸ਼ ਨਾ ਥੰਮਿਆ ਗਿਆ ਤੇ ਹਿੰਦੁਸਤਾਨ ਭੁੱਖਾ ਮਰ ਜੂ। ਜੇ ਅੱਜ ਆਸਟ੍ਰੇਲੀਆ ਦੇ MP ਪਾਰਲੀਮੈਂਟ ਵਿੱਚ ਬੋਲ ਰਹੇ ਨੇ, ਉਹ ਕਹਿ ਰਹੇ ਨੇ ਕਿ ਇਹ ਸੰਘਰਸ਼ ਦੀ ਰੂਪਰੇਖਾ ਜਿਹੜੀ ਅਸੀਂ ਪਹਿਲੀ ਵਾਰੀ ਵੇਖੀ ਆ ਕਿ ਐਡਾ ਵੱਡਾ ਸੰਘਰਸ਼ ਜਿਹੜਾ ਵਾਪਰਿਆ। ਅੱਜ UN ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਇਨਸਾਫ ਪਸੰਦ ਜਥੇਬੰਦੀ ਹੈ, ਜਿਹੜੀ ਦੇਸ਼ਾਂ ਨੂੰ ਇਨਸਾਫ ਦਿੰਦੀ ਹੈ। ਮੈਂ ਸਮਝਦਾ ਕਿ 34 ਸਾਲ ਲੜਨ ਵਾਲੇ ਅਫਗਾਨਿਸਤਾਨ ਵਾਸਤੇ UN ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਪਰ ਅੱਜ ਕਿਸਾਨ ਦੇ ਅੰਦੋਲਨ ਵਾਸਤੇ UN ਨੇ ਹਾਂ ਦਾ ਨਾਰਾ ਮਾਰਿਆ। ਤੇ ਇਹਦੇ ਨਾਲ ਮੈਂ ਸਮਝਦਾ ਕਿ ਜਿੱਡਾ ਵੱਡਾ UN ਨੇ ਹਾਂ ਦਾ ਨਾਰਾ ਮਾਰਿਆ, ਉਸ ਤੋਂ ਬਾਅਦ ਇੱਕ ਤਾਕਤ ਰਹਿੰਦੀ ਹੈ ਕੈਨੇਡਾ ਦੀ। ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਲਿਖਤੀ ਕਹਿ ਰਿਹਾ ਹੈ ਕਿ ਇਹ ਕਿਸਾਨਾਂ ਦਾ ਅੰਦੋਲਨ ਜਿਹੜਾ ਦਬਾਇਆ ਨਹੀਂ ਜਾ ਸਕਦਾ, ਇਹ ਇਹਨਾਂ ਦਾ ਅਧਿਕਾਰ ਹੈ, ਮਨੁੱਖੀ ਅਧਿਕਾਰ ਹੈ। ਤੇ ਹਿੰਦੁਸਤਾਨ ਦੇ ਮੂਰਖ ਲੋਕ ਜਿਹੜੇ ਬਾਦਸ਼ਾਹ ਬਣ ਕੇ ਬੈਠੇ ਨੇ ਇਸ ਵੇਲੇ, ਉਹ ਉਹਨਾਂ ਦੇ ਅੰਬੈਸਡਰ ਨੂੰ ਬੁਲਾ ਕੇ ਕਹਿੰਦੇ ਆ ਵੀ ਤੁਸੀਂ ਇਹ ਲਫ਼ਜ਼ ਜਿਹੜੇ ਵਾਪਸ ਲਓ। ਤੇ ਮੈਂ ਸਮਝਦਾ ਕਿ ਉਹਨੇ ਬਹੁਤ ਵੱਡੀ ਦਲੇਰੀ ਕੀਤੀ ਟਰੂਡੋ ਨੇ ਵੀ ਉਹ ਉਹਨਾਂ ਦੇ ਅੰਬੈਸਡਰ ਨੂੰ ਦਾਬਾ ਮਾਰਿਆ। ਉਹਨੇ ਦੁਬਾਰਾ ਫੇਰ ਇਹ ਬਿਆਨ ਦੇ ਦਿੱਤਾ ਵੀ ਨਹੀਂ, ਇਹ ਇਨਸਾਫ ਪਸੰਦ ਲੋਕਾਂ ਦੀ ਗੱਲ ਹੈ, ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਤੇ ਅਸੀਂ ਉਹਨਾਂ ਚਿਰ ਇਹ ਗੱਲ ਕਹਿੰਦੇ ਰਵਾਂਗੇ ਜਿੰਨਾ ਚਿਰ ਮਨੁੱਖੀ ਅਧਿਕਾਰਾਂ ਦਾ ਹਨਨ ਤੁਸੀਂ ਨਹੀਂ ਹਟਦੇ, ਉਹਨਾਂ ਚਿਰ ਇਹ ਉਹਨਾਂ ਦਾ ਰਾਈਟ ਹੈ, ਉਹਨਾਂ ਦਾ ਰਾਈਟ ਇਨਫੋਰਮੇਸ਼ਨ ਰਾਈਟ ਹੈ, ਉਹਨਾਂ ਦਾ ਸਪੀਚ ਰਾਈਟ ਹੈ। ਇਸ ਲਈ ਅਸੀਂ ਉਹਨਾਂ ਦੀ ਜਿਹੜੀ ਸਪੋਰਟ ਹੈ, ਕੈਨੇਡਾ ਸਰਕਾਰ ਜਿਹੜੀ ਹੈ ਉਹ ਡਟ ਕੇ ਸਪੋਰਟ ਕਰ ਰਹੀ ਹੈ ਕਿਸਾਨ ਦੀ। ਤੇ ਮੈਂ ਸਮਝਦਾ ਜੇ ਦੁਨੀਆ ਭਰ ਦੇ ਇੰਨੇ ਵੱਡੇ ਲੋਕਾਂ ਦਾ ਸਾਨੂੰ ਸਪੋਰਟ ਹੋ ਰਹੀ ਹੈ ਤੇ ਮੈਂ ਸਮਝਦਾ ਕਿ ਇਹ ਜਿਹੜਾ ਸੰਘਰਸ਼ ਹੈ ਅੱਜ ਇਕੱਲੇ ਪੰਜਾਬ ਦਾ ਨਹੀਂ ਰਿਹਾ, ਇਹ ਦੁਨੀਆ ਦਾ ਸੰਘਰਸ਼ ਬਣ ਗਿਆ ਤੇ ਉਸ ਹਰ ਧਰਤੀ ਦੇ ਉਸ ਅੰਨਦਾਤੇ ਦਾ ਸੰਘਰਸ਼ ਬਣ ਗਿਆ ਜਿਹੜਾ ਅਨਾਜ ਧਰਤੀ ਤੋਂ ਪੈਦਾ ਕਰਕੇ ਦੁਨੀਆ ਦੇ ਮੂੰਹ ਢਿੱਡ ਪਾਲਦਾ। ਸੋ ਬਿਲਕੁਲ ਇਹ ਸੰਘਰਸ਼ ਹੁਣ ਕੁੱਲ ਦੁਨੀਆ ਦੇ ਇਨਸਾਫ ਪਸੰਦ ਲੋਕਾਂ ਦਾ ਸੰਘਰਸ਼ ਬਣ ਚੁੱਕਾ ਹੈ ਤੇ ਇਹਦੇ ਵਿੱਚ ਜਿੱਤ ਜਿਹੜੀ ਹੈ, ਜਿੱਤ ਸਾਡੀ ਪੱਕੀ ਹੈ। ਅੱਜ ਹੋ ਜੇ, ਕੱਲ ਹੋ ਜੇ, ਭਾਵੇਂ ਪਰਸੋਂ ਹੋ ਜੇ, ਕਿਉਂਕਿ ਇਹ ਗੱਲ ਹੁਣ ਛੁਪੀ ਹੋਈ ਨਹੀਂ ਹੈ। ਇਹ ਹੁਣ ਸਾਰੀ ਹੀ ਦੁਨੀਆ ਦਾ ਆਵਾਮ ਜਿਹੜਾ ਇਸ ਦੇ ਵੱਲ ਦੇਖ ਰਿਹਾ ਤੇ ਸਾਰੇ ਸ਼ਹਿਰੀ ਪਿੰਡੂ ਸਾਰੇ ਹੀ ਵੀਰ ਤੁਰ ਪਏ ਨੇ ਸੰਘਰਸ਼ ਦੇ ਰਾਹ ਦੇ ਉੱਤੇ ਤੇ ਸਾਨੂੰ ਇਨਸਾਫ ਜਿਹੜਾ ਹੈ ਉਹ ਮਿਲੇਗਾ, ਜ਼ਰੂਰ ਮਿਲੇਗਾ। ਸੋ ਕਿਸਾਨ ਤੇ ਕਿਸਾਨ ਨੇਤਾ ਜਿਹੜੇ ਨੇ ਦਿੱਲੀ ਦਾ ਗੇੜਾ ਲਾ ਕੇ ਫਿਰ ਇੱਥੇ ਸੰਘਰਸ਼ ਨੂੰ ਹੋਰ ਲਾਮਬੱਧ ਕਰਦੇ ਪਏ ਨੇ। ਰਣਧੀਰ ਸਿੰਘ ਘੁੰਮਣ ਸਾਹਿਬ ਸਾਡੇ ਨਾਲ ਮੌਜੂਦ ਨੇ। ਤੁਸੀਂ ਹੁਣੇ ਹੀ ਦਿੱਲੀ ਉੱਥੇ ਸਾਰਾ ਦੇਖ ਕੇ ਵੀ ਆਏ ਹੋ, ਉੱਥੇ ਬੋਲ ਕੇ ਵੀ ਆਏ ਹੋ, ਤੇ ਕੀ ਸੁਨੇਹਾ ਦਿੱਲੀ ਦਾ ਤੁਸੀਂ ਦੇਣਾ ਚਾਹੋਗੇ? ਦਿੱਲੀ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਲੋਕ ਵੀਰਾਂ ਘੱਤ ਕੇ ਗਏ ਨੇ, ਸਾਨੂੰ ਲੱਗਦਾ ਹੈ ਵੀ ਦਿੱਲੀ ਜੇ ਉਹ 6 ਲਾਈਨ ਸੜਕ ਨਾ ਹੋਵੇ ਤੇ ਅੰਬਾਲੇ ਤੱਕ ਤੇ ਪਹੁੰਚ ਸਕਦੀ ਆ, ਕਿਉਂਕਿ 15 ਕਿਲੋਮੀਟਰ ਤੋਂ ਲੰਬਾ ਜਿਹੜਾ ਆ ਉਹ ਉੱਥੇ ਜਾਮ ਹੋ ਗਿਆ ਤੇ ਲੋਕਾਂ ਦੇ ਉਤਸ਼ਾਹ। ਅਸੀਂ ਗਏ ਸੀਗੇ ਅੱਜ 10:30 ਵਜੇ ਸਿਰ ਵੇਚ ਕਰਕੇ ਆਏ ਸੀ, ਅੱਜ ਹੀ ਰਾਤ ਤੁਰੇ ਉੱਥੋਂ ਕਿ ਅੱਜ ਦਾ ਇਹ ਧਰਨਾ ਜਿਹੜਾ ਸਫਲ ਕਰਨਾ ਹੈ ਡਿਸਟ੍ਰਿਕਟ ਵਾਈਜ਼, ਕੋਈ ਸਾਰੇ ਬੰਦੇ ਉੱਥੇ ਚਲੇ ਗਏ, ਨਹੀਂ ਤੇ ਉੱਥੇ ਸਾਡਾ ਵਾਪਸ ਆਉਣ ਨੂੰ ਜੀ ਨਹੀਂ ਕਰਦਾ। ਤੇ ਅਸੀਂ ਕੱਲ ਜਾਂ ਪਰਸੋਂ ਫਿਰ ਵਾਪਸ ਦਿੱਲੀ ਜਾ ਰਹੇ ਹਾਂ। ਅੱਛਾ ਜੀ। ਤੇ ਮੁੜਾਂਗੇ ਉਦਣ ਹੀ ਜਿੱਦਣ ਆਵਾਂਗੇ ਵੀ ਜਾਵਾਂਗੇ ਵੀ, ਪਰ ਮੋਦੀ ਨੂੰ ਝੁਕਾ ਕੇ ਹੀ ਜਾਮ ਖੁੱਲੂਗਾ। ਸੋ ਮੋਦੀ ਕਿਸ ਗੱਲ ਦੀ ਅੜੀ ਤੇ ਆ? ਅੱਜ ਦੁਨੀਆ ਦਾ ਇਹੀ ਸਵਾਲ ਮਨਾਂ 'ਚ ਚੱਲਣ ਡਿਆ ਵੀ ਹੁਣ ਗੱਲ ਰਹਿ ਕੀ ਗਈ, ਜਦੋਂ ਸਾਰਾ ਕੁਝ ਉਹ ਮੰਨ ਵੀ ਗਏ ਨੇ ਵੀ ਉਹਦੇ 'ਚ ਤਰੁੱਟੀਆਂ ਨੇ, ਤੇ ਫਿਰ ਹੁਣ ਅੜੀ ਕਿਸ ਗੱਲ ਦੀ ਚੱਲਦੀ ਪਈ? ਕਿਸੇ ਦੇ ਨੌਕਰ ਮਾਲਕ ਨੂੰ ਪੁੱਛਣ ਤੋਂ ਬਗੈਰ ਆਪਣੀ ਮਰਜ਼ੀ ਨਹੀਂ ਕਰ ਸਕਦਾ, ਭਾਵੇਂ ਜਿੰਨਾ ਮਰਜ਼ੀ ਉਹਦਾ ਦਿਮਾਗ ਹੋਵੇ। ਮੋਦੀ ਜਿਹੜਾ ਆ ਅਡਾਨੀ ਤੇ ਅਬਾਨੀ ਦਾ ਨੌਕਰ ਬਣ ਕੇ ਰਹਿ ਰਿਹਾ, ਉਹ ਪ੍ਰਧਾਨ ਮੰਤਰੀ ਨਹੀਂਗਾ। ਉਹਦੇ ਫੈਸਲੇ ਇਦਾਂ ਦੇ ਆ ਰਹੇ ਜਿੱਦਾਂ ਆਪਾਂ 10ਵੀਂ 'ਚ ਪੜ੍ਹਦੇ ਹੁੰਦੇ ਸੀ ਹਿਸਟਰੀ, ਸਿੱਧ ਕਰੋ ਕਿ ਮੁਹੰਮਦ ਤੁਗਲਕ ਪੜ੍ਹਿਆ ਲਿਖਿਆ ਮੂਰਖ ਬਾਦਸ਼ਾਹ ਸੀ, ਕਿਉਂਕਿ ਉਹਦੀਆਂ ਨੀਤੀਆਂ ਦੇਸ਼ ਨੂੰ ਤੋੜਨ ਵਾਲੀਆਂ ਨੇ, ਦੇਸ਼ ਨੂੰ ਬਣਾਉਣ ਵਾਲੀਆਂ ਨਹੀਂ। ਇਸ ਕਰਕੇ
ਜਿਹੜਾ ਮੋਦੀ ਆ ਜਾਂ ਭਾਜਪਾ ਜਥੇਬੰਦੀ ਆ ਉਹਨੂੰ ਵੀ ਖਤਮ ਕਰਕੇ ਜਾਏਗਾ ਤੇ ਆਪਣੇ ਆਪ ਨੂੰ ਵੀ ਖਤਮ ਕਰਕੇ ਜਾਏਗਾ ਤੇ ਅਡਾਨੀ ਬਾਨੀਆਂ ਦਾ ਤਾਂ ਲੋਕਾਂ ਨੇ ਬਿਜ਼ਨਸ ਹੀ ਤਬਾਹ ਕਰ ਦੇਣਾ ਹੈ। ਸੋ ਇਹ ਜਿਹੜੀ ਬਿਜ਼ਨਸ ਵਾਲੀ ਤੁਸੀਂ ਗੱਲ ਕੀਤੀ, ਇਹ ਮੈਂ ਸਮਝਦਾ ਇੱਕ ਬੜਾ ਜਿਹੜਾ ਹੁਣ ਕਿਸਾਨ ਜਥੇਬੰਦੀਆਂ ਨੇ ਅਨਾਉਂਸ ਕੀਤਾ ਕਿ ਅਸੀਂ ਉਹਨਾਂ ਕੰਪਨੀਆਂ ਦਾ ਬਾਈਕਾਟ ਕਰਾਂਗੇ, ਜਿੱਦਾਂ ਪਹਿਲੇ ਸਮੇਂ ਦੇ ਵਿੱਚ ਉਸ ਵੇਲੇ ਆਜ਼ਾਦੀ ਦੇ ਸੰਘਰਸ਼ ਦੌਰਾਨ ਵੀ ਬਾਈਕਾਟ ਕੀਤਾ ਗਿਆ ਸੀ ਬਾਹਰ ਦੀਆਂ ਚੀਜ਼ਾਂ ਦਾ। ਸੋ ਇਹ ਬਾਈਕਾਟ ਦੀ ਪਾਲਿਸੀ ਤੁਸੀਂ ਕੀ ਸਮਝਦੇ ਕਿੰਨੀ ਕਾਮਯਾਬ ਰਹੇਗੀ? ਇਹ ਵੇਖੋ, ਜਦੋਂ ਦੇਸ਼ ਦੀ ਆਜ਼ਾਦੀ ਮਿਲੀ ਆ ਉਹਨਾਂ ਦੇ ਆਪਣਾ ਵਿਦੇਸ਼ੀ ਸਮਾਨ ਦਾ ਜਦੋਂ ਬਾਈਕਾਟ ਕੀਤਾ ਤੇ ਉਹਨਾਂ ਨੂੰ ਘਾਟਾ ਪਿਆ ਕੰਪਨੀਆਂ ਨੂੰ। ਅੱਜ ਵੀ ਅਡਾਨੀ ਅੰਬਾਨੀ ਜਾਂ ਇਹਨਾਂ ਦੇ ਜਿਹੜੇ ਭਾਈਵਾਲ ਹੋਰ ਨੇ, ਜਦੋਂ ਸਮਾਨ ਹੀ ਨਹੀਂ ਵਿਕੂਗਾ ਉਹਨਾਂ ਦੇ 2 ਦਿਨ ਨਹੀਂ ਕੱਢ ਸਕਦੇ। ਕਿਸਾਨ ਤਾਂ 6 ਸਾਲ ਵੀ ਕੱਢ ਲੈਣਗੇ, 6 ਮਹੀਨੇ ਵੀ ਕੱਢ ਲੈਣਗੇ। ਅਸੀਂ ਆਪਣੀ ਜੋਗੀ ਫਸਲ ਜ਼ਰੂਰ ਬੀਜ ਲਵਾਂਗੇ, ਉਹ ਖਾਵਾਂਗੇ। ਅਸੀਂ ਅਚਾਰ ਨਾਲ ਵੀ ਖਾ ਸਕਦੇ ਹਾਂ, ਅਸੀਂ ਲੂਣ ਨਾਲ ਵੀ ਖਾ ਸਕਦੇ, ਕੱਲਾ ਲੂਣ ਹੀ ਮੁੱਲ ਲੈਣਾ ਨਾ, ਪਰ ਇਹਨਾਂ ਨੂੰ ਕੁਝ ਨਹੀਂ ਲੱਭਣਾ। ਸੋ ਬਿਲਕੁਲ ਇਹ ਮੈਂ ਸਮਝਦਾ ਇੱਕ ਸੱਤਿਆਗ੍ਰਹਿ ਜਿਹੜਾ ਵਾ ਚੱਲਦਾ ਪਿਆ ਹੈ ਆਜ਼ਾਦੀ ਤੋਂ ਬਾਅਦ। 2020 ਦਾ ਸੱਤਿਆਗ੍ਰਹਿ ਹੈ, ਇਤਿਹਾਸ ਹੈ। ਇਸ ਚੀਜ਼ ਨੂੰ ਆਪਾਂ ਸੰਭਾਲ ਕੇ ਰੱਖੀਏ। ਇਹ ਜਿਹੜੀਆਂ ਵੀਡੀਓਜ਼ ਨੇ, ਇਸ ਵੇਲੇ ਦੀਆਂ ਵੀਡੀਓਜ਼ ਆ ਰਹੀਆਂ, ਫੋਟੋਆਂ ਆ ਰਹੀਆਂ, ਇਹਨਾਂ ਨੂੰ ਸੰਭਾਲ ਕੇ ਰੱਖੀਏ। ਆਪਾਂ ਆਪਣੀਆਂ ਆਉਂਦੀਆਂ ਪੀੜ੍ਹੀਆਂ ਨੂੰ ਦੱਸਾਂਗੇ ਕਿ 2020 ਦਾ ਜਿਹੜਾ ਸੰਘਰਸ਼ ਹੋਇਆ ਸੀ ਉਹਦੇ ਵਿੱਚ ਕਿਸ ਢੰਗ ਦੇ ਨਾਲ ਪੰਜਾਬੀ ਲਾਮਬੰਦ ਹੋਏ ਸਨ ਤੇ ਕਿਵੇਂ ਪੰਜਾਬੀਆਂ ਨੇ ਆਪਣੇ ਹੱਕ ਮੰਗੇ ਸਨ ਤੇ ਮੰਗੇ ਹੀ ਨਹੀਂ, ਖੋਏ ਵੀ ਸਨ। ਸੋ ਮੈਂ ਸਮਝਦਾ ਕਿ ਹੁਣ ਜਿਹੜਾ ਤੁਹਾਡਾ ਦੁਬਾਰਾ ਉੱਥੇ ਜਾਣ ਦਾ ਜਿਹੜਾ ਪ੍ਰੋਗਰਾਮ ਬਣਦਾ ਪਿਆ ਤੇ ਇਹਦੇ ਵਿੱਚ ਹੁਣ ਕਿਵੇਂ ਇੱਥੋਂ ਜਥੇ ਕਿਸ ਢੰਗ ਦੇ ਨਾਲ ਜਾ ਰਹੇ ਆ? ਅਸੀਂ ਹਰ ਵਾਰੀ 15 ਤੋਂ 20 ਗੱਡੀਆਂ ਜਿਹੜੀਆਂ ਲੈ ਕੇ ਜਾਂਦੇ ਆ ਨਾਲ, ਰਾਸ਼ਨ ਆਪਣਾ ਨਾਲ ਖੜਦੇ ਆ। ਖੈਰ ਲੋੜ ਨਹੀਂ, ਕਿਉਂਕਿ ਦਿੱਲੀ ਦੀ ਸੰਗਤ ਤੇ ਉੱਥੋਂ ਵਾਲੀ ਲੋਕਲ ਸੰਗਤ ਜਿਹੜੀ ਆ, ਜਿੱਥੇ ਨਰੇਲੇ ਸਿੰਭੂ ਬਾਰਡਰ ਦੇ ਨਾਲ ਲੱਗਾ ਹੋਇਆ, ਮੈਂ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦਾ। ਅਸੀਂ ਉੱਥੇ ਬਾਥਰੂਮ ਦੀ ਪ੍ਰੋਬਲਮ ਆ ਰਹੀ ਸੀਗੀ ਤੇ ਅਸੀਂ ਇੱਕ ਪ੍ਰਾਪਰਟੀ ਡੀਲਰ ਕੋਲ ਚਲੇ ਗਏ ਵੀ ਸਾਨੂੰ ਇੱਕ ਕਮਰਾ ਮਿਲ ਜਾਵੇ ਤੇ ਸਾਨੂੰ ਬਾਥਰੂਮ ਸਿੰਘ ਜਿਹੜੇ ਸਾਰੇ ਜਾਇਆ ਕਰਨਗੇ। ਉਹਨਾਂ ਸਾਨੂੰ ਬਾਥਰੂਮ ਵੀ ਵਿਖਾਇਆ ਤੇ ਨਾਲ ਕਿਹਾ ਵੀ ਪੈਸਾ ਵੀ ਕੋਈ ਨਹੀਂ ਲੈਣਾ। ਅੱਛਾ, ਬਲਕਿ ਇੰਨੀ ਹਮਦਰਦੀ। ਤੇ ਮੈਂ ਉਹਨਾਂ ਨੂੰ ਪੁੱਛ ਬੈਠਾ, ਯਾਰ ਤੁਸੀਂ ਬੜੇ ਦੁਖੀ ਹੋਣੇ ਆ, ਕੋਈ ਸਾਰਾ ਜਾਮ ਲੱਗ ਗਿਆ 4 ਸਵੇਰੇ। ਉਹ ਕਹਿੰਦਾ ਨਹੀਂ, ਜੱਟੋ ਜੰਮੇ ਰਹੋ, ਪੰਜਾਬੀਓ ਜੰਮੇ ਰਹੋ ਇੱਥੇ। ਅੱਛਾ, ਸਾਨੂੰ ਅੱਜ ਤੁਸੀਂ ਮੋਦੀ ਢਾਹ ਕੇ ਦੁਬਾਰਾ ਹਟਣਾ ਨਹੀਂ ਤੁਹਾਡੇ ਕੋਲੋਂ। ਇਸ ਕਰਕੇ ਜਿੰਨਾ ਹਰਿਆਣੇ ਵਾਲੇ ਲੋਕ ਸਾਡਾ ਸਾਥ ਦੇ ਰਹੇ ਆ, ਮੈਂ ਤਾਂ ਕੱਲ ਸਟੇਜ ਤੋਂ ਬੋਲਦੇ ਵੀ ਕਿਹਾ ਸੀ ਕਿ ਲੜਾਈ ਜਿਹੜੀ ਆ ਇੱਕ 2 ਧਿਰਾਂ ਦੀ ਆ ਤੇ 2 ਧਿਰਾਂ, ਇੱਕ ਬੰਨੇ ਅਡਾਨੀ ਅੰਬਾਨੀ ਤੇ ਮੋਦੀ, ਇੱਕ ਬੰਨੇ ਪੰਜਾਬ ਹਰਿਆਣਾ ਤੇ ਯੂਪੀ। ਹੁਣ ਲੋਕਾਂ ਨੇ ਵੇਖਣਾ ਵੀ ਪੰਜਾਬ ਹਰਿਆਣਾ ਯੂਪੀ ਵਾਲੇ ਜਿੱਤਣਾ ਹੈ ਕਿ ਅਡਾਨੀ ਤੇ ਅੰਬਾਨੀ ਤੇ ਮੋਦੀ ਨੂੰ ਜਿਤਾਉਣਾ ਹੈ। ਸੋ ਬਿਲਕੁਲ ਲੋਕੀ ਹੁਣ ਗੱਲ ਕਾਫੀ ਹੱਦ ਤੱਕ ਸਮਝ ਚੁੱਕੇ ਨੇ, ਕਿਉਂਕਿ ਅਸੀਂ ਦੇਖਿਆ ਛੋਟੇ ਛੋਟੇ ਬੱਚੇ ਆਪਣੇ ਮਾਪਿਆਂ ਨੂੰ ਕਹਿ ਰਹੇ ਨੇ ਕਿ ਮੇਰੀ ਬੁਗਨੀ ਭੰਨ ਕੇ ਜਿਹੜੇ ਪੈਸੇ ਉਹ ਕਿਸਾਨਾਂ ਦੀ ਸੇਵਾ ਚ ਲਾ ਦਿਓ। ਜਦੋਂ ਗੱਲ ਇੱਥੇ ਤੱਕ ਪਹੁੰਚ ਜੇ ਤੇ ਇਹ ਸੰਘਰਸ਼ ਬਹੁਤ ਅੱਗੇ ਵੱਧ ਚੁੱਕਾ ਹੈ ਤੇ ਜਿਹਦੇ ਅੱਗੇ ਸਰਕਾਰਾਂ ਨੂੰ ਅਕਸਰ ਝੁਕਣਾ ਪੈਂਦਾ ਰਿਹਾ ਤੇ ਮੈਨੂੰ ਲੱਗਦਾ ਸਰਕਾਰ ਹੁਣ ਵੀ ਝੁਕੇਗੀ, ਕਿਉਂਕਿ ਇਹ ਆਵਾਮ ਦੀ ਆਵਾਜ਼ ਜਿਹੜੀ ਬਣ ਚੁੱਕੀ ਹੈ। ਸੋ ਸਾਡੇ ਨਾਲ ਸਾਬਕਾ ਫੌਜੀ ਵੀ ਜੁੜੇ ਨੇ, ਇਸ ਵੇਲੇ ਦਿੱਲੀੋਂ ਹੋ ਕੇ ਆਏ ਨੇ। ਇਹ ਸਾਰੇ ਮੈਡਲ ਵਾਪਸੀ ਦਾ ਜਿਹੜਾ ਸਾਰਾ ਪ੍ਰੋਗਰਾਮ ਸੀ, ਜਿਹੜਾ ਉਹ ਲੀਕਿਆ ਗਿਆ ਸੀ, ਉਹਨੂੰ ਕਾਮਯਾਬ ਕਰਨ ਦੇ ਵਿੱਚ ਬਜ਼ੁਰਗ ਸਾਬਕਾ ਫੌਜੀ ਵੀ ਨੇ ਸਾਡੇ ਨਾਲ। ਸਾਡੇ ਨਾਲ ਸਾਬਕਾ ਸੈਨਿਕ ਸੰਘਰਸ਼ ਕਮੇਟੀ ਉਹਦੇ ਨੈਸ਼ਨਲ ਐਡਵਾਈਜ਼ਰ ਸਾਡੇ ਨਾਲ ਮੌਜੂਦ ਨੇ। ਕੀ ਕਹਿਣਾ ਚਾਹੋਗੇ ਅੱਜ ਇਸ ਸੰਘਰਸ਼ ਦੇ ਬਾਰੇ 'ਚ? ਇਸ ਸੰਘਰਸ਼ ਦੇ ਬਾਰੇ ਜੇ ਅਸੀਂ ਕਿਉਂਕਿ ਅਸੀਂ ਜਿਹੜੇ ਸਾਬਕਾ ਸੈਨਿਕ ਹੈ ਔਰ ਜਾਂ ਜਿਹੜੇ ਸਾਡੇ ਜਵਾਨ ਔਨ ਡਿਊਟੀ ਆ, ਡਿਊਟੀਆਂ ਦੇ ਰਹੇ ਨੇ ਸਰਹੱਦਾਂ ਦੇ ਉੱਤੇ, ਉਹ ਇਹਨਾਂ ਸਾਡੇ ਕਿਸਾਨਾਂ ਦੇ ਬੱਚੇ ਨੇ, ਕਿਸਾਨ ਔਰ ਮਜ਼ਦੂਰਾਂ ਦੇ ਬੱਚੇ ਨੇ, ਗਰੀਬ ਕਿਸਾਨਾਂ ਦੇ ਬੱਚੇ ਨੇ। ਔਰ ਇਸ ਕਰਕੇ ਅਸੀਂ ਜਿਹੜੇ ਸਾਬਕਾ ਸੈਨਿਕ ਅਸੀਂ ਪਹਿਲੇ ਦਿਨ ਤੋਂ ਹੀ ਆਪਣੇ ਕਿਸਾਨ ਸੰਘਰਸ਼ ਦੇ ਵਿੱਚ ਆ ਪੂਰੇ ਪੰਜਾਬ ਦੇ। ਔਰ ਉਹਦੇ ਬਾਅਦ ਅਸੀਂ ਜਦੋਂ ਦਿੱਲੀ ਮੂਵ ਹੋਇਆ ਵਾ, ਅਸੀਂ ਵੀ ਆਪਣੇ ਜਥੇ ਲੈ ਕੇ ਗਏ ਆ ਸੰਭੂ ਬਾਰਡਰ ਦੇ ਉੱਤੇ। ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜੇ ਅਗਰ ਸਾਡਾ ਸੰਭੂ ਬਾਰਡਰ ਤੇ ਅਗਰ ਮੋਰਚਾ ਲੱਗ ਜਾਂਦਾ, ਸਾਨੂੰ ਅੱਗੇ ਨਾ ਜਾਣ ਦਿੱਤਾ ਜਾਂਦਾ, ਕਿਉਂ ਇਹਦਾ ਜਿਹੜਾ ਦਿੱਲੀ ਜਾਣ ਦਾ ਸ੍ਰੇਅ ਵਾ ਕੇਵਲ ਤੇ ਕੇਵਲ ਜਿਹੜੇ ਸਾਡੇ ਹਰਿਆਣਾ ਦੇ ਕਿਸਾਨ ਆ ਜਾਂ ਸਾਡੇ ਸਾਬਕਾ ਸੈਨਿਕ ਵੀ ਬਹੁਤ ਮਦਦ ਆਈ, ਜਾਂ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਨੇ ਹੰਬਲਾ ਮਾਰਿਆ ਤੇ ਅਸੀਂ ਦਿੱਲੀ ਪਹੁੰਚ ਗਏ। ਅਸੀਂ ਦਿੱਲੀ ਪਹੁੰਚਣ ਦੇ ਨਾਲ ਸਾਡਾ ਜਿਹੜਾ ਇਹ ਕਿਸਾਨਾਂ ਦਾ ਮੁੱਦਾ ਸੀਗਾ, ਇਹ ਜੇ ਅਸੀਂ ਸੰਭੂ ਬਾਰਡਰ ਤੇ ਧਰਨੇ ਲਾ ਲੈਂਦੇ ਜਿੱਦਾਂ ਕਿ ਕਿਸਾਨ ਜਥੇਬੰਦੀਆਂ ਦਾ ਫੈਸਲਾ ਸੀਗਾ, ਤੇ ਉਹ ਸਾਡਾ ਪੰਜਾਬ ਲੈਵਲ ਦਾ ਮੁੱਦਾ ਬਣ ਕੇ ਰਹਿ ਜਾਣਾ ਸੀਗਾ। ਔਰ ਇਹਨਾਂ ਨੇ ਸਾਨੂੰ ਜਿਹੜਾ ਵਾ ਆਰਆਰਡੀ ਭੰਡੀ ਪ੍ਰਚਾਰ ਹੋ ਰਿਹਾ ਵਾ ਵੀ ਇਹ ਜਿਹੜੇ ਆ ਇਹ ਖਾਲਿਸਤਾਨੀ ਨੇ, ਫਲਾਣ ਨੇ, ਤੇ ਅਸੀਂ ਅਗਰ ਪੰਜਾਬ ਲੈਵਲ ਦਾ ਮੁੱਦਾ ਰਹਿ ਜਾਂਦਾ ਤੇ ਹੋ ਸਕਦਾ ਜਿਹੜੀਆਂ ਬੁਲੰਦੀਆਂ 'ਚ ਅੱਜ ਮੋਰਚਾ ਗਿਆ ਵਾ ਉਹ ਨਾ ਜਾਂਦਾ, ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੱਤਵਾਦੀ ਕਹਿ ਕੇ ਜਾਂ ਕੁਛ ਵੀ ਕਹਿ ਕੇ ਤੇ ਇਹਨੂੰ ਕੁਚਲ ਦਿੱਤਾ ਜਾਂਦਾ। ਹੁਣ ਜਿਹੜਾ ਇਹ ਦਿੱਲੀ ਦੇ ਬਾਰਡਰ ਤੇ ਚੱਲ ਗਏ ਆ, ਇਹਦਾ ਸ੍ਰੇਅ ਜਿਹੜਾ ਪੂਰਾ ਹਰਿਆਣਾ ਦੇ ਕਿਸਾਨਾਂ ਨੂੰ ਆ ਤੇ ਨੌਜਵਾਨਾਂ ਨੂੰ ਆ, ਜਿਨ੍ਹਾਂ ਨੇ ਉਦਮ ਕਰਕੇ ਬੈਰੀਅਰ ਤੋੜ ਕੇ ਅੱਗੇ ਕੂਚ ਕੀਤਾ। ਤੇ ਉਹਦੇ ਬਾਅਦ ਅਸੀਂ ਅੱਜ ਸਾਬਕਾ ਸੈਨਿਕ ਅਸੀਂ ਕਿਉਂ ਆਪਣੇ ਕਿਸਾਨਾਂ ਦਾ ਸਮਰਥਨ 'ਚ ਆ, ਕਿਉਂਕਿ ਅਸੀਂ ਵੀ ਕਿਸਾਨਾਂ ਦੇ ਬੱਚੇ ਆ। ਉਹ ਸਾਡੇ ਜਿਹੜੇ ਜਵਾਨ ਆ ਉਹ ਵੀ
ਕਿਸਾਨਾਂ ਦੇ ਬੱਚੇ ਨੇ ਤੇ ਅਸੀਂ 3 ਮਹੀਨੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰ ਰਹੇ ਆ। ਉਹ ਸਾਡਾ ਜਿਹੜਾ ਗੁੱਸਾ ਉਦੋਂ ਵਧਿਆ, ਸਾਡੇ ਵਿੱਚ ਰੋਸ ਵਧਿਆ ਕਿ ਸਾਨੂੰ ਇਹ ਜਿਹੜੇ ਮੈਡਲ ਆ ਸਾਡੇ ਇਹ ਕਿਹੜੇ ਕੰਮ ਆ। ਜੇ ਸਾਡੇ ਬਜ਼ੁਰਗ ਜਿਹੜੇ ਆ 3 ਮਹੀਨਿਆਂ ਤੋਂ ਰੇਲਵੇ ਟਰੈਕਾਂ ਤੇ ਰੋ ਰਹੇ ਨੇ, ਮਤਲਬ ਦਿੱਲੀ ਪ੍ਰਦਰਸ਼ਨ ਕਰ ਰਹੇ ਨੇ, ਸਰਕਾਰਾਂ ਤੇ ਕੋਈ ਅਸਰ ਨਹੀਂ ਹੋ ਰਿਹਾ। ਇਸ ਰੋਸ ਵਜੋਂ ਅਸੀਂ ਜਿਹੜਾ ਵਾ ਆਪਣਾ ਪ੍ਰੋਗਰਾਮ ਲਿਖਿਆ 4-5 ਸਟੇਟਾਂ ਦੀ ਸੰਘਰਸ਼ ਕਮੇਟੀ ਨੇ ਕਿ ਆਪਾਂ ਜਿਹੜੇ ਮੈਡਲ ਹੈ ਉਹ ਵਾਪਸ ਕਰਨੇ ਆ। ਅਸੀਂ 8 ਦਸੰਬਰ ਨੂੰ ਆਪਣਾ ਮੈਮੋਰੰਡਮ ਰਾਸ਼ਟਰਪਤੀ ਦਿੱਤਾ, ਰਿਸੀਵ ਵੀ ਕਰਾਇਆ, ਬਲਕਿ ਉਹਦੇ ਬਾਅਦ ਅਸੀਂ ਪਰਮਿਸ਼ਨ ਮੰਗੀ ਸੀ ਕਿ ਸਾਨੂੰ 12 ਦਸੰਬਰ ਦਾ ਟਾਈਮ ਦਿੱਤਾ ਜਾਏ। ਪੂਰੇ ਪੰਜਾਬ ਹਰਿਆਣਾ ਦੇ ਦੂਜੇ ਸਟੇਟਾਂ ਤੋਂ ਵੀ ਜਿਹੜੇ ਸਾਡੇ ਸਾਬਕਾ ਸੈਨਿਕ ਆਉਣਗੇ ਆਪਣੇ ਜਿਹੜੇ ਮੈਡਲ ਆਪਾਂ ਰੋਸ ਵਜੋਂ ਜਮ੍ਹਾਂ ਕਰਾਉਣੇ ਆ ਤੇ ਬਟ ਸਾਨੂੰ ਟਾਈਮ ਤੇ ਦਿੱਤਾ ਨਹੀਂ ਗਿਆ। ਉਲਟਾ ਉੱਥੇ ਸਾਡੇ ਜਿਹੜੇ ਗਿਆ ਹੈਗਾ ਸਾਡਾ ਜਥਾ, ਉਹਨਾਂ ਨੂੰ ਅਰੈਸਟ ਕਰਕੇ ਪੁਲਿਸ ਨੇ ਮੈਮੋਰੰਡਮ ਰਿਸੀਵ ਕਰ ਲਿਆ, ਆਪਣਾ ਰਿਸੀਵ ਸਟੈਂਪ ਵੀ ਲੱਗੀ ਆ ਉਹ ਜਿਹੜਾ ਰਾਸ਼ਟਰਪਤੀ ਦਾ OSD ਹੁੰਦਾ। ਲੇਕਿਨ ਉਹਦੇ ਬਾਅਦ ਸਾਡੇ ਉਹ ਬੰਦਿਆਂ ਨੂੰ ਅਰੈਸਟ ਕਰਕੇ ਉਹਨਾਂ ਨੂੰ 1-2 ਘੰਟੇ ਰੱਖਿਆ ਗਿਆ। ਉਹਦੇ ਬਾਅਦ ਕਿਤੇ ਦੂਰ ਦਰਾੜ ਕਿਤੇ ਗੰਦੇ ਨਾਲੇ ਤੇ ਛੱਡਤਾ। ਉਹ ਜਿਹੜੇ ਬਹੁਤ ਹੀ ਉਹਨਾਂ ਨੇ ਕਿਸੇ ਤਰੀਕੇ ਨਾਲ ਉੱਥੋਂ ਪੈਦਲ ਚੱਲ ਕੇ ਆਪਣੇ ਟਿਕਾਣਿਆਂ ਤੇ ਪਹੁੰਚੇ। ਉਹਦੇ ਬਾਅਦ ਅਸੀਂ ਜਿਹੜਾ ਸਮਾਂ ਮੰਗਿਆ ਸਾਨੂੰ ਜਿਹੜੀ ਕਿਸੇ ਬੇਕਦਰੀ ਕੀਤੀ ਗਈ ਆ, ਮੈਂ ਸਮਝਦਾ ਕਿਉਂਕਿ ਪਹਿਲਾਂ ਮੈਂ ਮਾਫ ਕਰਨਾ ਮੈਂ ਤੁਹਾਡੀ ਗੱਲ ਦੇ ਵਿੱਚ ਇੰਟਰਪਟ ਕੀਤਾ। ਪਹਿਲਾਂ ਉਸੇ ਸਾਰੇ ਸਾਡੇ ਸੰਘਰਸ਼ ਨੂੰ ਕਿਹਾ ਗਿਆ ਅੱਤਵਾਦੀ ਆ ਗਏ ਨੇ, ਹੁਣ ਜੇ ਮੈਡਲ ਵਾਪਸ ਕਰਨ ਗਏ ਨੇ, ਇੱਕ ਰੋਸ ਜ਼ਾਹਰ ਕਰਨ ਗਏ ਨੇ, ਉਹਨਾਂ ਦੀ ਬੇਕਦਰੀ ਜਿਸ ਢੰਗ ਦੇ ਨਾਲ ਤੁਸੀਂ ਦੱਸਦੇ ਪਏ ਕਿ ਗੰਦਿਆਂ ਨਾਲਿਆਂ ਤੇ ਜਾ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ, ਇਹਦੇ ਬਾਰੇ ਕੀ ਸੋਚਦੇ ਤੁਸੀਂ? ਉਹਦੇ ਬਾਰੇ ਫਿਰ ਅਸੀਂ 12 ਤਰੀਕ ਨੂੰ ਆਪਣਾ ਪੂਰੇ ਪੰਜਾਬ ਚੋਂ ਹਰਿਆਣੇ ਤੋਂ ਅਸੀਂ ਮੈਡਲ ਇਕੱਠੇ ਕਰਕੇ ਗਏ ਆ ਉੱਥੇ ਜਥਿਆਂ ਦੇ ਰੂਪ ਦੇ ਵਿੱਚ। ਅਸੀਂ ਜਦੋਂ ਦਿੱਲੀ ਇਨ ਹੋਏ ਆ ਛੋਟੇ ਜਥਿਆਂ 'ਚ, ਲੇਕਿਨ ਉਹ ਜਿਹੜਾ ਦਿੱਲੀ ਪੂਰਾ ਜਿਹੜਾ ਸੀਲ ਕਰ ਲਿਆ ਗਿਆ ਸੀ ਰਾਸ਼ਟਰਪਤੀ ਜਿੱਥੇ ਵੀ ਅਸੀਂ ਥੋੜੇ ਜਥਿਆਂ 'ਚ ਗਏ ਸੀ, ਲੇਕਿਨ ਉੱਥੇ ਸਾਨੂੰ ਅਰੈਸਟ ਕਰਕੇ ਸਾਨੂੰ ਕਿਤੇ ਨਾ ਕਿਤੇ ਇੱਧਰ ਉੱਧਰ ਛੱਡ ਦਿੱਤਾ ਗਿਆ ਪੁਲਿਸ ਦੁਆਰਾ। ਫਿਰ ਅਸੀਂ ਆਪਣਾ ਸਿੰਘੂ ਬਾਰਡਰ ਤੇ ਸਟੇਜ ਤੇ ਆਪਣੇ ਗਏ ਆ, ਉੱਥੇ ਅਸੀਂ ਮੈਸੇਜ ਦਿੱਤਾ ਸਰਕਾਰਾਂ ਨੂੰ ਵੀ ਇਹ ਜਿਨ੍ਹਾਂ ਨੂੰ ਤੁਸੀਂ, ਕਿਉਂਕਿ ਇਹ ਮਸਲਾ ਹੁਣ ਨੈਸ਼ਨਲ ਲੈਵਲ ਦਾ ਮੁੱਦਾ ਬਣ ਚੁੱਕਿਆ ਵਾ, ਇਹਦੇ ਵਿੱਚ ਹਰੇਕ ਸਟੇਟ ਦੇ ਜਿਹੜੇ ਯੂਨੀਅਨ ਲੀਡਰ ਆ, ਸਾਡੇ ਸਾਬਕਾ ਸੈਨਿਕ ਵੀ ਬੜੀ ਮਾਤਰਾ 'ਚ ਆ ਰਹੇ ਨੇ। ਅਸੀਂ ਸਰਕਾਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਕਹਿ ਰਹੇ ਹੋ, ਅਲਗਾਓਵਾਦੀ ਕਹਿ ਰਹੇ ਹੋ, ਉਹਨਾਂ ਦੇ ਹੀ ਬੱਚੇ ਜਿਹੜੇ ਬਾਰਡਰਾਂ ਤੇ ਸ਼ਹੀਦੀਆਂ ਪਾ ਰਹੇ ਨੇ ਦੇਸ਼ ਦੀ ਖਾਤਰ, ਉਹਨਾਂ ਦੇ ਬੱਚੇ ਅਗਰ ਇਹਨਾਂ ਨੂੰ ਅੱਤਵਾਦੀ ਕਹਿ ਰਹੇ ਹੋ ਤੇ ਸਾਨੂੰ ਤੁਸੀਂ ਕੀ ਦਰਜਾ ਦਿਓਗੇ? ਅਸੀਂ ਸਟੇਜ ਦੇ ਉੱਤੋਂ ਅਨਾਉਂਸ ਕੀਤਾ ਵਾ, ਅਸੀਂ ਓਪਨਲੀ ਚੈਲੰਜ ਕੀਤਾ ਸਰਕਾਰ ਨੂੰ ਕਿ ਇਹ ਅਸੀਂ ਕੌਣ ਆ ਫਿਰ ਸਾਬਕਾ ਸੈਨਿਕ, ਜਾਂ ਜਿਹੜੇ ਸਾਡੇ ਨਾਲ ਉੱਥੇ ਕੀਰਤੀ ਚੱਕਰਾ ਵੀ ਇੱਕ ਸੂਬੇਦਾਰ ਚਰਨਜੀਤ ਸਿੰਘ ਹੀਗਾ ਫਿਰੋਜ਼ਪੁਰ ਤੋਂ, ਇੱਕ ਕੀਰਤੀ ਚੱਕਰਾ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਅਵਾਰਡ ਹੁੰਦਾ ਵਾ, ਉਹ ਦੂਜੇ ਨੰਬਰ ਦਾ ਅਵਾਰਡ ਆ। ਕੀਰਤੀ ਚੱਕਰਾ ਵੀ ਸਾਡੇ ਨਾਲ ਹੀਗੇ, ਹੋਰ ਵੀ ਹਜ਼ਾਰਾਂ ਦੇ ਹਿਸਾਬ ਦੀ ਤਾਦਾਦ ਨਾਲ ਸਾਡੇ ਸਾਬਕਾ ਸੈਨਿਕ ਉੱਥੇ ਹੀ ਰੋਸ ਵਜੋਂ। ਲੇਕਿਨ ਸਾਡੇ ਜਿਹੜੇ ਆ ਰਾਸ਼ਟਰਪਤੀ ਨੇ ਸਾਨੂੰ ਅਜੇ ਤੱਕ ਟਾਈਮ ਨਹੀਂ ਦਿੱਤਾ ਤੇ ਅਸੀਂ ਜਿਹੜੇ ਆ ਉੱਥੋਂ। ਮੈਂ ਸਮਝਦਾ ਕਿ ਪ੍ਰੈਸ਼ਰ ਇੱਕ ਬਣਿਆ ਹੋਇਆ ਵਾ, ਕਿਉਂਕਿ ਇਹ ਬੜੀ ਵੱਡੀ ਗੱਲ ਹੈ ਕਿ ਫੌਜ ਜਿਹੜੀ ਆ, ਕਿਉਂਕਿ ਮੈਡਲ ਐਵੇਂ ਤਾਂ ਮਿਲ ਨਹੀਂ ਜਾਂਦੇ, ਆਪਾਂ ਜਾਣਦੇ ਆ ਸਾਰੇ ਕਿ ਮੈਡਲ ਕਮਾਉਣੇ ਪੈਂਦੇ ਨੇ। ਜਿਸਿਆਂ ਦੇ ਵਿੱਚ ਦਮ ਹੋਏ ਤੇ ਫਿਰ ਮੈਡਲ ਮਿਲਦਾ, ਡਿਸਪਲਿਨ ਹੋਏ ਤੇ ਫਿਰ ਮੈਡਲ ਮਿਲਦਾ, ਕੁਰਬਾਨੀ ਹੋਏ ਤੇ ਫਿਰ ਮੈਡਲ ਮਿਲਦਾ। ਸੋ ਉਹ ਮੈਡਲ ਵਾਪਸ ਕਰਨ ਦੇ ਵਾਸਤੇ ਜੇ ਅੱਜ ਸਾਬਕਾ ਸੈਨਿਕ ਜਿਹੜੇ ਨੇ ਤਿਆਰ ਬੈਠੇ ਨੇ, ਸੋ ਇਹ ਆਪਾਂ ਸਮਝ ਸਕਦੇ ਹਾਂ ਕਿ ਸਰਕਾਰਾਂ ਦੇ ਉੱਤੇ ਵੀ, ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਸਾਰਾ ਸੰਘਰਸ਼ ਪਹੁੰਚ ਚੁੱਕਾ। ਅਸੀਂ ਸਰਕਾਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਦੇਸ਼ ਭਗਤੀ ਦਾ ਜਜ਼ਬਾ ਹੈ ਸਾਡੇ ਵਿੱਚ। ਅਸੀਂ ਆਲਰੇਡੀ ਸਾਡੇ ਸਾਥੀ ਆ ਤਿਰੰਗਿਆਂ ਦੇ ਵਿੱਚ ਲਪੇਟ ਕੇ ਆ ਚੁੱਕੇ ਨੇ। ਪ੍ਰੈਜ਼ੀਡੈਂਟ ਵੀ ਸਾਡੇ ਜਿਹੜੇ ਬੇਟੇ ਨੇ ਜਾਂ ਕਿਸਾਨਾਂ ਦੇ ਬੱਚੇ, ਮਜ਼ਦੂਰਾਂ ਦੇ ਬੱਚੇ ਆ, ਉਹ ਦੇਸ਼ ਦੀ ਖਾਤਰ ਸ਼ਹੀਦੀਆਂ ਪਾ ਰਹੇ ਆ। 26 ਤਰੀਕ ਨੂੰ ਅਸੀਂ ਜਦੋਂ ਦਿੱਲੀ ਮੂਵ ਕੀਤਾ, ਇੱਕ ਸਾਡਾ ਜਵਾਨ ਜਿਹੜਾ ਵਾ, ਇੱਕ 19 ਸਾਲ ਦਾ ਬੱਚਾ ਜਿਹੜਾ ਤਰਨਤਾਰਨ ਦਾ ਸੁਖਬੀਰ ਸਿੰਘ, ਉਹ ਸ਼ਹੀਦ ਹੋਇਆ JNK ਦੇ ਵਿੱਚ। ਉਹ ਦੂਸਰੀ ਸਾਈਡ ਉਹਦਾ ਫਾਦਰ ਜਿਹੜਾ ਵਾ, ਉਹ ਧਰਨੇ ਦੇ ਵਿੱਚ ਦਿੱਲੀ ਨੂੰ ਕੂਚ ਕਰਦੇ ਹੋਏ ਉਹਦੇ ਉੱਤੇ ਪਾਣੀ ਦੀਆਂ ਬਸਾਰਾਂ ਮਾਰੀਆਂ ਜਾ ਰਹੀਆਂ ਸੀ। ਅਸੀਂ ਕਦੀ ਇਹ ਜ਼ਿੰਦਗੀ ਸੋਚਿਆ ਨਹੀਂ ਕਿ ਇੱਕ ਬੰਨੇ ਇੱਕ ਜਵਾਨ ਬੱਚਾ ਸਾਡਾ ਸ਼ਹੀਦ ਹੋ ਰਿਹਾ, ਦੂਜੇ ਬੰਨੇ ਉਹਦਾ ਜਿਹੜਾ ਬਜ਼ੁਰਗ ਆ, ਉਹਦਾ ਪਿਤਾ ਵਾ, ਉਹ ਆਪਣੇ ਹੱਕੀ ਮੰਗਾਂ ਵਾਸਤੇ ਉਹ ਸਰਕਾਰ ਉੱਤੇ ਤਸੀਹੇ ਦੇ ਰਹੀ ਆ। ਇਹ ਬੜੀ ਮੰਦਭਾਗੀ ਘਟਨਾ ਵਾ ਤੇ ਇਸ ਕਰਕੇ ਅਸੀਂ ਸਰਕਾਰਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜਾ ਕਿਸਾਨਾਂ ਦਾ ਜਾਇਜ਼ ਮੁੱਦੇ 3 ਆਰਡੀਨੈਂਸ ਪਾਸ ਕੀਤੇ, ਕਾਨੂੰਨ ਪਾਸ ਕੀਤੇ ਨੇ, ਇਹਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਏ, ਕਿਉਂਕਿ ਇਹਦੇ ਨਾਲ ਸਾਡੀ ਸੁਰੱਖਿਆ ਨੂੰ ਵੀ ਖਤਰਾ ਪਹੁੰਚ ਰਿਹਾ ਵਾ। ਸਾਡੇ ਜਿਹੜੇ ਜਵਾਨ ਬਾਰਡਰਾਂ ਤੇ ਡਿਊਟੀਆਂ ਦੇ ਰਹੇ ਨੇ, ਉਹਨਾਂ ਦੇ ਮਨੋਬਲ ਨੂੰ ਵੀ ਕਿਤੇ ਨਾ ਕਿਤੇ ਠੇਸ ਪਹੁੰਚ ਰਹੀ ਆ। ਉਹਨਾਂ ਦਾ ਜਿਹੜਾ ਵਾ ਟੈਨਸ਼ਨ ਹੈ ਉਹਨਾਂ ਦੇ ਦਿਮਾਗਾਂ 'ਚ, ਉਹ ਟੈਨਸ਼ਨ ਦੀ ਵਜ੍ਹਾ ਨਾਲ ਉਹ ਕਿਤੇ ਬਾਰਡਰ ਦੇ ਉੱਤੇ ਦੁਸ਼ਮਣ ਦੇ ਸਾਹਮਣੇ ਕਿਤੇ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਨਾ ਕਰ ਜਾਣ, ਉਹ ਦੇਸ਼ ਦੀ ਸੁਰੱਖਿਆ ਨੂੰ ਖਤਰਾ ਨਾ ਹੋ ਜੇ। ਇਸ ਕਰਕੇ ਮੋਦੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਇਹ ਜਿਹੜਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਵਾ ਕਿਸਾਨਾਂ ਦੇ ਜਿਹੜੇ, ਕਿਉਂਕਿ ਜਿੰਨੇ ਵੀ ਪੂਰੇ ਦੇਸ਼ ਦੇ ਜਵਾਨ ਆ ਸਰਹੱਦਾਂ ਦੇ ਉੱਤੇ ਆ, ਉਹ ਕਿਸਾਨਾਂ ਔਰ ਮਜ਼ਦੂਰਾਂ ਦੇ ਬੱਚੇ ਨੇ, ਉਹਨਾਂ ਦੇ ਉੱਤੇ ਬਹੁਤ ਮਨੋਬਲ ਨੂੰ ਠੇਸ ਪਹੁੰਚ ਰਹੀ ਹੈ। ਮਨੋਬਲ ਨੂੰ ਠੇਸ ਪਹੁੰਚਦੀ। ਆਪਾਂ ਜਾਣਦੇ ਹਾਂ ਕਿ ਪਿੱਛੇ ਜਦੋਂ ਝੜਪ ਹੋਈ ਸੀ ਚਾਈਨਾ ਦੇ ਨਾਲ, ਉਹ ਆਪਣੇ ਪੰਜਾਬ ਦੇ ਹੀ ਬੱਚੇ ਸੀ ਜਿਨ੍ਹਾਂ ਨੇ ਐਸੇ ਕੀਰਤੀਮਾਨ ਕਰਤੇ। ਉਸ ਵੇਲੇ ਤਾਂ ਸਾਰਾ ਹਿੰਦੁਸਤਾਨ ਉਹਨਾਂ ਤੇ ਗਰਵ ਕਰ ਰਿਹਾ ਸੀ, ਪਰ ਮੈਂ ਮਹਿਸੂਸ ਕਰਦਾ ਵਾਂ ਕਿ ਅੱਜ
ਉਹ ਸਾਰਾ ਹਿੰਦੁਸਤਾਨ ਕਿਸਾਨਾਂ ਦੇ ਨਾਲ ਨਹੀਂ ਖੜਾ ਜਿਹਨੂੰ ਕਿ ਖੜਾ ਹੋਣਾ ਚਾਹੀਦਾ। ਸਾਡੇ ਨਾਲ ਬਾਪੂ ਜੀ ਖੜੇ ਨੇ, ਇਹ ਵੀ ਐਕਸ ਆਰਮੀ ਦੇ ਵਿੱਚੋਂ ਨੇ। ਸੋ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸਿੱਖਾਂ ਨੇ 83% ਕੁਰਬਾਨੀਆਂ ਦਿੱਤੀਆਂ, 16.5% ਮੁਸਲਮਾਨਾਂ ਨੇ ਤੇ ਹਿੰਦੂਆਂ ਨੇ ਦਿੱਤੀਆਂ। ਇੰਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਅੱਜ ਸਾਨੂੰ ਕੀ ਮਿਲਿਆ? ਅੱਜ ਵੀ ਸਾਡੇ ਭਰਾ ਬੱਚੇ ਫੌਜ ਦੇ ਵਿੱਚ ਬਾਰਡਰਾਂ ਤੇ ਸ਼ਹੀਦੀਆਂ ਪਾ ਰਹੇ ਨੇ ਤੇ ਬਜ਼ੁਰਗ ਦਿੱਲੀ ਤੇ ਧਰਨੇ ਤੇ ਬੈਠੇ ਨੇ। ਕੀ ਇਹ ਸਰਕਾਰ ਸਾਡੇ ਵਾਸਤੇ ਕੀ ਚੰਗਾ ਸੋਚਿਆ ਹੈ? ਕੀ ਇਹ ਸਾਡੇ ਵਾਸਤੇ ਚੰਗਾ ਸੋਚ ਰਹੀ ਆ? ਅੱਜ ਹਰ ਵਰਗ, ਕਿਸਾਨ, ਮਜ਼ਦੂਰ, ਹਰ ਕਿਰਤੀ ਆਦਮੀ ਜਿਹੜਾ ਉਹ ਇਸ ਕਠਿਨਾਈ ਦੀ ਪੀੜਾ ਝੇਲੇਗਾ, ਝੇਲ ਰਿਹਾ। ਤੇ ਸਰਕਾਰ ਨੂੰ ਸੋਚਣਾ ਚਾਹੀਦਾ, ਇੱਕ ਸਿੱਖ ਨਹੀਂ ਜਾਂ ਇੱਕ ਕਿਸਾਨ ਨਹੀਂ, ਇੱਕ ਮਜ਼ਦੂਰ, ਦੁਕਾਨਦਾਰ, ਆੜਤੀਆ, ਦੇਸ਼ ਦਾ ਹਰ ਵਰਗ ਇਸ ਪੀੜਾ ਦੇ ਵਿੱਚੋਂ ਦੀ ਗੁਜ਼ਰੇਗਾ। ਕਿ ਇਹ ਸਰਕਾਰ ਚੰਗਾ ਕੰਮ ਕਰਦੀ ਆ? ਜੇ ਚੰਗਾ ਕਰਦੀ ਤਾਂ UN ਵਿੱਚ ਇਹ ਗੱਲਾਂ ਰੱਖ ਦੇਵੇ। ਜੇ UN ਇਹਨਾਂ ਨੂੰ ਇਜਾਜ਼ਤ ਕਰ ਦਿੰਦੀ ਆ ਕਿ ਤੁਸੀਂ ਇਹਨਾਂ ਨੂੰ ਤਾਰ ਦੇ, ਜੋ ਕਰ ਰਹੇ ਹੋ ਚੰਗਾ ਕਰ ਰਹੇ ਹੋ, ਤੇ ਅਸੀਂ ਸਵੀਕਾਰ ਕਰ ਲਾਂਗੇ। ਸੋ ਬਿਲਕੁਲ ਮੈਂ ਸਮਝਦਾ ਕਿ ਇੱਕ ਬੜਾ ਹੀ ਕੌਮਾਂਤਰੀ ਪੱਧਰ ਦੇ ਉੱਤੇ ਸਾਰਾ ਸੰਘਰਸ਼ ਪਹੁੰਚ ਚੁੱਕਾ ਹੈ। ਤੇ ਪੰਜਾਬ ਆਪਣੇ ਵਾਸਤੇ ਨਹੀਂ ਲੜਦਾ। ਹਾਂਜੀ, ਪੰਜਾਬ ਆਪਣੇ ਵਾਸਤੇ ਨਹੀਂ ਲੜਦਾ। ਬਾਬੇ ਨਾਨਕ ਦਾ ਉਪਦੇਸ਼ ਆ, ਸਾਂਝੇਵਾਲਤਾ ਦਾ ਉਪਦੇਸ਼ ਆ, ਸਭ ਦੇ ਹੱਕਾਂ ਵਾਸਤੇ ਲੜਦਾ ਔਰ ਲੜਦਾ ਰਹੇਗਾ। ਬਿਲਕੁਲ ਜਦ ਤੱਕ ਸੰਘਰਸ਼ ਚੱਲਦੇ ਰਹਿਣਗੇ, ਸਿੱਖ ਸ਼ਹੀਦੀਆਂ ਪਾਉਂਦੇ ਰਹਿਣਗੇ, ਯਾਦਾਂ ਉਹਨਾਂ ਦੀਆਂ ਬਣਦੀਆਂ ਰਹਿਣਗੀਆਂ। ਅੱਜ ਜਿਹੜਾ ਦਿੱਲੀ ਦੇ ਦੁਆਲੇ ਘੇਰਾ ਪਾਇਆ ਹੋਇਆ ਵਾ, ਕਿਸੇ ਦਿਨ ਨੂੰ ਇਤਿਹਾਸ ਲਿਖਿਆ ਜਾਏਗਾ, ਰਚਿਆ ਜਾਏਗਾ ਔਰ ਦਿੱਲੀ ਦੀਆਂ ਉਹਨਾਂ ਸੜਕਾਂ ਤੇ ਸ਼ਹੀਦ ਸਿੰਘਾਂ ਦੇ ਗੁਰਦੁਆਰੇ ਬਣਨਗੇ ਤੇ ਚਾਰੇ ਪਾਸਿਆਂ ਤੋਂ ਦਿੱਲੀ ਦੇ ਉਹ ਝੰਡੇ ਲੱਗਣਗੇ ਕਿ ਸਿੱਖ ਸੰਘਰਸ਼ ਵਿੱਚ, ਕਿਸਾਨਾਂ ਦੇ ਸੰਘਰਸ਼ ਵਿੱਚ, ਮਜ਼ਦੂਰਾਂ ਦੇ ਸੰਘਰਸ਼ ਵਿੱਚ, ਇਕੱਠ ਨੇ ਵਿੱਚ ਇੰਨੇ ਸਿੱਖ ਸ਼ਹੀਦ ਹੋਏ ਹੀ, ਉਹਨਾਂ ਦੇ ਗੁਰਦੁਆਰੇ ਉੱਥੇ ਬਣੇ ਨੇ, ਉਹਨਾਂ ਦੀਆਂ ਯਾਦਾਂ ਰਹਿਣਗੀਆਂ ਤੇ ਦਿੱਲੀ ਨੂੰ ਪਤਾ ਲੱਗੇਗਾ। ਅੱਗੇ ਇੱਕ ਝੰਡਾ ਨਿਸ਼ਾਨ ਸਾਹਿਬ ਝੁਲਦਾ ਸੀ, ਉਹ ਹਜ਼ਾਰਾਂ ਹੀ ਝੁੱਲਣਗੇ। ਸੋ ਇੱਕ ਉੱਥੇ ਅਸੀਂ ਦੇਖਿਆ ਕਿ ਨੌਜਵਾਨ ਜਿਹੜੇ ਨੇ, ਮੇਰਾ ਰੰਗ ਦੇ ਬਸੰਤੀ ਚੋਲਾ ਮਾਈ ਨੀ ਮੇਰਾ ਰੰਗ ਦੇ ਬਸੰਤੀ ਚੋਲਾ, ਅੱਜ ਇਹ ਸੁਨੇਹੇ ਦੇ ਰਹੇ ਨੇ ਉੱਥੇ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਵਾਨੀ ਦੱਸਦੀ ਪਈ ਹੈ, ਕਿਉਂਕਿ ਇਹ ਜਜ਼ਬਾ ਜਿਹੜਾ ਹੈ ਸਾਡਾ ਉਹੀ ਹੈ ਜਿਹੜਾ 47 ਤੋਂ ਪਹਿਲਾਂ ਸੀ। ਸੋ ਅੱਜ ਵੀ ਉਹੀ ਹੈ। ਸੋ ਇਹ ਸੰਘਰਸ਼ ਆਪਣੀ ਅਗਲੀ ਕਿਸ ਰੂਪ ਰੇਖਾ ਦੇ ਵਿੱਚ ਅੱਗੇ ਵੱਧਦਾ, ਉਹਦੇ ਬਾਰੇ ਹੋਰ ਗੱਲ ਕਰਾਂਗੇ। ਸੋ ਕਿਸਾਨੀ ਸੰਘਰਸ਼ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਡਟੀਆਂ ਹੋਈਆਂ ਨੇ। ਸੋ ਇਹ ਵੀ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਮਿਸਾਲ ਹੈ ਕਿ ਕਰੀਬ 32 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਪੰਜਾਬ ਨਾਲ ਸੰਬੰਧਿਤ, ਤੇ ਕੁੱਲ ਹਿੰਦੁਸਤਾਨ ਦੀ ਜੇ ਗੱਲ ਕਰੀਏ ਤੇ 500 ਦੇ ਕਰੀਬ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਸੰਘਰਸ਼ ਦੇ ਨਾਲ ਜੁੜ ਚੁੱਕੀਆਂ ਨੇ। ਸੋ ਇੱਥੋਂ ਦੇ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਸਾਹਿਬਾਨ ਸਾਡੇ ਨਾਲ ਮੌਜੂਦ ਨੇ, ਇਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ। ਹਾਂਜੀ, ਮੈਂ ਮੱਖਣ ਸਿੰਘ ਕੁਹਾੜ, ਜਮਹੂਰੀ ਕਿਸਾਨ ਸਭਾ ਦਾ ਆਗੂ ਹਾਂ। ਇਹ ਸਾਡਾ ਮੋਰਚਾ ਚੱਲ ਰਿਹਾ 31 ਜਥੇਬੰਦੀਆਂ ਦਾ, ਜ਼ਿਲ੍ਹਾ ਗੁਰਦਾਸਪੁਰ ਦਾ, ਉਹਨਾਂ ਵਿੱਚੋਂ ਇੱਕ ਕਨਵੀਨਰ ਹਾਂ ਮੈਂ। ਅਸੀਂ ਬੇਨਤੀ, ਅੱਜ ਸਾਡਾ ਇੱਥੇ DC ਦਫ਼ਤਰ ਦਾ ਘਰਾਓ ਸੀ, ਬਹੁਤ ਵੱਡੀ ਗਿਣਤੀ 'ਚ ਲੋਕ ਪਹੁੰਚੇ ਨੇ, ਬੜਾ ਉਤਸ਼ਾਹ ਲੋਕਾਂ ਦੇ ਵਿੱਚ। ਇਸੇ ਤਰੀਕੇ ਨਾਲ ਉੱਥੇ ਦਿੱਲੀ ਮੋਰਚਾ ਲੱਗਾ ਹੋਇਆ। ਅਸੀਂ ਜ਼ੋਰਦਾਰ ਢੰਗ ਨਾਲ ਕਹਿਣਾ ਚਾਹੁੰਦੇ ਹਾਂ ਭਈ ਮੋਦੀ ਸਾਹਿਬ ਪ੍ਰਧਾਨ ਮੰਤਰੀ ਨੇ ਸਾਡੇ, ਉਹਨਾਂ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ। ਜਿਹੜੀ ਗੱਲ ਕਿਸਾਨ ਨਹੀਂ ਚਾਹੁੰਦੇ, ਤੁਸੀਂ ਵਧੋ ਵਧੀ ਉਹਨਾਂ ਤੇ ਕਿਉਂ ਠੋਸਦੇ ਹੋ? ਕਿਸਾਨ ਨਹੀਂ ਚਾਹੁੰਦੇ ਸਾਨੂੰ ਇਹ ਜਿੱਦਾਂ ਜਿਸ ਢੰਗ ਨਾਲ ਤੁਸੀਂ ਇਹ ਬਿੱਲ ਕਾਨੂੰਨ ਲਿਆਂਦੇ ਆ, ਸਾਨੂੰ ਨਹੀਂ ਚਾਹੀਦੇ। ਇਹ ਕਾਨੂੰਨ ਸਾਡੇ ਲਈ ਮਾਰੂ ਨੇ। ਤੁਸੀਂ ਕਿਵੇਂ ਕਹੀ ਜਾਂਦੇ ਚੰਗੇ ਨੇ? ਤੁਹਾਨੂੰ ਸਮਝ ਲੈਣਾ ਚਾਹੀਦਾ ਵਾ ਵੀ ਸਮੁੱਚਾ ਹਿੰਦੁਸਤਾਨ ਦਾ ਕਿਸਾਨ ਇਹਦੇ ਖਿਲਾਫ ਉੱਠ ਖਲੋਤਾ ਵਾ। ਇਹਨੂੰ ਫੌਰੀ ਤੌਰ ਤੇ ਵਾਪਸ ਲੈ ਲਓ। ਇਹ ਰਾਜ ਹੱਥ ਚੰਗਾ ਨਹੀਂ ਹੁੰਦਾ, ਬਹੁਤ ਮਾਰੂ ਹੋਊਗਾ, ਤੁਹਾਡੇ ਲਈ ਨੁਕਸਾਨਦੇਹ ਹੋਊਗਾ, ਦੇਸ਼ ਲਈ ਨੁਕਸਾਨਦੇਹ ਹੋਊਗਾ। ਚੰਗੀ ਗੱਲ ਆ, ਕੰਨ ਤੇ ਲਿਖਿਆ ਪੜ੍ਹਿਆ ਜਾਵੇ ਤੇ ਇਹ ਕਾਨੂੰਨ ਵਾਪਸ ਲੈ ਜਾਣ। ਤੇ ਨਾਲ ਹੀ ਆ ਜਿਹੜਾ ਕੀਤਾ ਹੁਣ ਵੀ MSP ਨੂੰ ਖਤਰੇ 'ਚ ਪਾਤਾ ਵਾ, MSP ਨੂੰ ਕਾਨੂੰਨੀ ਰੂਪ ਦਿੱਤਾ ਜਾਵੇ ਤੇ ਇਹਦੀ ਖਰੀਦ ਵੀ ਯਕੀਨੀ ਬਣਾਈ ਜਾਵੇ। ਵਰਨਾ ਅਸੀਂ ਕਿਸੇ ਤਰੀਕੇ ਨਾਲ ਕਿਸਾਨ ਬਹੁਤ ਉਤਸ਼ਾਹ 'ਚ ਨੇ, ਬੜੀ ਵੱਡੀ ਗਿਣਤੀ 'ਚ ਰੋਜ਼ ਪਿੰਡਾਂ ਤੋਂ ਟਰਾਲੀਆਂ ਜਾ ਰਹੀਆਂ ਨੇ, ਗੱਡੀਆਂ ਜਾ ਰਹੀਆਂ ਨੇ। ਜੇ ਇਸ ਨੂੰ ਠੀਕ ਢੰਗ ਨਾਲ ਨਾ ਨਜਿੱਠਿਆ ਤੇ ਇਹਦੇ ਬਹੁਤ ਗੰਭੀਰ ਸਿੱਟੇ ਨਿਕਲਣਗੇ। ਕਿਸਾਨ ਬੰਦਾ ਬਹਾਦਰ ਦਾ ਵਾਰਸ ਵਾ। ਇਹ ਕਿਸਾਨ ਸਾਡੇ ਸ਼ਹੀਦ ਭਗਤ ਸਿੰਘ ਦਾ ਵਾਰਸ ਵਾ, ਇਹ ਸਾਡੇ ਗੁਰੂਆਂ ਦਾ ਵਾਰਸ ਵਾ, ਇਹ ਸਾਡਾ ਗਦਰੀ ਬਾਬਿਆਂ ਦਾ ਵਾਰਸ ਵਾ, ਗੁਰੂ ਕੇ ਬਾਗ ਦੇ ਵਾਰਸ ਨੇ, ਜਾਤੋ ਦੇ ਮੋਰਚੇ ਦੇ ਵਾਰਸ ਨੇ, ਪੰਜਾ ਸਾਹਿਬ ਦੇ ਵਾਰਸ ਨੇ। ਇਹ ਕਦੇ ਪਛਾਣ ਨਹੀਂ ਹਟਣ ਵਾਲੇ। ਸਮੁੱਚਾ ਹਿੰਦੁਸਤਾਨ ਜਦੋਂ ਤੁਰ ਪਿਆ, ਜਿਹਨਾਂ ਆਜ਼ਾਦੀ ਲੈਂਦੀ ਸੀ, ਉਹ ਰਾਜਨੀਤਿਕ ਆਜ਼ਾਦੀ ਸੀ, ਝੂਠੀ ਸੀ। ਹੁਣ ਅਸੀਂ ਆਰਥਿਕ ਆਜ਼ਾਦੀ ਲੈਣੀ ਆ ਤੇ ਜਬਰੀ ਤੇ ਸਾਰੇ ਲੋਕ ਤੁਰ ਪਏ ਨੇ, ਲੈ ਕੇ ਰਹਾਂਗੇ। ਸੋ ਇਹ ਆਰਥਿਕ ਆਜ਼ਾਦੀ ਦਾ ਸੰਘਰਸ਼ ਹੈ। ਬਹੁਤ ਸੋਹਣਾ ਸਾਡੇ ਨਾਲ ਇਹਨਾਂ ਨੇ ਸਾਂਝ ਕੀਤੀ ਹੈ।
ਇੱਕ ਅੰਗਰੇਜ਼ਾਂ ਤੋਂ ਆਜ਼ਾਦੀ ਅਸੀਂ ਉਸ ਵੇਲੇ ਲੈ ਲਈ ਸੀ। ਅੱਜ ਇੱਕ ਗੱਲ ਇਹ ਵੀ ਉੱਠ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਕਿ ਹੁਣ ਕਾਲੇ ਅੰਗਰੇਜ਼ਾਂ ਤੋਂ ਅਸੀਂ ਆਜ਼ਾਦੀ ਲੈਣੀ ਹੈ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੀ? ਵੇਖੋ, ਉਹ ਆਜ਼ਾਦੀ ਜਿਹੜੀ ਸੀ 47 ਵਿੱਚ ਆਈ, ਅਧੂਰੀ ਸੀ ਆਜ਼ਾਦੀ। ਚਿੱਟੇ ਅੰਗਰੇਜ਼ ਚਲ ਗਏ, ਟੋਪ ਚਲ ਗਿਆ ਤੇ ਟੋਪੀ ਆ ਗਈ। ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੋਇਆ। ਉਸੇ ਤਰ੍ਹਾਂ ਹੀ ਕਾਰਪੋਰੇਟ ਸੈਕਟਰ ਉਦੋਂ ਇੱਕ ਕੰਪਨੀ ਸੀ, ਹੁਣ ਅਨੇਕਾਂ ਹੀ ਕੰਪਨੀਆਂ ਆ ਗਈਆਂ। ਉਦੋਂ ਵਿਦੇਸ਼ੀ, ਹੁਣ ਦੇਸੀ ਆ ਗਈਆਂ। ਇਹ ਵਿਦੇਸ਼ਾਂ 'ਚ ਵੀ ਕੰਮ ਕਰਦੀਆਂ। ਇਹ ਬਹੁ ਰਾਸ਼ਟਰੀ ਕੰਪਨੀਆਂ ਦਾ ਦੇਸ਼ ਵਾ, ਅਡਾਨੀ ਅਬਾਨੀ ਦਾ ਦੇਸ਼ ਬਣ ਗਿਆ ਵਾ। ਤੇ ਇਹ ਜਿਹੜਾ ਸਾਡਾ ਨਰਿੰਦਰ ਮੋਦੀ ਆ ਜਾਂ ਬੀਜੇਪੀ ਸਰਕਾਰ ਵਾ, ਉਹਦੀ ਦਲਾਲ ਦੇ ਤੌਰ ਤੇ ਕੰਮ ਕਰ ਰਹੀ ਆ, ਉਹਦੀ ਸੇਵਾਦਾਰ ਬਣ ਕੇ ਕੰਮ ਕਰ ਰਹੀ ਆ। ਇਹ ਬਹੁਤ ਖਤਰਨਾਕ ਰੁਝਾਨ ਵਾ। ਦੇਸ਼ ਲੋਕਾਂ ਦਾ ਵਾ, ਗਰੀਬ ਲੋਕਾਂ ਦਾ ਵਾ, ਕਿੱਦੀਆਂ ਕਿਸਾਨਾਂ ਦਾ ਲੋਕ ਵਾ, ਮਜ਼ਦੂਰਾਂ ਦਾ ਦੇਸ਼ ਵਾ। ਇਹ ਦੇਸ਼ ਅਡਾਨੀਆਂ ਬਾਨੀਆਂ ਟਾਟਿਆਂ ਬਿਰਲਿਆਂ ਦਾ ਜਾਂ ਕਾਰਪੋਰੇਟ ਸੈਕਟਰ ਦਾ ਨਹੀਂ। ਇਸ ਕਰਕੇ ਦੇਸ਼ ਦੇ ਹੱਕਦਾਰ ਉੱਠ ਖਲੋਤੇ ਨੇ। ਉਹ ਦੇਸ਼ ਦੇ ਵਾਰਿਸ, ਅਸਲ ਵਾਰਿਸ ਜਿਹੜੇ ਨੇ, ਉਹਨਾਂ ਨੇ ਦੇਸ਼ ਦਾ ਆਪਣਾ ਹਾਲਾਤ ਆਪਣੇ ਹੱਕ ਵਿੱਚ ਕਰਨੇ ਨੇ। ਅਡਾਨੀਆਂ ਬਾਨੀਆਂ ਤੋਂ ਸਾਰਾ ਕੁਝ ਖੋਹ ਕੇ ਆਵਾਜ਼ ਤੇ ਲੋਕਾਂ ਦੇ ਹੱਕ 'ਚ ਕਰਨਾ ਇਸ ਨੂੰ। ਇਹ ਲੋਕ ਤੁਰ ਪਏ ਨੇ ਹੁਣ। ਜਿਹੜੇ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਕਿਸਾਨ ਜਿਸ ਢੰਗ ਦੇ ਨਾਲ ਲਾਮਬੱਧ ਹੋ ਕੇ ਤੁਰੇ ਨੇ, ਉਹ ਵੀ ਮੋਰਚਿਆਂ ਤੇ ਬੈਠ ਗਏ ਨੇ। ਇਸ ਚੀਜ਼ ਨੂੰ ਤੁਸੀਂ ਕੀ ਕਾਮਯਾਬੀ ਵੇਖਦੇ ਹੋ? ਸਿਰਫ ਹਰਿਆਣਾ ਨਹੀਂ, ਹਰਿਆਣਾ ਪੰਜਾਬ ਤੇ ਹੈ ਹੀ ਸੀਗੇ, ਰਾਜਸਥਾਨ ਵੀ ਸੀ, ਮੱਧ ਪ੍ਰਦੇਸ਼ ਤੋਂ ਆਏ ਨੇ, ਮਹਾਰਾਸ਼ਟਰ ਦੇ ਬੜੇ ਜਥੇ ਟ੍ਰੇਨਾਂ ਵਿੱਚ ਆ ਰਹੇ ਨੇ, ਗੁਜਰਾਤ ਵਿੱਚੋਂ ਆ ਰਹੇ ਨੇ। ਉਹਦੇ ਆਪਣੀ ਸਟੇਟ ਜਿਹੜੀ ਇਹਨਾਂ ਦੀ ਬੀਜੇਪੀ ਦੀ ਸਟੇਟ ਵਾ। ਇਧਰੋਂ ਉੜੀਸਾ ਵਿੱਚੋਂ ਆ ਰਹੇ ਨੇ। ਆਸਾਮ ਦੇ ਨੇ ਲੋਕ ਨੇ, ਉੱਥੇ ਧਰਨਾ ਲਾ ਕੇ ਬੈਠੇ ਨੇ, ਜਿਹੜੇ ਦੂਰ ਦੇ ਨੇ, ਇੱਧਰ ਨਹੀਂ ਆ ਸਕਦੇ। ਸਾਰਾ ਦੇਸ਼ ਤੁਰ ਪਿਆ। ਤਾਮਿਲਨਾਡੂ ਦੇ ਲੋਕ ਆ ਗਏ ਨੇ, ਕਿਸਾਨ ਆ ਗਏ ਨੇ। ਸਿਰਫ ਕਿਸਾਨਾਂ ਦਾ ਹੀ ਨਹੀਂ, ਇਹ ਕਿਸਾਨਾਂ ਮਜ਼ਦੂਰਾਂ ਦਾ ਘੋਲ ਬਣ ਗਿਆ। ਜਿਹੜਾ ਸਟੋਰ ਕਰਨ ਦਾ ਅਧਿਕਾਰ ਦਿੱਤਾ ਵਾ ਸਨ 55 ਵਾਲਾ ਸੋਧ ਕੇ 54 ਵਾਲਾ, ਉਹਦੇ ਵਿੱਚ ਸੋਧ ਕਰਤੀ ਵੀ ਜਿੰਨਾ ਮਰਜ਼ੀ ਅਨਾਜ ਖਾਦ ਪਦਾਰਥ ਹੋਣ, ਜੋ ਮਰਜ਼ੀ ਹੋਵੇ, ਜਿੰਨੇ ਮਰਜ਼ੀ ਆ, ਤੇ ਜਿੰਨਾ ਚਿਰ ਮਰਜ਼ੀ ਤੱਕ ਤੁਸੀਂ ਸਟੋਰ ਕਰ ਸਕਦੇ ਹੋ। ਉਹ ਮਹਿੰਗੇ ਭਾਅ ਲੋਕਾਂ ਨੂੰ ਮਿਲਣੇ, ਬਹੁਤ ਮਹਿੰਗੇ ਭਾਅ। ਲੋਕਾਂ ਦਾ ਕਚੂਮਰ ਨਿਕਲ ਜਾਣਾ ਵਾ, ਖਰੀਦ ਸ਼ਕਤੀ ਖਤਮ ਹੋ ਜਾਣੀ ਆ। ਇਸ ਕਰਕੇ ਹਰ ਹਾਲਤ ਵਿੱਚ ਇਹ ਕਾਨੂੰਨ ਰੱਦ ਕਰਾਉਣੇ। ਤਾਂ ਦੇਸ਼ ਸਮੁੱਚੇ ਹਰਿਆਣੇ ਪੰਜਾਬ ਦਾ ਜਾਂ ਰਾਜਸਥਾਨ ਦਾ ਨਹੀਂ, ਯੂਪੀ ਦੇ ਲੋਕ ਬਹੁਤ ਆਏ ਨੇ। ਸਮੁੱਚੇ ਦੇਸ਼ ਦਾ ਘੋਲ ਬਣ ਗਿਆ ਹੁਣ। ਸੋ ਮੈਂ ਸਮਝਦਾ ਕਿ ਇਹਦੇ ਵਿੱਚ ਆਮ ਇਨਸਾਨ ਨੂੰ ਵੀ ਥੋੜਾ ਅੰਦਾਜ਼ਾ ਹੋਣ ਲੱਗ ਪਿਆ ਵੀ ਅਸਲ 'ਚ ਗੱਲ ਹੈ ਕੀ। ਕਿਉਂਕਿ ਪਹਿਲਾਂ ਤਾਂ ਸਰਕਾਰੀ ਤੌਰ ਦੇ ਉੱਤੇ ਜਿਹੜੀ ਪ੍ਰੋਪੋਗੈਂਡਾ ਹੋਇਆ, ਤੇ ਨਾਲ ਕੁਝ ਮੀਡੀਆ ਐਸਾ ਜਿਹੜਾ ਕਿ ਸਿਰਫ ਸਰਕਾਰ ਦੀ ਹੀ ਜਿਵੇਂ ਸਪੋਕਸਮੈਨ ਬਣਿਆ ਬੈਠਾ, ਉਹ ਐਸਾ ਪ੍ਰਭਾਵ ਦਿੱਤਾ ਗਿਆ ਕਿ ਜਿਹੜਾ ਇਹਨਾਂ ਨੂੰ ਸਮਝ ਹੀ ਨਹੀਂ ਆਈ ਜੀ, ਬੜਾ ਚਿਰ ਸਮਝ ਹੀ ਨਹੀਂ ਆਈ। ਤੇ ਹੁਣ ਉਹੀ ਸਰਕਾਰ ਜਿਹੜੀ ਹੈ ਕਹਿੰਦੀ ਹੈ ਅਸੀਂ ਇਹਦੇ 'ਚ ਇੰਨੀਆਂ ਅਮੈਂਡਮੈਂਟਸ ਕਰਨ ਨੂੰ ਤਿਆਰ ਆ। ਤੇ ਇੱਕ ਜਿਹੜੀ ਵੱਡੀ ਗੱਲ ਆ, ਕਿਉਂਕਿ ਜਦੋਂ ਅਸੈਂਸ਼ੀਅਲ ਕਮਿਊਨਿਟੀ ਐਕਟ ਦੇ ਵਿੱਚ ਜਿਹੜਾ ਬਦਲਾਅ ਆ ਗਿਆ, ਜਦੋਂ ਇਹ ਚੀਜ਼ਾਂ ਅਸੈਂਸ਼ੀਅਲ ਹੀ ਨਾ ਹੋਈਆਂ, ਤੇ ਫਿਰ ਆਪਾਂ ਸਮਝ ਸਕਦੇ ਹਾਂ ਕਿ ਜਿਹੜਾ ਪਿਆਜ਼ ਜਿਹੜਾ 7 ਰੁਪਏ ਖਰੀਦ ਕੇ ਤੇ 70 ਰੁਪਏ ਦਾ ਵਿਕਦਾ, ਸੋ ਸਾਰਾ ਕੁਝ ਹੋਣ ਵਾਲਾ। ਤੁਸੀਂ ਕੀ ਕਹਿਣਾ ਚਾਹੋਗੇ ਪੈਸਾ ਇਹਦੇ ਬਾਰੇ? ਮੈਂ ਤਾਂ ਇਹੋ ਕਹੂੰਗਾ ਵੀ ਜੋ ਕੁਝ ਮੋਦੀ ਕਰ ਰਿਹਾ ਹੈ, ਜਿਵੇਂ ਜਿਹੜੇ ਸਰਕਾਰੀ ਮਹਿਕਮੇ ਉਹ ਪ੍ਰਾਈਵੇਟ ਕਰਨੇ, ਕਿਸਾਨਾਂ ਦਾ ਮੋਰਚਾ ਜਿਹੜਾ ਚੱਲਣ ਦੇ ਆ, ਇਹ ਬਿੱਲ ਜਿਹੜੇ ਆ ਕਾਲੇ ਕਾਨੂੰਨ ਜਿਹੜੇ ਆ ਉਹਨੇ ਲਾਗੂ ਕੀਤੇ, ਉਹਨੂੰ ਵਾਪਸ ਲਏ ਜਾਣ। ਤੇ ਜਿਹੜੇ ਵਿਚਾਰੇ ਠੰਡ 'ਚ ਕਿਸਾਨ ਉੱਥੇ ਬੈਠੇ ਆ, ਉਹਦੇ ਵਿੱਚੋਂ 17 ਬੰਦੇ ਸਾਡੇ ਮਰ ਗਏ ਨੇ, ਉਹਨਾਂ ਬਾਰੇ ਸੋਚੇ। ਬਸ ਇੰਨੇ ਵੀ ਮੋਦੀ ਇਹ ਕਾਨੂੰਨ, ਕਾਲੇ ਕਾਨੂੰਨ ਜਿਹੜੇ ਵਾਪਸ ਲਏ। ਸੋ ਬਿਲਕੁਲ। ਤੁਸੀਂ ਸਰਦਾਰ ਸਾਹਿਬ ਇਸ ਸਾਰੇ ਮਸਲੇ ਬਾਰੇ ਕੀ ਕਹਿੰਦੇ ਹੋ? ਮੈਂ ਤੇ ਇਹੀ ਕਹਾਂਗਾ ਜੀ ਵੀ ਮੋਦੀ ਸਾਹਿਬ ਨੂੰ ਆਪਣੀ ਜਿਹੜੀ ਗੁਲਾਮੀ ਆ ਕਾਰਪੋਰੇਟ ਘਰਾਣਿਆਂ ਦੀ, ਉਹਦੇ ਤੋਂ ਬਾਹਰ ਨਿਕਲ ਕੇ ਤੇ ਦੇਸ਼ ਵਾਸਤੇ ਸੋਚਣਾ ਚਾਹੀਦਾ। ਅੱਜ ਸਾਰਾ ਦੇਸ਼ ਕੁਰਲਾ ਰਿਹਾ, ਔਰ ਇਸ ਜਿਹੜਾ ਸਾਡਾ ਦੇਸ਼ ਖੇਤੀ ਪ੍ਰਧਾਨ ਆ, ਉਹਨੂੰ ਖਤਮ ਕਰਕੇ ਤੇ ਬੇਰੁਜ਼ਗਾਰੀ ਇੰਨੀ ਵੱਧ ਜਾਣੀ ਆ ਕਿ ਦੇਸ਼ ਵਿੱਚ ਅਰਾਜਕਤਾ ਪੈਦਾ ਹੋ ਜਾਣੀ ਆ। ਉਹਨੂੰ ਧਿਆਨ ਵਿੱਚ ਰੱਖਦਿਆਂ ਹਾਂ ਬਿਨਾਂ ਸ਼ਰਤੇ ਸਾਰੇ ਦੇ ਸਾਰੇ ਕਾਨੂੰਨ ਜਿਹੜੇ ਵਾਪਸ ਲੈ ਲੈਣੇ ਚਾਹੀਦੇ। ਸੋ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ, ਕਿਉਂਕਿ ਕਾਨੂੰਨ ਜਿਹੜੇ ਨੇ ਇਹ ਸਾਡੇ ਇਕੱਲੇ ਕਿਸਾਨਾਂ ਦੇ ਵਾਸਤੇ ਮਾਰੂ ਨਹੀਂ, ਇਨਸਾਨਾਂ ਦੇ ਵਾਸਤੇ ਵੀ ਮਾਰੂ ਨੇ। ਭਾਈ ਸਾਹਿਬ ਤੋਂ ਸੁਣਦੇ ਜੀ। ਮੇਰਾ ਨਾਮ ਸੁਰਿੰਦਰਪਾਲ ਧਾਰੀਵਾਲ ਭੋਜੇ ਦਾ। ਹਾਂਜੀ, ਇਹ ਜਿਹੜੇ ਬਿੱਲ 3 ਨੇ, ਇਹ ਸਾਡੇ ਤੇ ਬਦੋ ਬਦੀ ਥੋਪਣ ਡਿਆ ਵਾ। ਜਿਹੜੀ ਸਵਾਮੀ ਰੰਗਾਨਾਥ ਦੀ ਰਿਪੋਰਟ ਜਿਹੜੀ ਕਹਿੰਦਾ ਸੀ ਮੈਂ ਲਾਗੂ ਕਰੂੰਗਾ, ਇਹਨੇ ਚੋਣ ਮੈਨੀਫੈਸਟੋ ਵਿੱਚ ਲਿਖੀ, ਉਹਦੇ ਤੋਂ ਤੇ ਇਹ ਭੱਜ ਗਿਆ, ਸੁਪਰੀਮ ਕੋਰਟ 'ਚ ਲਿਖ ਕੇ ਆਇਆ ਵੀ ਮੈਂ ਨਹੀਂ ਇਹ ਲਾਗੂ ਕਰ ਸਕਦਾ। ਤੇ ਬਿੱਲ ਜਿਹੜੇ ਸਾਡੇ ਉੱਤੇ ਧੱਕੇ ਨਾਲ ਡਿਆ ਦੇਣ, ਇਹਦਾ ਦੇਣ ਦਾ ਕੀ ਅਧਿਕਾਰ ਆ? ਬਿਲਕੁਲ ਸਰਾਸਰ ਸਾਡੇ ਉੱਤੇ ਧੱਕੇਸ਼ਾਹੀ ਕਰਦਾ ਵਾ। ਇਹ ਧੱਕੇ ਇੱਦਾਂ ਦੀਆਂ ਇਹਦੀਆਂ ਜਿਹੜੀਆਂ ਮਨ ਦੀ ਬਾਤ
ਇੱਕ ਬੱਚਾ ਤੇ ਸ਼ਦਾਈ ਆਦਮੀ ਜਿਹੜਾ ਨਾ ਉਹ ਕਰਦਾ ਵਾ, ਜਿਹੜਾ ਸਿਆਣਾ ਬੰਦਾ ਵਾ ਉਹ ਸੰਵਾਦ ਰਚਦਾ ਵਾ। ਇਹ ਸੰਵਾਦ ਰਚਣ ਵਾਲਾ ਹੋਏ, ਸਾਰੇ ਖੇਤੀਬਾੜੀ ਦੇ ਮਹਿਰਾਂ ਨਾਲ ਗੱਲ ਕਰੇ, ਇਹ ਕਿਸਾਨਾਂ ਨਾਲ ਗੱਲ ਕਰੇ। ਇਸ ਦੇਸ਼ ਵਿੱਚ ਬੜੇ ਬੜੇ ਸਿਆਣੇ ਲੋਕ ਨੇ ਜਿਨ੍ਹਾਂ ਨਾਲ ਗੱਲ ਕਰ ਸਕਦਾ। ਜੇ ਕੁਝ ਨਹੀਂ ਤੇ ਮੇਰੇ ਵਰਗੇ ਸਧਾਰਨ ਬੰਦੇ ਨੂੰ ਪੁੱਛ ਕੇ ਵੇਖ ਲਵੇ ਵੀ ਇਹਦੀਆਂ ਕੀ ਕਰਤੂਤਾਂ ਨੇ। ਇਹ ਕੋਈ ਕੰਮ, ਇਹ ਕੋਈ ਦੇਸ਼ ਦੇ ਲੋਕਾਂ ਦਾ ਕੰਮ ਨਹੀਂ, ਇਹ ਕਾਲੇ ਅੰਗਰੇਜ਼ਾਂ ਵਾਲੇ ਕਾਨੂੰਨ ਨੇ ਘੜੇ ਨੇ। ਇਹ ਕਾਨੂੰਨ ਬਿਲਕੁਲ ਸਾਡੇ ਦੇਸ਼ ਦੇ, ਪੂਰੇ ਦੇਸ਼ ਦੇ ਕਿਸਾਨ, ਮਜ਼ਦੂਰ, ਹਰ ਜਥੇਬੰਦੀ ਦੇ ਲੋਕ, ਇੱਕ ਸਰਮਾਏਦਾਰਾਂ ਤੋਂ ਬਗੈਰ ਹਰ ਲੋਕ ਇਹਦਾ ਵਿਰੋਧ ਕਰਦੇ ਨੇ ਤੇ ਮੂੰਹ ਤੋੜਵਾ ਜਵਾਬ ਦੇਣਗੇ। ਅਸੀਂ ਮਰਦੇ ਦਮ ਤੱਕ ਲੜਦੇ ਆ ਤੇ ਲੜਦੇ ਰਵਾਂਗੇ, ਇਹਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ। ਇਹਨਾਂ ਸ਼ਬਦਾਂ ਨਾਲ ਖਿਮਾ ਮੰਗਦਾ ਮੈਂ। ਸੋ ਬਿਲਕੁਲ ਬੜੇ ਜੋਸ਼ ਦੇ ਵਿੱਚ ਵੀਰ ਨੇ ਸਾਰੀ ਗੱਲ ਸਾਂਝੀ ਕੀਤੀ ਹੈ। ਸੋ ਭਾਈ ਸਾਹਿਬ ਹੋਰੀ ਸਾਡੇ ਨਾਲ ਨੇ, ਕਿਉਂਕਿ ਪੂਰਾ ਆਵਾਮ, ਪੂਰੀ ਇਨਸਾਨੀਅਤ ਜਿਹੜੀ ਹੈ ਉਹ ਦੇਖਦੀ ਪਈ ਹੈ। ਮੈਂ ਦੇਖ ਰਿਹਾ ਸੀਗਾ ਕਿ ਇੱਕ ਛੋਟੀ ਜਿਹੀ ਬੱਚੀ ਨੇ ਆਪਣੇ ਪਾਪਾ ਨੂੰ ਭੇਜਿਆ ਜਿਹੜੀ ਕਿ ਹਿੰਦੂ ਫੈਮਿਲੀ ਤੋਂ ਸੀ। ਉਹਨੇ ਕਿਹਾ ਵੀ ਮੇਰੀ ਬੁਗਣੀ ਤੋੜ ਕੇ ਤੇ ਇਹਦੇ ਪੈਸੇ ਕੱਢ ਕੇ ਤੇ ਉੱਥੇ ਜਿਹੜੇ ਸੰਘਰਸ਼ ਕਰਦੇ ਪਏ ਨੇ ਉਹਨਾਂ ਦੇ ਵਾਸਤੇ ਸੇਵਾ 'ਚ ਪਾ ਦਿਓ। ਜਦੋਂ ਗੱਲ ਇੱਥੇ ਪਹੁੰਚ ਜਾਏ ਤੇ ਮੈਂ ਸਮਝਦਾ ਕਿ ਇਹ ਬੜੀ ਵੱਡੀ ਗੱਲ ਹੋ ਜਾਂਦੀ ਹੈ। ਇਹ ਭਾਈ ਸਾਹਿਬ ਹੋਰਾਂ ਪਾਸੋਂ ਸੁਣਦੇ ਜੀ। ਇਹ ਜੋ ਸੰਘਰਸ਼ ਚੱਲ ਰਿਹਾ ਵਾ, ਜਿਹੜਾ ਸਾਡੀਆਂ ਕਿਸਾਨ ਜਥੇਬੰਦੀਆਂ ਤੇ ਸਮੁੱਚਾ ਦੇਸ਼ ਦਿੱਲੀ ਵਿੱਚ ਬਹਿ ਕੇ ਸੰਘਰਸ਼ ਲੜ ਰਿਹਾ ਵਾ, ਉਹਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਉਹ ਬੇਸਿੱਟਾ ਰਹੀਆਂ ਤੇ ਅਜੇ ਵੀ ਇਹ ਉਹਨਾਂ ਤੋਂ ਮੋਦੀ ਨੇ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ ਤੇ ਉਹ ਕਹਿ ਰਿਹਾ ਵੀ ਅਸੀਂ 700 ਮੀਟਿੰਗਾਂ ਪੰਜਾਬ ਹਰਿਆਣੇ ਦੇ ਕਿਸਾਨਾਂ ਪਿੰਡਾਂ ਦੇ ਵਿੱਚ ਕਰਾਂਗੇ ਤੇ ਲੋਕਾਂ ਨੂੰ ਸਮਝਾਵਾਂਗੇ ਵੀ ਇਹ ਜਿਹੜਾ ਅਸੀਂ ਕਾਨੂੰਨ ਲੈ ਕੇ ਆਏ ਆ ਇਹਦਾ ਲਾਭ ਕੀ ਆ। ਤੇ ਜੇ ਇਹ ਪੰਜਾਬ ਦੇ ਵਿੱਚ ਇਹ ਮੀਟਿੰਗਾਂ ਕਰਨਗੇ ਜਾਂ ਹਰਿਆਣੇ 'ਚ ਕਰਨਗੇ ਤੇ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ, ਜਿੱਦਾਂ ਅੱਗੇ ਕਰਦੇ ਆ ਉਸੇ ਤਰੀਕੇ ਨਾਲ ਹੀ ਕਰਾਂਗੇ। ਸਾਰੇ ਕਿਸਾਨ ਤੇ ਦਿੱਲੀ ਜਾ ਕੇ ਬੈਠੇ ਆ ਤੇ ਇੱਥੇ ਕਿਹੜੇ ਪਿਓ ਨਾਲ ਇਹਨੇ ਮੀਟਿੰਗਾਂ ਕਰਨੀਆਂ ਨੇ। ਇਦਾਂ ਦੇ ਮਤਲਬ ਬਹਿਕਾਵੇ ਵਿੱਚ ਚੱਲ ਰਿਹਾ ਏ। ਬਾਕੀ ਗੱਲ ਆ ਵੀ ਇਹ ਵੀ ਸਾਨੂੰ ਇਹਨਾਂ ਅਹਿਸਾਸ ਕਰਾ ਦਿੱਤਾ ਵੀ 1947 ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ ਤੇ ਸਾਡੇ ਜਿਹੜੇ ਕੌਮ ਦੇ, ਸਾਡੇ ਜਿਹੜੇ ਪੰਜਾਬ ਦੀ ਅਗਵਾਈ ਕਰਨ ਵਾਲੇ ਆਗੂ ਸੀਗੇ, ਉਹਨਾਂ ਨੇ ਜੋ ਗਲਤੀਆਂ ਕੀਤੀਆਂ ਉਹ ਗਲਤੀਆਂ ਦਾ ਸਾਨੂੰ ਇਹਨਾਂ ਅਹਿਸਾਸ ਕਰਾਤਾ ਵੀ ਅਸੀਂ ਅੱਜ ਵੀ ਇਸ ਦੇਸ਼ 'ਚ ਇੱਕ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਇਸ ਚੀਜ਼ ਦਾ ਇਥੋਂ ਇਹੋ ਮੈਸੇਜ ਜਾਂਦਾ ਵੀ ਵੇਖੋ ਲੱਖਾਂ ਦੀ ਤਾਦਾਦ ਵਿੱਚ ਅਸੀਂ ਪੰਜਾਬ ਤੋਂ ਤੁਰੇ ਸੀਗੇ ਤੇ ਦਿੱਲੀ ਜਾ ਕੇ ਬੈਠੇ ਆ ਤੇ ਉਹ ਸਰਕਾਰ ਸਾਡੀ ਗੱਲ ਹੀ ਨਾ ਸੁਣੇ ਤੇ ਜਿਹਨੂੰ ਆਂਦਾ ਤਾਂ ਕਿਹਾ ਜਾਂਦਾ ਉਹ ਸੜਕਾਂ ਤੇ ਬੈਠ ਕੇ ਤੇ ਆਪਣੇ ਹੱਕਾਂ ਵਾਸਤੇ ਆਵਾਜ਼ ਉਠਾਵੇ ਤੇ ਸਰਕਾਰ ਕਹੇ ਵੀ ਇਹ ਪਾਕਿਸਤਾਨੀ ਨੇ, ਇਹ ਚੀਨੀ ਨੇ, ਇਹ ਖਾਲਿਸਤਾਨੀ ਨੇ, ਇਹ ਅਤਵਾਦੀ ਨੇ, ਇਦਾਂ ਦੀਆਂ ਉਲਟੀਆਂ ਗੱਲਾਂ ਕੀਤੀਆਂ ਜਾਣ ਤੇ ਉੱਥੋਂ ਅਹਿਸਾਸ ਹੁੰਦਾ ਵੀ ਸਾਡੇ ਜਿਹੜੇ ਪੂਰਵ ਜੀ ਸੀਗੇ, ਜਿਹੜੇ ਸਾਡੇ ਉਸ ਟਾਈਮ ਦੇ ਨੇਤਾ ਸੀ ਆਜ਼ਾਦੀ ਦੇ ਟਾਈਮ ਦੇ, ਉਹਨਾਂ ਬਹੁਤ ਵੱਡੀ ਗਲਤੀ ਕੀਤੀ। ਜੇ ਉਦੋਂ ਅਸੀਂ ਆਜ਼ਾਦ ਹੁੰਦੇ ਤੇ ਅੱਜ ਸਾਨੂੰ ਕਾਹਨੂੰ ਇਹ ਗੱਲਾਂ ਸੁਣਨੀਆਂ ਪੈਂਦੀਆਂ। ਤੇ ਜਿਹੜੀਆਂ ਗੱਲਾਂ ਇਹ ਕਰਦੇ ਆ ਇਹ ਉਹ ਗੱਲਾਂ ਦਾ ਸਾਨੂੰ ਇਹ ਅਹਿਸਾਸ ਕਰਾ ਰਿਹਾ ਵੀ ਜੋ ਸਾਡੇ ਪਿਛਲਿਆਂ ਦੀਆਂ ਗਲਤੀਆਂ ਸੀਗੀਆਂ ਉਹ ਗਲਤੀਆਂ ਦਾ ਸਾਨੂੰ ਅਹਿਸਾਸ ਹੋ ਰਿਹਾ ਵੀ ਉਹ ਜੇ ਸਾਨੂੰ ਉਸ ਮੌਕੇ ਅਸੀਂ ਆਪਣਾ ਵੱਖਰਾ ਦੇਸ਼ ਬਣਾਇਆ ਹੁੰਦਾ ਤੇ ਅੱਜ ਸਾਨੂੰ ਕਾਹਨੂੰ ਇਹਨਾਂ ਇਹੋ ਜਿਹਾ ਗੁਲਾਮੀ ਵਾਲਾ ਜੀਵਨ ਬਤੀਤ ਕਰਨਾ। ਇਹ ਗੱਲ ਦਾ ਅਹਿਸਾਸ ਲੋਕ ਮਨਾਂ ਦੇ ਵਿੱਚ ਆਉਣਾ ਮੈਂ ਸਮਝਦਾ ਇਹ ਸਰਕਾਰਾਂ ਦੀ ਇੱਕ ਬੜੀ ਵੱਡੀ ਨਾਕਾਮੀ ਕਹੀ ਜਾ ਸਕਦੀ ਹੈ। ਸਰਦਾਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਇਸ ਸੰਘਰਸ਼ ਨੂੰ, ਕਿੱਥੇ ਪਹੁੰਚਿਆ ਜੀ? ਮੈਂ ਇਹ ਸਮਝਦਾ ਕਿ ਇਹ ਸੰਘਰਸ਼, ਕਿਸਾਨੀ ਸੰਘਰਸ਼ ਜਿਹੜਾ ਆਪਣੇ ਹੱਕਾਂ ਲਈ ਲੜ ਰਿਹਾ ਉਹ ਪੂਰਾ ਪੀਕ ਤੇ ਪਹੁੰਚਿਆ ਹੋਇਆ। ਪਰ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਕਿਸਾਨਾਂ ਦੇ ਬਜ਼ੁਰਗ, ਕਿਸਾਨ ਜਥੇਬੰਦੀਆਂ, ਨੌਜਵਾਨ, ਕਿਸਾਨਾਂ ਦੀਆਂ ਮਹਿਲਾਵਾਂ, ਬੱਚੇ, ਮਜ਼ਦੂਰ ਸਾਰੇ ਦਿੱਲੀ ਵਿੱਚ ਠੰਡ 'ਚ ਰੋ ਰਹੇ ਆ ਤੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਅਡਾਨੀ ਦੇ ਪੋਤਰੇ ਦੀ ਵਧਾਈ ਦੇਣ ਘਰ ਜਾ ਰਿਹਾ, ਜਿਹੜੀ ਬਹੁਤ ਸ਼ਰਮ ਵਾਲੀ ਗੱਲ ਆ। ਅਸੀਂ ਕਹਿੰਦੇ ਆ ਕਿ ਬੀਜੇਪੀ ਸਰਕਾਰ ਜਿਹੜੀ ਆ ਅਡਾਨੀ ਬਾਨੀ ਦੇ ਵਿਚੋਲੀਆ ਬਣ ਕੇ ਗੱਲ ਕਰ ਰਹੀ ਆ, ਨਾ ਕਿ ਇਹ ਲੋਕਾਂ ਦੀ ਸਰਕਾਰ ਆ ਸਿਰਫ ਅਡਾਨੀ ਬਾਨੀ ਦੀ ਵਿਚੋਲੀਆ ਦੇ ਤੌਰ ਤੇ ਕੰਮ ਕਰ ਰਹੀ ਆ ਔਰ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਉਹ ਰਜਾ ਰਹੀ ਆ, ਦੇਸ਼ ਤੇ ਲੋਕਾਂ ਨੂੰ ਜਿਹੜਾ ਉਹ ਦਿਨੋਂ ਦਿਨ ਮਾਰ ਰਹੀ ਆ। ਅਸੀਂ ਫਿਰ ਇਹ ਗੱਲ ਮੋਦੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਕਿਸਾਨਾਂ ਦੀ ਗੱਲ ਸੁਣੀ ਜਾਏ ਔਰ ਸਾਰੇ ਕਾਲੇ ਕਾਨੂੰਨ ਜਿਹੜੇ ਆ ਉਹ ਰੱਦ ਕੀਤੇ ਜਾਣ ਤਾਂ ਕਿ ਪੰਜਾਬ ਔਰ ਸਮੁੱਚੇ ਦੇਸ਼ ਦੇ ਲੋਕਾਂ ਦਾ ਜਿਹੜਾ ਉਹ ਭਲਾ ਹੋ ਸਕੇ। ਸੋ ਬਿਲਕੁਲ ਇਹਦੇ ਵਿੱਚ ਹੀ ਮੁਲਕ ਦਾ ਭਲਾ ਹੈ। ਇਹ ਕਾਲੇ ਕਾਨੂੰਨ ਰੱਦ ਹੋਣ ਤੇ ਲੋਕਾਂ ਦੀ ਜਿਵੇਂ ਕਿ ਸੰਵਾਦ ਕਰਕੇ, ਵਿਚਾਰਾਂ ਕਰਕੇ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਜਿਹੜੇ ਵੀ ਕੋਈ ਕੰਮ ਕਰਨਾ, ਕਿਉਂਕਿ ਇਹ ਡੈਮੋਕ੍ਰੇਸੀ, ਇੱਥੇ ਤਾਨਾਸ਼ਾਹੀ ਜਾਂ ਕੋਈ ਰਜਵਾੜਿਆਂ ਦਾ ਰਾਜ ਵਾਲੀ ਗੱਲ ਨਹੀਂ ਹੈ।
ਸੋ ਸਰਕਾਰਾਂ ਨੂੰ ਇਹ ਸਾਰਾ ਕੁਝ ਹੁਣ ਸੋਚਣਾ ਬਣਦਾ ਹੈ। ਸੋ ਇੱਕ ਹੋਰ ਸਾਡੇ ਨਾਲ ਕਿਸਾਨ ਮੌਜੂਦ ਨੇ। 26 ਤਰੀਕ ਨੂੰ ਵੀ ਇਹਨਾਂ ਨੇ ਹਿੱਸਾ ਲਿਆ ਸੀ ਸੰਘਰਸ਼ 'ਚ, ਅੱਜ ਵੀ ਇੱਥੇ ਮੋਰਚੇ ਤੇ ਪਹੁੰਚੇ ਨੇ। ਕੀ ਕਹਿਣਾ ਚਾਹੁੰਦੇ ਜੀ? ਪਹਿਲਾਂ ਵੀ ਤੁਹਾਡੇ ਸੰਗਤ ਜਿਹੜਾ ਟੀਵੀ ਚੈਨਲ ਤੋਂ ਬਹੁਤ ਬਹੁਤ ਵਧਾਈਆਂ। ਜਿਹੜੇ ਬਟਾਲੇ ਤੋਂ ਸ਼ੁਰੂਆਤ ਅਸੀਂ ਕੀਤੀ ਸੀ 26 ਸਤੰਬਰ ਨੂੰ, ਉਦੋਂ ਵੀ ਤੁਸੀਂ ਜਿਹੜਾ ਛੋਟੇ ਘੁੰਮਣ ਵਾਲੇ ਬਾਬਾ ਜੀ ਜਿਹੜੇ ਉਹਨਾਂ ਵੀ ਲੰਗਰਾਂ ਦੀ ਉਦੋਂ ਤੋਂ ਬਹੁਤ ਸ਼ੁਰੂਆਤ ਕੀਤੀ ਸੀ। ਗੱਲ ਚੱਲੀ ਕੋਆਪਰੇਟ ਘਰਾਣਿਆਂ ਦੀ। ਇਹ ਜਿਹੜਾ ਜੀ ਸਰਕਾਰਾਂ ਪਤਾ ਸਾਨੂੰ ਜਿਹੜਾ ਅਵੇਅਰਨੈਸ ਜਿਹੜੀ ਆ ਨੌਜਵਾਨਾਂ ਨੂੰ ਜਿਹੜੀ ਆ ਹੁਣ ਜਿਹੜੇ ਸਾਡੇ ਬੱਚਿਆਂ ਨੂੰ ਜਿਹੜੀ ਹੁਣ ਆਈ ਆ ਉਹਨਾਂ ਨੇ ਆਪਣੇ ਬਜ਼ੁਰਗਾਂ ਤੱਕ ਪਹੁੰਚਾਈ ਆ। ਇਹ ਜਿਹੜੀ ਸ਼ੁਰੂਆਤ ਹੈ ਕਾਫੀ ਚਿਰ ਤੋਂ ਪਹਿਲਾਂ ਹੋ ਚੁੱਕੀ ਸੀ। ਇਹ ਸੰਘਰਸ਼ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀ। ਚਲੋ ਦੇਰ ਆਏ ਦਰੁਸਤ ਆਏ, ਫਿਰ ਵੀ ਬਹੁਤ ਵਧੀਆ ਟਾਈਮ ਨਾਲ ਸ਼ੁਰੂ ਹੋ ਗਿਆ। ਪਹਿਲਾਂ ਤੇ ਇਹਨਾਂ ਨੇ ਸਾਡਾ ਜਿਹੜਾ ਸੀ ਬਿਜਲੀ ਬੋਰਡ ਨੂੰ ਜਿਹੜਾ ਕੋਆਪਰੇਟ ਘਰਾਣਿਆਂ ਨੂੰ ਦੇ ਦਿੱਤਾ। ਉਸ ਤੋਂ ਬਾਅਦ ਟਰਾਂਸਪੋਰਟ ਮਾਫੀਆ ਇੱਥੇ ਸ਼ੁਰੂ ਹੋ ਗਏ। ਅਸੀਂ ਉਦੋਂ ਵੀ ਕੋਈ ਗੱਲਾਂ ਨਹੀਂ ਕੀਤੀਆਂ, ਇਹ ਵੱਡੇ ਲੈਵਲ ਦੀਆਂ ਆਪਣੇ ਆਪ ਨੂੰ ਸਮਝ ਛੱਡੀਆਂ। ਹੋਰ ਰੇਲਵੇ ਜਿਹੜਾ ਹੁਣ ਇਹਨੇ ਵੇਚ ਛੱਡਿਆ ਜੀ, BSNL ਵੇਚ ਛੱਡਿਆ। ਹੁਣ ਜਿਹੜਾ ਸੀ ਉਹ ਕਿਸਾਨਾਂ ਦੇ ਜਿਹੜਾ ਸੀ ਉਹ ਜ਼ਮੀਨ ਨੂੰ ਕੰਟਰੈਕਟ ਫਾਰਮ ਜਿਹੜਾ ਸੀ ਉਹ ਕੋਆਪਰੇਟ ਘਰਾਣਿਆਂ ਨੂੰ ਇਹਨੇ ਦੇਣਾ ਸ਼ੁਰੂ ਕਰਤਾ ਵੀ ਉਧਰ ਨੂੰ ਗੱਲ ਲੈ ਜਾਈਏ। ਇਹਨੇ ਤਕਰੀਬਨ ਜਿਹੜਾ ਸੀ ਜੀ ਮੋਦੀ ਸਾਹਿਬ ਨੇ ਪੂਰੇ ਇੰਡੀਆ ਨੂੰ ਵੇਚਣ ਦੀ ਤਿਆਰੀ ਕਰ ਲਈ, 1 2 4 ਘਰਾਣਿਆਂ ਵਾਸਤੇ। ਸੋ ਬਹੁਤ ਬਹੁਤ ਜਿਹੜਾ ਵਾ ਸਾਡੇ ਸੰਸਥਾਵਾਂ ਦਾ, ਯੂਨੀਅਨਾਂ ਦਾ ਜਿਹੜਾ ਵਾ ਬਹੁਤ ਬਹੁਤ ਯੋਗਦਾਨ ਆ, ਜਿਨ੍ਹਾਂ ਨੇ ਜਿਹੜਾ ਉਹ ਨਬਜ਼ ਨੂੰ ਪਛਾਣ ਲਿਆ ਵਾ, ਲੇਟ ਹੀ ਪਛਾਣਿਆ ਵਾ। ਜਿਹੜੀ ਇੱਕ ਤੁਹਾਡੇ ਮਾਧਿਅਮ ਦੇ ਰਾਹੀਂ ਹੀ ਦੱਸ ਦਈਏ ਹਰਿਆਣੇ ਦੇ ਪਾਣੀ ਦੀ ਗੱਲ, ਉੱਥੇ ਹਰਿਆਣੇ ਵਾਲਿਆਂ ਨੂੰ ਕਹਿੰਦੇ ਵੀ ਤੁਹਾਡਾ ਜੇ ਪੰਜਾਬ ਵਾਲੇ ਪਾਣੀ ਨਹੀਂ ਦਿੰਦੇ, ਤੁਸੀਂ ਇਹਨਾਂ ਦਾ ਸਾਥ ਕਿਉਂ ਦੇਈ ਜਾਂਦੇ? ਮੁਲਕ ਇੱਕ ਆ। ਥੋੜਾ ਜਿਹਾ ਜਿੱਥੋਂ ਤੱਕ ਮੈਨੂੰ ਜਾਣਕਾਰੀ ਆ, ਉਮਰ ਦਾ ਤਜਰਬਾ ਜਿਹੜਾ ਵਾ, ਹਰਿਆਣੇ ਨੂੰ ਪਾਣੀ ਜਿਹੜਾ ਆਲਰੇਡੀ ਜਿਹੜਾ ਸੀ ਅੰਦਰ ਖਾਤੇ, ਇਹ ਵੀ ਕੋਆਪਰੇਟ ਪਾਣੀ ਹੋ ਚੁੱਕਾ ਸੀ। ਬਾਦਲ ਘਰਾਣੇ ਨੇ ਨਹਿਰ ਨੂੰ ਉੱਚੀਆਂ ਕਰਕੇ ਪਾਣੀ ਜ਼ਿਆਦਾ ਛੱਡ ਕੇ ਸਪੀਡ ਵਧਾ ਕੇ ਸਾਡੇ ਪੰਜਾਬ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਉਹਨਾਂ ਦਾ ਪਾਣੀ ਜਿਹੜਾ ਸੀ ਪੂਰਾ ਕਰਤਾ ਸੀ। ਸੋ ਬਿਲਕੁਲ ਬਹੁਤ ਸਾਰੇ ਐਸੇ ਮਸਲੇ ਨੇ ਜਿਹੜੇ ਧਿਆਨ ਮੰਗਦੇ ਨੇ ਇਸ ਵੇਲੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਜਵਾਨੀ, ਸਾਡੇ ਨੌਜਵਾਨ, ਸਾਡੇ ਬਜ਼ੁਰਗ ਇਹਨਾਂ ਮਸਲਿਆਂ ਵੱਲ ਧਿਆਨ ਦੇ ਰਹੇ ਨੇ। ਤੇ ਆਪਾਂ ਦੇਖ ਸਕਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਇਹਦਾ ਨਤੀਜਾ ਜਿਹੜਾ ਸਾਡੇ ਸਾਹਮਣੇ ਹੋਏਗਾ। ਸੋ ਸਾਡੇ ਨਾਲ ਛੀਨਿਆਂ ਤੋਂ ਸਰਦਾਰ ਗੁਰਪ੍ਰੀਤ ਸਿੰਘ ਮੌਜੂਦ ਨੇ। ਇਹ ਵੀ ਇੱਥੇ ਧਰਨੇ ਤੇ ਵੀ ਆਏ ਸਨ, ਸੰਘਰਸ਼ ਦੇ ਵਿੱਚ ਨਾਲ ਖੜੇ ਨੇ। ਕੀ ਕਹਿਣਾ ਚਾਹੁੰਦੇ ਜੀ ਇਸ ਦੇ ਬਾਰੇ? ਕਿ ਜੀ ਜਿਹੜਾ ਸੰਘਰਸ਼ ਚੱਲ ਰਿਹਾ ਜੀ ਕਿਸਾਨ ਜਥੇਬੰਦੀਆਂ ਦਾ, ਇਹ ਬੜੇ ਉੱਪਰਲੇ ਲੈਵਲ ਤੇ ਚੱਲ ਗਿਆ ਸੀ। ਅਸੀਂ 2 ਵਾਰੀ ਦਿੱਲੀ ਤੋਂ ਹੋ ਕੇ ਆਏ ਆ ਜੀ। ਉੱਥੇ ਹੌਸਲੇ ਬੜੇ ਬੁਲੰਦ ਆ ਜੀ। ਸਭ ਸੰਗਤਾਂ ਕਿਸਾਨ ਜਿਹੜੇ ਆ ਬੜੀ ਉਹਨਾਂ ਦੇ ਉੱਪਰਲੇ ਲੈਵਲ ਦੇ ਹੌਸਲੇ ਆ ਜੀ। ਤੇ ਸਾਨੂੰ ਉਮੀਦ ਆ ਵੀ ਉੱਥੇ ਦਿੱਲੀ 'ਚ ਮੋਦੀ ਦੇ ਗੋਡੇ ਲਵਾ ਕੇ ਤੇ ਇਹ ਸੰਗਤਾਂ ਫੇਰ ਹੀ ਮੁੜਨਗੀਆਂ। ਤੇ ਸਾਰਿਆਂ ਨੂੰ ਬੇਨਤੀ ਵੀ ਆ ਵੀ ਅਸੀਂ ਸਹਿਯੋਗ ਕਰੀਏ ਵੱਧ ਤੋਂ ਵੱਧ ਉੱਧਰ ਜਾ ਕੇ ਤੇ ਇਹ ਸੰਘਰਸ਼ ਨੂੰ ਮਜ਼ਬੂਤ ਕਰੀਏ, ਕਿਉਂਕਿ ਇਹ ਸਦੀ ਦਾ ਇਤਿਹਾਸ ਲਿਖਿਆ ਜਾਣਾ। ਤੇ ਜੇ ਅਸੀਂ ਕੋਈ ਬੰਦਾ ਹਾਜ਼ਰੀ ਲਾਉਣ ਤੋਂ ਰਹਿ ਗਿਆ ਤੇ ਉਹਦੇ ਵਾਸਤੇ ਸਾਰੀ ਉਮਰ ਇਹ ਜਿਹੜੀ ਭੁੱਲ ਆ ਉਹਦੇ ਕੋਲ ਬਖਸ਼ਾਈ ਨਹੀਂ ਗੀ ਜਾਣੀ। ਤਾਂ ਸਾਡਾ ਫਰਜ਼ ਬਣਦਾ ਸਾਰਿਆਂ ਦਾ ਵੀ ਅਸੀਂ ਉੱਥੇ ਆਪਣੀ ਹਾਜ਼ਰੀ ਜ਼ਰੂਰ ਲਵਾ ਕੇ ਆਈਏ ਜੀ। ਸੋ ਬਿਲਕੁਲ ਸਾਰੇ ਹੀ ਜਿਸ ਵੀ ਢੰਗ ਦੇ ਨਾਲ ਅਸੀਂ ਆਪਣੀ ਹਾਜ਼ਰੀ ਲਗਵਾ ਸਕਦੇ ਹਾਂ ਉਹ ਲਗਵਾਈਏ। ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ ਉਹ ਆਪਣੇ ਢੰਗ ਦੇ ਨਾਲ ਸਪੋਰਟ ਕਰਕੇ ਟਵਿੱਟਰ ਦੇ ਉੱਤੇ, ਫੇਸਬੁੱਕ ਤੇ, ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕੋਈ ਸੇਵਾ ਭੇਜਣ ਵਾਲੇ ਉਹ ਸੇਵਾ ਭੇਜ ਕੇ ਕਿਸੇ ਵੀ ਢੰਗ ਦੇ ਨਾਲ ਆਪਾਂ ਇਸ ਸੰਘਰਸ਼ ਦੇ ਨਾਲ ਖੜੇ ਹੋਈਏ। ਕਿਉਂਕਿ ਇਹ ਜਿੱਤ ਜਿਹੜੀ ਹੈ ਹੁਣ ਸਾਰੇ ਪੰਜਾਬ ਦੀ ਨਹੀਂ, ਮੈਂ ਸਮਝਦਾ ਮਨੁੱਖਤਾ ਦੀ ਜਿੱਤ ਹੋਏਗੀ। ਕਿਉਂਕਿ ਇੱਦਾਂ ਦੇ ਜਿਹੜੇ ਕਾਲੇ ਕਾਨੂੰਨ ਨੇ ਇਹ ਲੋਕਾਂ ਦੇ ਉੱਤੇ ਥੋਪਣੇ ਜਿਹੜੇ ਨੇ ਇਹ ਫਿਰ ਅੱਗੇ ਤੋਂ ਸਰਕਾਰਾਂ 50 ਵਾਰੀ ਸੋਚਣਗੀਆਂ ਕਿ ਹੁਣ ਧੱਕੇਸ਼ਾਹੀ ਨਹੀਂ ਚੱਲਣੀ। ਸੋ ਸਾਡੇ ਨਾਲ ਨੌਜਵਾਨ ਕਿਸਾਨ ਗੁਰਪਵਨਪ੍ਰੀਤ ਸਿੰਘ ਇਹ ਮੌਜੂਦ ਨੇ, ਦਿੱਲੀੋਂ ਹੋ ਕੇ ਆਏ ਨੇ। ਜਵਾਨੀ ਦਾ ਕੀ ਜਜ਼ਬਾ ਵੇਖਿਆ ਦਿੱਲੀ ਜਾ ਕੇ ਤੁਸੀਂ? ਜਵਾਨੀ ਦਾ ਜੋ ਜਜ਼ਬਾ ਵੇਖਿਆ ਆ ਉਹ ਦੱਸਣਯੋਗ ਨਹੀਂ ਆ ਜੀ। ਇੱਥੇ ਜੋ ਕਹਿੰਦੇ ਸੀ ਕਿ ਜਵਾਨੀ ਸਾਰੀ ਨਸ਼ਿਆਂ ਨੇ ਖਾ ਲਈ ਪੰਜਾਬ ਦੀ, ਜਾਂ ਜਵਾਨੀ ਬਸ ਟੀਕੇ ਸਮੈਕਾਂ ਤੇ ਰਹਿ ਗਈ ਆ, ਉੱਥੇ ਜਾ ਕੇ ਪਤਾ ਲੱਗਦਾ ਵੀ ਜਵਾਨੀ ਪੰਜਾਬ ਦੀ ਕਿੱਥੇ ਆ ਤੇ ਕਿੱਥੋਂ ਤੱਕ ਆ ਤੇ ਕਿੱਥੇ ਪਹੁੰਚੇਗੀ। ਜੋ ਜਵਾਨੀ ਨੇ ਇਹ ਦੱਸਦੇ ਸੀ ਕਿ 1 ਕਿਲੋ ਭਾਰ ਚੁੱਕਣ ਜੋਗੇ ਨਹੀਂ ਰਹਿ ਗਏ, ਉਹਨਾਂ ਨੇ ਕੁਆਂਟਲਾਂ ਕੀ ਕਈਆਂ ਉੱਚੇ ਤੋਂ ਉੱਚੇ ਭਾਰ ਟਨਾਂ ਦੇ ਚੁੱਕ ਮਾਰੇ ਆ। ਇੱਥੋਂ ਮੋਦੀ ਸਰਕਾਰ ਨੂੰ ਆਪੇ ਸਮਝ ਲੈਣਾ ਚਾਹੀਦਾ ਹੈ ਕਿ ਜੋ ਜੋਸ਼ ਹੁਣ ਨੌਜਵਾਨ ਲੈ ਕੇ ਤੁਰ ਪਏ ਨੇ ਇਸ ਦੇ ਅੱਗੇ ਨੂੰ ਝੁਕਣਾ ਹੀ ਪੈਣਾ ਹੈ। ਜੋ ਕਿਸਾਨ ਜਥੇਬੰਦੀਆਂ ਸ਼ੁਰੂ ਤੋਂ ਆਪਣੀ ਇੰਨੀ ਈਨ ਮਨਾਉਣ ਤੇ ਆ ਹੀ ਗਈਆਂ ਨੇ ਤੇ ਜੇ ਇਹ ਅੜਿਆ ਹੋਇਆ ਤੇ ਉਹ ਵੀ ਅੜੇ ਹੋਏ ਨੇ, ਇਹਨੂੰ ਝੁਕਣਾ ਪੈਣਾ ਹੈ। ਇਹ ਜਾਬਰ ਜ਼ੁਲਮ ਜਿੰਨਾ ਇਹ ਕਰ ਸਕਦਾ ਸੀ ਇਹਨੇ ਕਰ ਲਿਆ। ਹੁਣ ਲੋਕੀ ਜਾਗ ਚੁੱਕੇ ਨੇ, ਇਹ ਜਾਗਰੂਕਤਾ ਦੇ ਅੱਗੇ ਨੂੰ ਝੁਕਣਾ ਹੀ ਪੈਣਾ ਹੈ ਜੀ। ਸਾਡੇ ਨਾਲ ਸੁਖਦੇਵ ਸਿੰਘ ਜੀ ਸੂਬਾ ਪ੍ਰਧਾਨ ਨੇ ਕਿਸਾਨ ਜਵਾਨ ਭਲਾਈ ਯੂਨੀਅਨ ਪੰਜਾਬ। ਇਹਨਾਂ ਦੇ ਕੋਲੋਂ ਪਤਾ ਕਰਦੇ ਆ, ਇਹਨਾਂ ਕੋਲ ਜਾਣਦੇ ਆ ਕਿ ਇਹ ਜੋ ਸੰਘਰਸ਼ ਹੈ ਹੁਣ ਕਿਸ ਮੁਕਾਮ ਤੇ ਪਹੁੰਚਿਆ ਤੇ ਅੱਗੇ ਕੀ ਇਹਦੀ ਦਿਸ਼ਾ ਬਣੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨਵਾਦੀ ਹਾਂ ਆਪਾਂ ਚੈਨਲ ਵਾਲਿਆਂ ਦੇ ਜਿਨ੍ਹਾਂ ਨੇ ਸਾਰੇ ਕਵਰੇਜ ਦੇ ਵਿੱਚ ਆਪਣਾ ਸਮਾਂ ਦੇ ਕੇ ਗੱਲ ਜਿਹੜੀ ਹੈ ਆਵਾਮ ਤੱਕ ਪਹੁੰਚਾ ਰਹੇ ਨੇ, ਲੋਕਾਂ ਤੱਕ ਪਹੁੰਚਾ ਰਹੇ ਨੇ। ਸੰਘਰਸ਼ ਦੀ ਜਿਹੜੀ ਗੱਲ ਹੈ ਪਹੁੰਚੀ ਤਾਂ ਬਿਲਕੁਲ ਲਾਸਟ ਹੈ, ਕਹਿ ਲਓ ਕਿ ਆਪਾਂ ਤਾਂ ਜਿੱਤ ਕੇ ਬੈਠੇ ਹਾਂ, ਲੜਾਈ ਜਿੱਤ ਚੁੱਕੇ ਹਾਂ। ਸਿਰਫ ਸਰਕਾਰ ਜਿਹੜੀ ਹੈ ਉਹ ਅੜੀਅਲ ਵਤੀਰੇ ਕਰਕੇ, ਦੂਸਰੇ ਲਫ਼ਜ਼ਾਂ 'ਚ ਕਹਿ ਲਓ ਕਿ ਇੱਕ ਐਵੇਂ ਢੀਠਪੁਣੇ ਦਾ ਸਬੂਤ ਦੇ ਰਹੇ ਨੇ ਉਹ, ਜਿਹੜਾ ਇਹ ਕਾਨੂੰਨ ਰੱਦ ਨਹੀਂ ਕਰ ਰਹੇ। ਜਦੋਂ ਬੰਦਾ ਮੰਨ ਜਾਵੇ ਕਿ ਇਹਦੇ ਵਿੱਚ ਇੰਨੀਆਂ ਗਲਤੀਆਂ ਨੇ ਤੇ ਫਿਰ ਉਹ ਤਾਂ ਇਹਨਾਂ ਨੂੰ ਰੱਦ ਕਰ ਦੇਣੇ ਚਾਹੀਦੇ ਆ। ਜਿਵੇਂ ਉਹ ਕਹਿ ਰਹੇ ਨੇ ਕਿ ਨਹੀਂ ਜੀ ਇਹਦੇ 'ਚ ਸੋਧਾਂ ਕਰਵਾ ਲਓ, ਅਸਲ ਦੇ ਵਿੱਚ ਇਹ ਜਿਹੜੇ ਕਾਨੂੰਨ ਹੈ ਇਹ ਇੱਕ ਇਸ ਤਰ੍ਹਾਂ ਨੇ ਜਿਵੇਂ ਇੱਕ ਜ਼ਹਿਰ ਦਾ ਡੱਬਾ ਹੈ ਨਾ, ਤੇ ਹੁਣ ਕਹਿ ਦੋ ਕਿ ਉਹਦੇ 'ਚੋਂ ਕੁਝ ਜ਼ਹਿਰ ਕੱਢ ਲਓ, ਇਵੇਂ ਨਹੀਂ ਹੋਣਾ, ਜ਼ਹਿਰ ਤਾਂ ਉਹਦੇ 'ਚ ਰਹੂਗਾ ਹੀ। ਸੋ ਇਹ ਸਾਰਾ ਦਾ ਸਾਰਾ ਇਹ ਕਾਨੂੰਨ ਜਿਹੜਾ ਹੈ, ਇਹ ਬਿੱਲ ਜਿਹੜੇ ਹੈ, ਇਹ ਜ਼ਹਿਰ ਦੀ ਨਿਆਈ ਨੇ, ਇਹ ਰੱਦ ਕਰੇ ਤੋਂ ਬਿਨਾਂ ਨਹੀਂ ਸਰਦਾ। ਅਗਲੀ ਜਿਹੜੀ ਗੱਲ ਕੀਤੀ ਆਪ ਜੀ ਨੇ, ਅਗਲਾ ਇਵੇਂ ਹੈ ਕਿ ਉੱਥੇ ਹੀ ਰਹਿਣਾ ਜਿੰਨਾ ਚਿਰ ਇਹ ਰੱਦ ਨਹੀਂ ਕਰਦੇ। ਔਰ ਜਿਹੜੇ ਸਾਡੇ ਪਿਛਲੇ ਮਸਲੇ ਨੇ ਜਿਹਨੂੰ ਲੈ ਕੇ 72 ਤੋਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ, ਉਹ ਵੀ ਆਪਾਂ ਹੱਲ ਕਰਵਾਉਣੇ ਆ। ਜਿੰਨੀ ਦੇਰ ਉਹ ਹੱਲ ਨਹੀਂ ਕਰਦੇ। ਇੱਕ ਮੈਂ ਦੇਖਦਾ ਸੀ ਕਾਫੀ ਦੇਰ ਤੋਂ ਕਿਸਾਨ ਮੋਰਚਿਆਂ ਦੀਆਂ ਜਾਂ ਜਦੋਂ ਆਪਾਂ ਗੱਲ ਕਰਦੇ ਸੀ, ਸਵਾਮੀਨਾਥਨ ਰਿਪੋਰਟ ਦੀ ਗੱਲ ਬਾਰ-ਬਾਰ ਉੱਠਦੀ ਹੁੰਦੀ ਸੀ, ਪਰ ਇਸ ਸੰਘਰਸ਼ 'ਚ ਉਹਦਾ ਕੋਈ ਬਹੁਤਾ ਜ਼ਿਕਰ ਨਹੀਂ ਆ ਰਿਹਾ। ਉਹਨੂੰ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਉਸ ਰਿਪੋਰਟ ਬਾਰੇ ਜਿਹੜੀ ਸੰਘਰਸ਼ ਸੀ? ਦੇਖੋ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਗੱਲ ਇਸ ਸੰਘਰਸ਼ ਦੇ ਵਿੱਚ ਹੈਗੀ ਹੈ, ਜ਼ਿਆਦਾ ਸਾਹਮਣੇ ਇਸ ਕਰਕੇ ਨਹੀਂ ਆ ਰਹੀ ਕਿਉਂਕਿ ਹੁਣ ਅਸਲ 'ਚ ਇਹ ਸਵਾਲ ਨਾ ਮੈਨੂੰ ਪਹਿਲਾਂ ਵੀ ਆਮ ਮੀਡੀਆ ਤੋਂ ਹੋਏ ਆ, ਮੈਂ ਗੱਲ ਕਰਦਾ ਰਿਹਾ ਕਿ ਜੈਸ ਨੋ ਦੀ ਜਿਹੜੀ ਗੱਲ ਆ ਗਈ ਹੈ ਨਾ ਕਿ ਹਾਂ ਜਾਂ ਨਾ ਕਾਨੂੰਨ ਰੱਦ ਕਰਨੇ ਆ, ਆਮ ਲੋਕਾਂ ਤੱਕ ਇਹ ਗੱਲ ਚੱਲ ਗਈ ਹੈ ਕਿ ਸ਼ਾਇਦ ਇਹੀ ਬਿੱਲ ਰੱਦ ਕਰਵਾਉਣ ਤੱਕ ਦੀ ਗੱਲ ਹੈ। ਅਸਲ ਦੇ ਵਿੱਚ ਜਿਹੜੀ ਜੈਸ ਜਾਂ ਨੋ ਹੈ ਉਹ ਤਾਂ ਇਹ ਹੈ ਕਿ ਇਹਨਾਂ ਨੂੰ ਰੱਦ ਕਰੋ ਤੇ ਗੱਲਬਾਤ ਤੁਹਾਡੇ ਨਾਲ ਤਾਂ ਬੈਠ ਕੇ ਕਰਾਂਗੇ। ਯੈਸ ਜਾਂ ਨੋ, ਇੱਥੋਂ ਗੱਲ ਸ਼ੁਰੂ ਹੋਣੀ ਹੈ, ਇੱਥੋਂ ਗੱਲ ਸ਼ੁਰੂ ਹੋਣੀ ਹੈ, ਇਹ ਖਤਮ ਨਹੀਂ ਹੋਣੀ, ਇੱਥੋਂ ਗੱਲ ਸ਼ੁਰੂ ਹੋਣੀ। ਨਾ ਨਾ, ਇੱਥੇ ਖਤਮ ਨਹੀਂ ਹੋਣੀ। ਯੈਸ ਜਾਂ ਨੋ ਇਹ ਬਿੱਲ ਰੱਦ ਕਰਕੇ ਗੱਲ ਸ਼ੁਰੂ ਹੋਣੀ ਹੈ। ਇਹ ਜਦੋਂ ਰੱਦ ਕਰਦੇ ਨੇ ਫਿਰ ਅੱਗੇ ਜਿਹੜੀਆਂ ਹੈਗੀਆਂ ਨੇ ਉਹ ਸਾਡੀਆਂ ਸਾਰੀਆਂ, ਉਹਦੇ 'ਚ ਕਰਜ਼ਾ ਮੁਆਫੀ ਵੀ ਹੈ, ਬੁੱਧੀਜੀਵੀਆਂ ਦੀ ਰਿਹਾਈ ਵੀ ਹੈ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਵੀ ਹੈ। ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਸਾਡੇ ਪੁਆਇੰਟ ਨੇ ਉਹ ਚਰਚਾ ਬਾਅਦ 'ਚ ਹੋਣੀ ਹੈ। ਸੋ ਇਹ ਕਿਸਾਨੀ ਸੰਘਰਸ਼ ਜਿਹੜਾ ਮੈਂ ਸਮਝਦਾ ਇੱਕ ਬੜੀ ਪੀਕ ਤੇ ਪਹੁੰਚਿਆ ਹੈ। ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸਪੋਰਟ ਮਿਲੀ ਹੈ, ਜਿਹੜੇ ਪੰਜਾਬੀ ਇੱਥੋਂ ਬਾਹਰ ਗਏ ਨੇ ਜਾਂ ਉਧਰ ਦੇ ਐਮਪੀਜ਼ ਜਾਂ ਹੋਰ ਜਿਹੜੇ ਸਾਰੇ ਲੋਕਾਂ ਨੇ ਬੜੀ ਵੱਡੀ ਸਪੋਰਟ ਜਿਹੜੀ ਇਹਨੂੰ ਐਕਸਟੈਂਡ ਕੀਤੀ, ਉਹਦੇ ਬਾਰੇ ਕੀ ਸੋਚਦੇ ਹੋ? ਦੇਖੋ, ਹੱਕ ਸੱਚ ਦੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕੀਤੀ ਹੈ ਹੱਥੀਂ 14 ਸਾਲ 17 ਸਾਲ 8 ਮਹੀਨੇ 9 ਸਾਲ ਮੇਰੇ ਖਿਆਲ ਇਹਨਾਂ ਕਿਰਤ ਕੀਤੀ ਹੈ ਹੱਥੀਂ ਕਰਤਾਰਪੁਰ ਸਾਹਿਬ। ਉਹਨਾਂ ਨੇ ਸੰਕਲਪ ਦਿੱਤਾ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਇਹ ਤਿੰਨੋਂ ਹੀ ਖਤਮ ਨਹੀਂ ਹੋ ਸਕਦੇ, ਪ੍ਰਫੁੱਲਤ ਹੋ ਰਹੇ ਹੈ। ਠੀਕ ਹੈ, ਕੁਝ ਕਾਰਨਾਂ ਕਰਕੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਤ ਤੇ ਇਹ ਸੰਕਟ ਦੇ ਜ਼ਰੂਰ ਬਦਲ ਹੈਗੇ ਆ, ਇਹ ਹਟ ਜਾਣੇ ਆ। ਰਹੀ ਗੱਲ ਸਪੋਰਟ ਦੀ, ਸਪੋਰਟ ਵੇਖੋ ਸੱਚ ਦੇ ਨਾਲ ਤਾਂ ਜਿਹੜੇ ਆ ਉਹ ਖੜਦੇ ਆ ਲੋਕ। ਔਰ ਸਿਰਫ ਇੱਥੇ ਭਾਰਤ ਦੇ ਵਿੱਚੋਂ ਹੀ ਜਿਹੜੇ ਆ ਉਹ ਹਰੇਕ ਵਰਗ ਨਹੀਂ ਖੜਿਆ, ਵਿਦੇਸ਼ਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਹਰੇਕ ਕੰਟਰੀ ਦੇ ਵਿੱਚੋਂ ਇਸ ਦੀ ਸਪੋਰਟ ਹੋ ਰਹੀ ਹੈ। ਜਿਵੇਂ ਮੈਂ ਆਪ ਜੀ ਦੀ ਜਾਣਕਾਰੀ ਹੋਰ ਦੱਸਣਾ ਚਾਹੁੰਦਾ ਕਿ UNO ਦੇ ਵਿੱਚ ਜਿਹੜੀ ਹੈ ਉਹ ਵਾਈਟ ਹਾਊਸ ਦੇ ਵਿੱਚ ਸਾਡੇ ਉੱਥੇ ਹਰਜੀਪਾਲ ਸਿੰਘ ਐਡਵੋਕੇਟ ਨੇ ਜਿਨ੍ਹਾਂ ਰਿਟ ਪਾਈ ਹੈ, ਉਹ ਤੇ ਸਿਗਨੇਚਰ ਦੀ ਮੁਹਿੰਮ ਵੀ ਚੱਲ ਰਹੀ ਹੈ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਵਾਂ ਸਾਰੇ ਮੁਲਕ ਦੇ ਵਾਸੀਆਂ ਨੂੰ ਜਿਹੜੇ ਕਿਸਾਨੀ ਸੰਘਰਸ਼ ਦੇ ਹਮਾਇਤੀ ਨੇ ਕਿ ਉਹ ਇਹਦੀ ਆਨਲਾਈਨ ਵੋਟਿੰਗ ਜ਼ਰੂਰ ਕਰਨ। ਸੋ ਬਿਲਕੁਲ ਮੈਂ ਸਮਝਦਾ UK ਯੂਰਪ ਦੀਆਂ ਸੰਗਤਾਂ ਇਸ ਵਕਤ ਦੇਖ ਰਹੀਆਂ ਨੇ ਸਾਨੂੰ, ਤੇ ਬੜਾ ਵੱਡਾ ਸੰਘਰਸ਼ ਉੱਥੇ ਵੀ ਉਹਨਾਂ ਨੇ ਵਿੱਢਿਆ ਹੋਇਆ ਸਾਰੇ ਯੂਰਪ ਦੇ ਵਿੱਚ, ਵੱਖ-ਵੱਖ ਜਗ੍ਹਾ ਦੇ ਉੱਤੇ, ਕਿਤੇ ਬੈਲਜੀਅਮ, ਇਟਲੀ, ਫਰਾਂਸ, UK ਦੇ ਵਿੱਚ, ਬਰਮਿੰਗਮ ਦੇ ਵਿੱਚ, ਹੋਰ ਕਿੱਥੇ-ਕਿੱਥੇ ਮੈਂ ਸਮਝਦਾ ਕਿ ਇਹ ਜਿਹੜੀ ਆਵਾਜ਼ ਜਿਹੜੀ ਬੁਲੰਦ ਹੋ ਰਹੀ ਹੈ। ਤੇ ਐਸੀਆਂ ਮੁਹਿੰਮਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਮੈਂ ਸਮਝਦਾ ਥੋੜਾ ਜਿਹਾ ਹੋਰ ਵਿਸਥਾਰ ਤੁਸੀਂ ਦਿੰਦੇ ਕਿ ਕਿਹੜੀ ਪਟੀਸ਼ਨ ਹੈ ਤੇ ਕਿਸ ਢੰਗ ਦੇ ਨਾਲ ਉਹਦੇ ਹੱਕ ਦੇ ਵਿੱਚ ਖੜੇ ਹੋਣਾ। ਹਾਂਜੀ, ਪਟੀਸ਼ਨ ਦੇਖੋ ਉਹਦਾ ਵਿਸਥਾਰ ਸੰਖੇਪ 'ਚ ਹੈ ਕਿ ਉਹਨਾਂ ਨੇ ਮੇਨ ਉਹਦੇ ਵਿੱਚ ਇਹ ਕੀਤਾ ਹੈ ਕਿ 73 ਸਾਲਾਂ ਦੇ ਵਿੱਚ ਕੋਈ ਕਿਸੇ ਗਵਰਨਮੈਂਟ ਨੇ ਜਿਹੜੀ ਇਹ ਬਦਲਾਅ ਦੀ ਗੱਲ ਨਹੀਂ ਕੀਤੀ। 72 ਤੋਂ ਅਸੀਂ ਲੜ ਰਹੇ ਹਾਂ ਸਾਰੀਆਂ ਜਥੇਬੰਦੀਆਂ ਵਾਜਬ ਰੇਟ ਲੈਣ ਬਾਰੇ। ਕਿਉਂਕਿ ਮੈਂ ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਪਿੱਛੇ ਜਾਵਾਂਗਾ ਕਿ ਜਿਵੇਂ
ਸਾਡਾ 25 ਗੁਣਾ ਜਿਹੜਾ ਫਸਲਾਂ ਦਾ ਰੇਟ ਵਧਿਆ 72 ਤੋਂ ਲੈ ਕੇ, ਮਹਿੰਗਾਈ ਜਿਹੜੀ ਆ 200 ਤੋਂ ਲੈ ਕੇ 350 ਗੁਣਾ ਵੱਧ ਗਈ। ਉਹਦੇ ਚ ਮਹਿੰਗਾਈ ਵੀ ਹੈ, ਤਨਖਾਹਾਂ ਵੀ ਨੇ। ਕਹਿਣ ਤੋਂ ਭਾਵ ਕਿ ਸਾਡੀ ਇਨਪੁਟ ਜਿਹੜੀ ਹੈ ਉਹ 350 ਗੁਣਾ ਵਾਲੀ ਹੈ ਤੇ ਸਾਡੀ ਆਮਦਨ ਜਿਹੜੀ ਹੈ ਉਹ 25 ਗੁਣਾ ਹੈ। ਸਾਡਾ ਹੱਕ ਬਣਦਾ ਸੀ ਅਸੀਂ ਜੇ 100 ਗੁਣਾ ਵੀ ਆਪਣਾ ਫਸਲ ਦਾ ਰੇਟ ਅੱਜ ਸਾਡੇ ਜੇ ਵੱਧਦਾ ਹੈ ਤੇ 7600 ਰੁਪਇਆ ਪ੍ਰਤੀ ਕੁਇੰਟਲ ਜਿਹੜਾ ਉਹ ਫਸਲ ਦਾ ਰੇਟ ਬਣਦਾ। ਸੋ ਸਾਡੇ ਨਾਲ ਹੋ ਤੇ ਧੋਖਾ ਰਿਹਾ ਸੀ, ਹੋਣਾ ਤਾਂ ਇਹ ਚਾਹੀਦਾ ਸੀ। ਮੰਗਾਂ ਸਾਡੀਆਂ ਇਹ ਸਨ। ਉਹਨਾਂ ਨੇ ਪੁੱਛਿਆ ਕਿ ਤੁਸੀਂ ਜੇ ਮੰਨ ਲਓ ਇਹ ਕਾਨੂੰਨ ਲਿਆਉਣੇ ਸੀਗੇ ਜਾਂ ਲਿਆਂਦੇ ਆ ਤੇ ਤੁਸੀਂ ਕਰੋਨਾ ਦੀ ਆੜ 'ਚ ਕਿਉਂ ਲੈ ਕੇ ਆਏ ਹੋ? ਇੱਕ ਤਾਂ ਤੁਸੀਂ $1 ਬਿਲੀਅਨ ਜਿਹੜੇ ਆ ਉਹ UN ਤੋਂ ਇਮਦਾਦ ਲੈ ਰਹੇ ਹੋ ਕਿ ਕਰੋਨਾ ਹੈ, ਇੱਥੇ ਖਤਰਾ ਹੈ। ਦੂਸਰਾ ਤੁਸੀਂ ਜਿਹੜਾ ਹੈਗਾ ਇਹ ਗਲਤ ਢੰਗ ਦੇ ਨਾਲ ਇਸ ਸਮੇਂ ਕਿਉਂ ਲਿਆਂਦੇ ਆ? ਤੁਸੀਂ ਇਹਨੂੰ ਡਿਲੇ ਕਿਉਂ ਨਹੀਂ ਕੀਤਾ? ਤੁਸੀਂ ਐਮਰਜੈਂਸੀ ਵਾਲੀ ਤਾਂ ਕੋਈ ਗੱਲ ਨਹੀਂ ਸੀ ਨਾ, ਕੋਈ ਮੁਲਕ ਦੇ ਨਾਲ ਕਿਸੇ ਨਾਲ ਜੰਗ ਤਾਂ ਲੱਗੀ ਨਹੀਂ ਸੀ ਹੋਈ ਵੀ ਇਸੇ ਟਾਈਮ ਹੀ ਇਹ ਸਾਰਾ ਕੁਝ ਕਰਨ ਦੀ ਲੋੜ। ਬਿਲਕੁਲ ਇਸ ਚੀਜ਼ ਦੇ ਉੱਤੇ ਮਤਲਬ ਜਿਹੜਾ ਹੈਗਾ ਉਹ ਸਾਡੇ ਵੀਰ ਉੱਥੇ ਵਾਈਟ ਹਾਊਸ ਦੇ ਵਿੱਚ ਪਟੀਸ਼ਨ ਪਾ ਕੇ ਬੈਠੇ ਆ ਔਰ ਸਾਡੀ ਸਪੋਰਟ ਕਰਨੀ ਬਣਦੀ ਹੈ ਉਹਨਾਂ ਨੂੰ ਕਿ ਅਸੀਂ। ਸੋ ਇੱਕ ਗੱਲ ਜਿਹੜੀ ਕੁਝ ਲੋਕਾਂ ਦੇ ਵਿੱਚ ਇੱਕ ਜ਼ਿਹਨ ਦੇ ਵਿੱਚ ਗੱਲ ਆ ਰਹੀ ਹੈ ਕਿ ਕਿਤੇ ਸਾਡੀਆਂ ਪੁਰਾਣੀਆਂ ਮੰਗਾਂ ਦੇ ਉੱਤੇ ਪੋਚਾ ਮਾਰਨ ਦੇ ਵਾਸਤੇ ਇਹ ਗੱਲ ਤਾਂ ਨਹੀਂ, ਕਿਉਂਕਿ ਇਹ ਪੁਰਾਣੀ ਇੱਕ ਕਹਾਵਤ ਆ ਕਿ ਪਹਿਲਾਂ ਚਪੇੜ ਮਾਰ ਲਓ ਫਿਰ ਮਾੜਾ ਜਿਹਾ ਪਲੋਸ ਦਿਓ, ਨਹੀਂ ਕੋਈ ਗੱਲ ਨਹੀਂ। ਸੋ ਸਾਡੀਆਂ ਸਵਾਮੀਨਾਥਨ ਵਾਲੀਆਂ ਜਾਂ ਹੋਰ ਜਿਹੜੀਆਂ ਅਸੀਂ ਤਾਂ ਇਸ ਲਈ ਲੜ ਰਹੇ ਸੀ ਜਿਹੜੇ ਸਾਡੇ ਕਿਸਾਨ ਜਿਹੜੇ ਨੇ ਉਹ ਆਤਮ ਹੱਤਿਆਵਾਂ ਕਰ ਰਹੇ ਨੇ, ਉਹਨਾਂ ਦੇ ਘਰਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਤੇ ਅੱਜ ਇੱਕ ਵੱਡੀ ਥ੍ਰੈਟ ਦੇ ਕੇ ਸੋ ਸਾਡਾ ਕਿਤੇ ਉਸ ਸਾਰੇ ਮਸਲੇ ਉੱਤੇ ਧਿਆਨ ਡਿਵਰਟ ਕਰਨਾ ਤਾਂ ਨਹੀਂ ਚਾਹੁੰਦੀ ਸਰਕਾਰ? ਦੇਖੋ ਸਰਕਾਰਾਂ ਦੀ ਕੋਸ਼ਿਸ਼ ਤਾਂ ਇਹੀ ਹੈ, ਕਿਉਂਕਿ ਇਹਨਾਂ ਜਿਵੇਂ ਗੱਲ ਕੀਤੀ ਸੀ ਕਿ ਆਮਦਨ ਦੁੱਗਣੀ ਕਰਨੀ ਹੈ। ਸੋ ਇਹ ਆਮਦਨ ਦੁੱਗਣੀ ਕਰਨ ਵਾਲੀ ਗੱਲ ਕਿੱਥੇ ਹੈ ਇਹਨਾਂ ਦੀ? ਇਹ ਤਾਂ ਕਿਸਾਨਾਂ ਨੂੰ ਮਾਰਨ ਵਾਲੀ ਗੱਲ ਕੀਤੀ ਹੈ, ਕਿਸਾਨਾਂ ਦੇ ਜਿਹੜੇ ਚੁੱਲ੍ਹੇ ਠੰਡੇ ਕਰਨ ਵਾਲੀ ਗੱਲ ਕੀਤੀ ਹੈ। ਪਰ ਸੰਘਰਸ਼ ਜਿੱਥੇ ਪਹੁੰਚ ਗਿਆ ਇੱਥੇ ਆਪਾਂ ਇਹਨਾਂ ਤੋਂ ਅਗਲੀਆਂ ਪਿਛਲੀਆਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਮਨਵਾ ਕੇ ਮੁੜਨਾ। ਜਿੱਥੇ ਹੁਣ ਟਰਾਲੀਆਂ ਖੜੀਆਂ ਨਾ ਇੱਥੇ ਕਿਸਾਨਾਂ ਨੇ ਜਿਹੜੇ ਹੈਗੇ ਉੱਥੇ ਕਮਰੇ ਬਣਾਉਣੇ ਆ। ਕਿੱਡੇ ਮਹਿੰਗੀ ਜਗ੍ਹਾ, ਭਾਵੇਂ ਉਹ ਸੜਕ ਹੈ ਭਾਵੇਂ ਜਿਵੇਂ ਮਰਜ਼ੀ ਹੈ, ਇਹਨਾਂ ਨੂੰ ਤਾਂ ਸ਼ਾਇਦ ਹੋਊਗਾ ਕਿ ਇਹ ਇੱਥੋਂ ਮੁੜ ਜਾਣਗੇ, ਮੁੜਨਾ ਨਹੀਂ। ਹੁਣ ਸਾਡਾ ਬਹੁਤੀ ਦੇਰ ਗੁਜ਼ਾਰਾ ਜਿਹੜਾ ਉੱਥੇ ਟਰਾਲੀਆਂ 'ਚ ਨਹੀਂ ਹੋਣਾ। ਜੇ ਇਹ ਨਹੀਂ ਮੰਨਦੇ ਤੇ ਉੱਥੇ ਕਮਰੇ ਬਣਾ ਕੇ ਦਿੱਲੀ ਦੀਆਂ ਜਿਹੜੀਆਂ ਨੇ ਸਾਰੀਆਂ ਸੜਕਾਂ ਦੇ ਉੱਤੇ ਪੱਕੀ ਰਿਹਾਇਸ਼ ਕਰਾਂਗੇ। ਜਿਹੜੇ ਘਰੇ ਬੈਠੇ ਆ ਸਾਡੇ ਬੱਚੇ ਪਰਿਵਾਰ ਉਹਨਾਂ ਨੇ ਵੀ ਉੱਥੇ ਲੈ ਜਾਣਾ। ਸੋ ਮਤਲਬ ਪੱਕੇ ਪੈਰੀ ਆ। ਸੋ ਜਿਹੜੀ ਗੱਲ ਪੱਕੇ ਪੈਰੀ ਦੀ ਬਾਰ-ਬਾਰ ਸਾਨੂੰ ਸੁਣਨ ਨੂੰ ਮਿਲਦੀ ਹੈ ਸੰਘਰਸ਼ ਦੇ ਵਿੱਚ, ਉਹ ਇੱਥੋਂ ਤੱਕ ਵੀ ਜਿਹੜੀਆਂ ਜਥੇਬੰਦੀਆਂ ਨੇ ਸੋਚ ਕੇ ਬੈਠੀਆਂ ਹੋਈਆਂ ਨੇ। ਸੋ ਜਥੇਬੰਦੀਆਂ ਨੇ ਇੱਕ ਜਿਹੜੀ ਗੱਲ ਹੋਰ ਜਿਹੜੀ ਕਹੀ ਆ ਕਿ ਸੋਸ਼ਲ ਤੇ ਫਾਈਨੈਂਸ਼ੀਅਲ ਬਾਈਕਾਟ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਕਰਨ ਦੀ ਗੱਲ ਹੈ, ਉਹਦਾ ਵਿਸਤਾਰ ਥੋੜਾ ਜਿਹਾ ਸਾਡੇ ਨਾਲ ਸਾਂਝਾ ਕਰਦੇ। ਦੇਖੋ ਸੋਸ਼ਲ ਘਰਾਣਿਆਂ ਦਾ ਬਾਈਕਾਟ ਤਾਂ ਸਾਨੂੰ ਕਰਨਾ ਪੈਣਾ। ਖੈਰ ਕਾਰਪੋਰੇਟ ਮਾੜੇ ਨਹੀਂ ਹੁੰਦੇ। ਕਾਰਪੋਰੇਟ ਜੇ ਢੰਗ ਨਾਲ ਚੱਲਣ ਤੇ ਇਹ ਲੋਕਾਂ ਵਾਸਤੇ ਲਾਭਵੰਦ ਹੁੰਦੇ ਨੇ, ਪਰ ਕਾਰਪੋਰੇਟਾਂ ਨੂੰ ਜਿਹੜਾ ਲਿਆਉਣ ਦਾ ਢੰਗ ਹੈ ਉਹ ਗਵਰਨਮੈਂਟ ਦਾ ਮਾੜਾ। ਸੋ ਬਾਈਕਾਟ ਕਰਨਾ ਬਣਦਾ ਕਿਉਂਕਿ ਇਹ ਤਾਂ ਇਹਨਾਂ ਨੇ ਮਤਲਬ ਤਰੱਕੀ ਲਈ ਨਹੀਂ ਨਾ ਲੈ ਕੇ ਆਏ, ਇਹ ਤਾਂ ਸਾਨੂੰ ਖਤਮ ਕਰਨ ਲਈ ਲੈ ਕੇ ਆਏ ਨੇ। ਹੋ ਸਕਦਾ ਸੀ ਜੇ ਕਾਰਪੋਰੇਟ ਆਪਣੇ ਆਪ ਜਿਵੇਂ ਮੰਨ ਲਓ ਇਨਵੈਸਟ ਕਰ ਰਿਹਾ ਜੀ ਉਹ ਕਰਦਾ ਤੇ ਸ਼ਾਇਦ ਸਾਡੇ ਹਿੱਤ 'ਚ ਹੀ ਹੁੰਦਾ, ਲੇਕਿਨ ਜਿਸ ਢੰਗ ਦੇ ਨਾਲ ਮਤਲਬ ਕਾਰਪੋਰੇਟਾਂ ਦੇ ਦਲਾਲ ਬਣ ਕੇ ਗਵਰਨਮੈਂਟ ਨੇ ਇਹ ਬਿੱਲ ਜਿਹੜੇ ਆ ਇਹ ਲਿਆਂਦੇ ਆ ਰਲ ਕੇ, ਇਹ ਤਾਂ ਬਿਲਕੁਲ ਮਾਰੂ ਲਿਆਂਦੇ ਨੇ। ਸੋ ਇਸ ਕਰਕੇ ਸਾਨੂੰ ਕਾਰਪੋਰੇਟਾਂ ਦਾ ਜਿਹੜਾ ਉਹ ਬਾਈਕਾਟ ਕਰਨਾ ਬਣਦਾ, ਉਹਨਾਂ ਨੂੰ ਮਜਬੂਰ ਕਰਨ ਲਈ ਕਿ ਇਹ ਆਪਣੇ ਹੱਥ ਜਿਹੜੇ ਨੇ ਇਹ ਪਿੱਛੇ ਖਿੱਚਣ ਔਰ ਗਵਰਨਮੈਂਟ ਜਿਹੜੀ ਹੈ ਇਸ ਚੀਜ਼ ਨੂੰ ਜਿਹੜਾ ਰੱਦ ਕਰਨ। ਕਿਉਂਕਿ ਨਰਿੰਦਰ ਤੋਮਰ ਨੇ ਇਹ ਗੱਲ ਮੰਨੀ ਹੈ ਨਾ, ਜਿਵੇਂ ਕਿ ਜੇ ਅੱਜ ਤੁਸੀਂ ਆਏ ਹੋ ਤਾਂ ਕੱਲ ਨੂੰ ਅਡਾਨੀ ਅੰਬਾਨੀ ਵੀ ਨਹੀਂ ਆ ਜਾਣਗੇ। ਸੋ ਉਹਨਾਂ ਨੂੰ ਵੀ ਸਬਕ ਸਿਖਾਉਣ ਵਾਸਤੇ ਜਿਹੜਾ ਇਹ ਉਹਨਾਂ ਦਾ ਬਾਈਕਾਟ ਕਰਨਾ ਬਣਦਾ ਔਰ ਪਬਲਿਕ ਨੂੰ ਕਰਨਾ ਚਾਹੀਦਾ। ਸੋ ਇਹ ਜਿਵੇਂ ਕਿ ਗੱਲ ਆ ਰਹੀ ਹੈ ਸਲਿਪ ਆਫ ਟੰਗ ਕਹਿ ਲਓ ਐਗਰੀਕਲਚਰ ਮਿਨਿਸਟਰ ਦੀ, ਪਰ ਗੱਲ ਹੁਣ ਲਗਭਗ ਸਾਰੀ ਸਾਹਮਣੇ ਆ ਚੁੱਕੀ ਕਿਉਂਕਿ ਸੈਂਟਰਲ ਗਵਰਨਮੈਂਟ ਇਹ ਵੀ ਮੰਨ ਚੁੱਕੀ ਹੈ ਕਿ ਅਸੀਂ ਕਿਸਾਨੀ ਬਿੱਲ ਨਹੀਂ ਲੈ ਕੇ ਆਏ ਗਏ। ਇਹ ਕਾਨੂੰਨ ਜਿਹੜੇ ਅਸੀਂ ਟ੍ਰੇਡ ਨੂੰ ਪ੍ਰਮੋਟ ਕਰਨ ਦੇ ਵਾਸਤੇ ਲਿਆਂਦਾ, ਪਰ ਇਹਦੇ ਵਾਸਤੇ ਕਿਸਾਨਾਂ ਦੀ ਬਲੀ ਜਿਹੜੀ ਦਿੱਤੀ ਜਾ ਰਹੀ ਹੈ, ਮੈਂ ਸਮਝਦਾ ਇਹਦੇ ਵਾਸਤੇ ਇਹ ਸੰਘਰਸ਼ ਜਿਹੜਾ ਵਿੱਢਿਆ ਹੋਇਆ। ਤੇ ਹੁਣ ਆਉਂਦੇ ਦਿਨਾਂ ਦੀ ਤੁਸੀਂ ਅਗਲੀ ਕੀ ਰੂਪ ਰੇਖਾ, ਜਿਵੇਂ ਕਿ ਅੱਜ ਜੋ ਸੀਗਾ ਧਰਨੇ ਦਿੱਤੇ ਗਏ ਨੇ, ਹੁਣ ਇਸ ਤੋਂ ਅੱਗੇ ਕੀ ਵਿਚਾਰ ਹੈ? ਅੱਗੇ ਜਥੇਬੰਦੀਆਂ ਦੀ ਮੀਟਿੰਗ ਜਿਹੜੀ ਹੈ ਉਹ ਇੱਕ ਦਿਨ ਬਾਅਦ ਹੋ ਰਹੀ ਹੈ ਜੀ। ਜਿਵੇਂ ਜਿਵੇਂ ਫਿਰ ਉਹਨਾਂ ਦਾ ਮੈਸੇਜ ਆਏਗਾ ਉਵੇਂ ਹੀ ਹੈ। ਬਾਕੀ ਬੈਠੇ ਜਿੱਥੇ ਆ ਉੱਥੇ ਪੱਕੇ ਪੈਰੀ ਆ। ਸੋ ਇਹ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸੰਘਰਸ਼ ਆਪਣੀ ਚਰਨ ਸੀਮਾ ਤੇ ਪਹੁੰਚਿਆ ਹੈ। ਇੰਟਰਨੈਸ਼ਨਲ ਲੈਵਲ ਤੇ ਬੜੀ ਵੱਡੀ ਸਪੋਰਟ ਪ੍ਰਾਪਤ ਹੈ। UK ਯੂਰਪ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ, ਅਮਰੀਕਾ ਕੈਨੇਡਾ ਆਸਟ੍ਰੇਲੀਆ ਹਰ ਪਾਸੇ ਜਿਹੜੀ ਆ ਸਾਡੇ ਕਿਸਾਨ ਵੀਰ ਨੌਜਵਾਨ ਸਾਰੇ ਡਟੇ ਹੋਏ ਨੇ ਮੋਰਚਿਆਂ ਦੇ ਉੱਤੇ। ਸੋ ਮੈਂ ਸਮਝਦਾ ਕਿ ਜਿਸ ਸੂਝ-ਬੂਝ ਦੇ ਨਾਲ ਇਸ ਸੰਘਰਸ਼ ਨੂੰ ਅੱਗੇ ਵਧਾਇਆ ਜਾ ਰਿਹਾ, ਸੋ ਇਹਦੇ ਵਿੱਚ ਕਾਮਯਾਬੀ ਸਾਨੂੰ ਪ੍ਰਾਪਤ ਹੋਏਗੀ। ਸੋ ਕਿਸਾਨੀ ਸੰਘਰਸ਼ ਇਸ ਵੇਲੇ ਪੂਰੇ ਆਪਣੇ ਪੀਕ ਤੇ ਆਪਾਂ ਕਹਿ ਸਕਦੇ ਹਾਂ। ਸਾਡੇ ਨਾਲ ਨੌਜਵਾਨ ਕਿਸਾਨ ਆਗੂ ਨੇ ਨਵਰੂਪ ਸਿੰਘ। ਤੁਸੀਂ ਕਿਵੇਂ ਦੇਖਦੇ ਪਏ ਹੋ ਹੁਣ ਜਿਸ
ਲੈਵਲ ਤੱਕ ਇਹ ਸੰਘਰਸ਼ ਪਹੁੰਚ ਚੁੱਕਿਆ, ਕਿਵੇਂ ਦੇਖਦੇ ਹੋ? ਹਾਂਜੀ ਵੀਰ ਜੀ, ਪਹਿਲਾਂ ਤੇ ਕੁੱਲ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਕਿਸਾਨੀ ਸੰਘਰਸ਼ ਮੇਰੇ ਖਿਆਲ ਦੇ ਵਿੱਚ ਇੱਕ ਪਹਿਲਾਂ ਜਦੋਂ ਆਪਾਂ ਕਿਸਾਨਾਂ ਦੇ ਸੰਘਰਸ਼ ਦੀ ਗੱਲ ਸੁਣਦੇ ਸੀਗੇ ਤੇ ਆਪਾਂ ਮੋਸਟਲੀ ਵੇਖੀਦਾ ਸੀਗਾ ਕਿ ਬਜ਼ੁਰਗ ਉਹਦੇ ਵਿੱਚ ਜਾਂ ਜਿਹੜੇ ਜ਼ਿਆਦਾ ਏਜ ਦੇ ਬੰਦੇ ਸੀਗੇ ਉਹੀ ਪਹੁੰਚਦੇ ਸੀਗੇ, ਪਰ ਇਹ ਪਹਿਲਾ ਮੇਰੇ ਖਿਆਲ ਦੁਨੀਆ ਦਾ ਸੰਘਰਸ਼ ਇੱਦਾਂ ਦਾ ਹੋਊਗਾ ਜਿਹਦੇ ਵਿੱਚ ਨੌਜਵਾਨਾਂ ਨੇ ਪੂਰੇ ਜ਼ੋਰ ਸ਼ੋਰ ਨਾਲ ਜਿਹੜਾ ਵਾ ਇੱਕ ਇਹਦੇ ਵਿੱਚ ਆਪਣਾ ਹੰਭਲਾ ਮਾਰਿਆ ਔਰ ਹਰ ਇੱਕ ਦਾ ਸਾਥ ਮਿਲਿਆ ਇਸ ਮਤਲਬ ਸੰਘਰਸ਼ ਦੇ ਵਿੱਚ, ਚਾਹੇ ਉਹ ਕਲਾਕਾਰ ਹੋਣ ਸਾਡੇ, ਚਾਹੇ ਉਹ ਨੌਜਵਾਨ ਪੀੜ੍ਹੀ ਹੋਏ, ਚਾਹੇ ਉਹ ਬਜ਼ੁਰਗ ਹੋਣ, ਚਾਹੇ ਉਹ ਮਾਤਾਵਾਂ ਭੈਣਾਂ ਜਿੰਨੀਆਂ ਵੀ ਆ ਸਾਡੀਆਂ, ਸਾਰਿਆਂ ਨੇ ਪੂਰੇ ਜ਼ੋਰ ਸ਼ੋਰ ਨਾਲ ਜਿਹੜਾ ਵਾ ਤੇ ਉਹ ਇਸ ਵੇਲੇ ਜਿਹੜਾ ਸੰਘਰਸ਼ ਆ ਮਤਲਬ ਪੂਰਾ ਪੀਕ ਤੇ ਪਹੁੰਚਾਤਾ ਉਹਨਾਂ ਨੇ। ਸੋ ਮੈਂ ਸਮਝਦਾ ਕਿ ਪਹਿਲੀ ਵਾਰ ਇਸ ਟਾਈਪ ਦਾ ਸੰਘਰਸ਼ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲਿਆ ਤੇ ਇਸ ਵੇਲੇ ਕੁੱਲ ਦੁਨੀਆ ਜਿਹੜੀ ਹੈ ਜਾਂ ਇੰਡੀਆ ਦੇ ਸਾਰੇ ਸੂਬਿਆਂ ਦੇ ਕਿਸਾਨ ਜਿਹੜੇ ਨੇ ਪੰਜਾਬ ਦੇ ਕਿਸਾਨਾਂ ਵੱਲ ਦੇਖਦੇ ਪਏ ਹੋ, ਇੱਕ ਜ਼ਿੰਮੇਵਾਰੀ ਵੀ ਵੱਧ ਗਈ ਇਹਦੇ ਨਾਲ, ਤੇ ਕੀ ਭਵਿੱਖ ਦੇਖਦੇ ਹੋ ਹੁਣ ਇਹ ਸੰਘਰਸ਼ ਕਿੱਧਰ ਨੂੰ ਵਧੇਗਾ? ਬਿਲਕੁਲ ਵੀਰ ਜੀ, ਮੈਂ ਤੇ ਇਹ ਸਮਝਦਾ ਕਿ ਜਿਸ ਹਿਸਾਬ ਦੇ ਨਾਲ ਦੁਨੀਆ ਉੱਥੇ ਪਹੁੰਚ ਗਈ ਆ ਦਿੱਲੀ ਦੇ ਵਿੱਚ, ਕਿਉਂਕਿ ਸ਼ਾਇਦ ਸਰਕਾਰਾਂ ਨੂੰ ਇਹੋ ਹੀ ਲੱਗਦਾ ਰਿਹਾ ਕਿ ਜਿੱਦਾਂ ਆਪਾਂ JNK ਦੇ ਵਿੱਚ ਕੋਈ ਵੀ ਫੈਸਲਾ ਇੱਕ ਤਰ੍ਹਾਂ ਨਾਲ ਥੋਪਤਾ ਤੇ ਉਹ ਸ਼ਾਇਦ ਉਹਨਾਂ ਨੇ ਉਸੇ ਤਰੀਕੇ ਨਾਲ ਸ਼ਾਇਦ ਪੰਜਾਬ ਵਿੱਚ ਵੀ ਸਾਡੀ ਗੱਲ ਬਣ ਜਾਣੀ, ਪਰ ਪੰਜਾਬੀਆਂ ਨੇ ਪੂਰਾ ਡਟ ਕੇ ਮਤਲਬ ਸਾਥ ਦਿੱਤਾ ਉਹਦੇ ਵਿੱਚ, ਮਤਲਬ ਉਹਦਾ ਵਿਰੋਧ ਦੇ ਵਿੱਚ, ਔਰ ਸਾਡੇ ਹਰਿਆਣੇ ਵਾਲੇ ਵੀਰਾਂ ਨੇ ਵੀ ਇਹਨਾਂ ਦਾ ਸਹਿਯੋਗ ਕੀਤਾ। ਸੋ ਇੱਕ ਬੜੀ ਵੱਖਰੀ ਜੀ ਇੱਥੇ ਅੰਦੋਲਨ ਦੇ ਵਿੱਚ ਇੱਕ ਚੀਜ਼ ਸਾਹਮਣੇ ਆਈ ਹੈ ਕਿ ਹਰ ਇੱਕ ਵਰਗ ਨੇ ਜਿਹੜਾ ਵਾ ਸਾਥ ਦਿੱਤਾ ਇੱਕ ਦੂਜੇ ਦਾ। ਤੇ ਜਦੋਂ ਵੀ ਕੋਈ ਜਿੱਦਾਂ ਸਰਕਾਰ ਜਾਂ ਕੋਈ ਵੀ ਉਹ ਜਦੋਂ ਆਪਣੀਆਂ ਮਾਰੂ ਨੀਤੀਆਂ ਤੇ ਆ ਜਾਂਦੀ ਆ ਤੇ ਉਹਦੇ ਖਿਲਾਫ ਜਿਹੜਾ ਇੱਕ ਸੰਘਰਸ਼ ਉਹ ਜ਼ਰੂਰੀ ਵੀ ਹੋ ਜਾਂਦਾ, ਕਿਉਂਕਿ ਇਦਾਂ ਦੇ ਫਿਰ ਤੁਸੀਂ ਇੱਕ ਤਰ੍ਹਾਂ ਨਾਲ ਇਹ ਤੇ ਡੈਮੋਕ੍ਰੇਸੀ ਤੇ ਫਿਰ ਕਿਤੇ ਰਹੀ ਨਹੀਂ ਇਹਦੇ ਵਿੱਚ, ਜੋ ਤੁਸੀਂ ਫੈਸਲੇ ਆਪਣੇ ਥੋਪਣ ਲੱਗ ਪਓ ਲੋਕਾਂ ਦੇ ਉੱਤੇ। ਲੋਕਤੰਤਰ ਦੇ ਵਿੱਚ ਤੇ ਮਤਲਬ ਲੋਕਾਂ ਦੀ ਚੱਲੂਗੀ, ਜਿੱਦਾਂ ਵੀ ਉਹ ਲੋਕ ਕਹਿਣਗੇ ਉਦਾਂ ਤੁਹਾਨੂੰ ਚੱਲਣਾ ਪਊਗਾ। ਇਹ ਰਜਵਾੜਾ ਸ਼ਾਹੀ ਥੋੜੀ ਹੈ। ਹਾਂਜੀ ਹਾਂਜੀ, ਜੇਕਰ ਆਪਾਂ ਇਹਨੂੰ ਮੋਟੇ ਜਿਹੇ ਤੌਰ ਤੇ ਦੇਖੀਏ ਨਾ, ਜਿੱਦਾਂ ਪੁਰਾਣੀਆਂ ਫਿਲਮਾਂ 'ਚ ਹੁੰਦਾ ਸੀ, ਉਹ ਜਗੀਰਦਾਰ ਹੁੰਦੇ ਸੀ ਤੇ ਉਹ ਅਤਿਆਚਾਰ ਕਰਦੇ ਸੀ ਕਿਸਾਨਾਂ ਤੇ, ਮੈਨੂੰ ਲੱਗਦਾ ਕੁਝ ਉਹੀ ਰੂਪ ਜਿਹੜਾ ਇਹ ਕਾਨੂੰਨਾਂ ਦੇ ਰਾਹੀਂ ਜਿਹੜਾ ਦੇਣ ਦੀ ਚੱਕਰ 'ਚ ਸਨ ਕਿ ਫਿਰ ਰਜਵਾੜੇ ਜਿਹੜੇ ਨੇ ਉਹ ਕਾਰਪੋਰੇਟ ਰੂਪਾਂ ਦੇ ਵਿੱਚ ਆ ਜਾਣਗੇ ਤੇ ਜਿਹੜੇ ਜ਼ਮੀਨਾਂ ਵਾਲੇ ਨੇ ਉਹ ਫਿਰ ਕਰਿੰਦੇ ਹੀ ਬਣ ਕੇ ਰਹਿ ਜਾਣਗੇ। ਸੋ ਮੈਨੂੰ ਲੱਗਦਾ ਕਿ ਕਿਸਾਨ ਬੜਾ ਜਾਗਰੂਕ ਹੈ, ਇਹਨੂੰ ਸਮਝ ਗਿਆ ਤੇ ਆਪਣੇ ਢੰਗ ਦੇ ਨਾਲ ਜਵਾਬ ਦੇ ਰਿਹਾ। ਕੀ ਕਹਿਣਾ ਚਾਹੀਦਾ? ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਚੱਲਣਾ ਵਾ ਕਿ ਇਹਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਜ਼ ਇੱਕ ਉਹਨਾਂ ਨੇ ਜਿਹੜਾ ਸਾਡਾ ਪੰਜਾਬ ਤੇ ਹਰਿਆਣੇ ਦਾ ਆਲਰੇਡੀ ਸੀਗਾ ਫਿਕਸਡ ਕਿ ਸਾਨੂੰ ਕਣਕ ਝੋਨੇ ਤੇ ਜਿਹੜਾ ਘੱਟੋ ਘੱਟ ਮੁੱਲ ਸੀਗਾ ਉਹ ਮਿਲਦਾ ਸੀਗਾ। ਜੇ ਆਪਾਂ ਪਰਮਲ ਦੀ ਗੱਲ ਕਰ ਲਈਏ ਤੇ 1888 ਰੁਪਏ ਰੇਟ ਆ ਮੰਨ ਲਓ, ਉਹੀ ਸੇਮ ਪਰਮਲ ਜਿਹੜੀ ਆ ਆਪਣਾ ਯੂਪੀ ਦੀ ਜਾਂ ਹੋਰ ਰਾਜਾਂ ਦੀ ਗੱਲ ਕਰ ਲਈਏ ਤੇ ਉਹੀ ਮਤਲਬ 1200 ਦੇ ਵਿੱਚ ਉੱਥੇ ਜਿਹੜੀ ਆ ਰੁਲਦੀ ਪਈ ਆ। ਸੋ ਇੱਕ ਮਤਲਬ ਉਹੀ ਚੀਜ਼ ਇਹ ਸਾਡੇ ਤੇ ਥੋਪਣਾ ਚਾਹੁੰਦੇ ਨੇ, ਸਰਕਾਰ ਆਪ ਬਾਹਰ ਨਿਕਲ ਕੇ ਤੇ ਕਾਰਪੋਰੇਟ ਜਿਹੜੇ ਵੱਡੇ ਘਰਾਣੇ ਨੇ, ਵੱਡੇ ਮਗਰਮੱਛ ਨੇ, ਉਹਨਾਂ ਦੇ ਹੱਥਾਂ ਦੇ ਵਿੱਚ ਕਿਸਾਨਾਂ ਨੂੰ ਦੇਣਾ ਚਾਹੁੰਦੇ ਸੀਗੇ। ਪਰ ਜਿਸ ਹਿਸਾਬ ਨਾਲ ਮਤਲਬ ਸਾਰੇ ਕਿਸਾਨ ਉੱਠ ਪਏ ਨੇ, ਸਾਰਿਆਂ ਨੂੰ ਹੁਣ ਇੰਨੀ ਕੁ ਜਾਗਰੂਕਤਾ ਆ ਗਈ ਹੈ ਸਾਰਿਆਂ ਦੇ ਵਿੱਚ। ਔਰ ਦੂਜੀ ਜਿਹੜੀ ਇਹਨਾਂ ਦੇ ਮੈਨੂੰ ਮਨਸ਼ਾ ਤੇ ਜਿਹੜਾ ਵਾ ਸ਼ੱਕ ਹੁੰਦਾ ਵਾ ਕਿ ਇਹਨਾਂ ਨੇ ਇੱਕ ਉਹਦੇ ਵਿੱਚ ਬਿੱਲਾਂ ਦੇ ਵਿੱਚ ਜਿਹੜੀ ਚੀਜ਼ ਕੀਤੀ ਸੀਗੀ ਕਿ ਤੁਸੀਂ ਕੋਰਟ ਦੇ ਵਿੱਚ ਨਹੀਂ ਜਾ ਸਕਦੇ। ਸੋ ਜਦੋਂ ਆਪਾਂ ਮਤਲਬ ਤੁਸੀਂ ਪਹਿਲਾਂ ਹੀ ਕਿਸੇ ਨੂੰ ਕਹਿ ਰਹੇ ਹੋ ਕਿ ਤੁਸੀਂ ਕੋਰਟ ਦੇ ਵਿੱਚ ਨਹੀਂ ਜਾ ਰਹੇ, ਕੱਲ ਨੂੰ ਜਿੰਨੇ ਮਰਜ਼ੀ ਤੁਹਾਨੂੰ ਪੈਸੇ ਦਿੰਦੇ ਤੁਹਾਨੂੰ ਚੁੱਪ ਕਰਕੇ ਲੈਣੇ ਪੈਣੇ ਆ ਤੇ ਜਾਂ ਤੁਹਾਡੀ ਫਸਲ ਰੁਲੂਗੀ, ਉਹਦੇ ਵਿੱਚ ਦੋ ਹੀ ਮਤਲਬ ਚੀਜ਼ਾਂ ਹੋ ਸਕਦੀਆਂ। ਬਿਲਕੁਲ, ਅੱਜ ਵੀ ਅਸੀਂ ਦੇਖਿਆ ਕਿ ਯੂਪੀ ਦੇ ਕਿਸਾਨ ਜਿਹੜੇ ਨੇ ਉਹ ਕਈ ਮਹੀਨੇ ਆਪਣੀ ਫਸਲ ਇਦਾਂ ਟਰਾਲੀਆਂ 'ਚ, ਆਪਾਂ ਬੜੀ ਉਹ ਵੀਡੀਓ ਫੋਟੋ ਸਾਹਮਣੇ ਆ ਰਹੀ ਹੈ ਕਿ ਝੋਨਾ ਪਿਆ ਜਿਹੜਾ ਵਾ ਉਹਨੂੰ ਉੱਲੀ ਲੱਗ ਗਈ, ਖਰਾਬ ਹੋ ਗਿਆ, ਵਿਕ ਨਹੀਂ ਪਾ ਰਿਹਾ। ਤੇ ਜੇ MSP ਦੀ ਇਕੱਲੀ ਦੀ ਗੱਲ ਨਹੀਂ, ਗੱਲ ਤਾਂ ਇਹ ਕਿ ਜਿਹੜੀ ਸਰਕਾਰੀ ਖਰੀਦ ਹੈ ਉਹਦੀ ਵੀ ਨਾਲ ਗੱਲ ਹੈ। ਜਿਹੜਾ ਇੱਕ ਭੁਲੇਖਾ ਪਾਇਆ ਜਾ ਰਿਹਾ ਸਰਕਾਰਾਂ ਵੱਲੋਂ ਕਿ ਸ਼ਾਇਦ MSP ਕੀਤਾ ਜਾ ਰਿਹਾ, ਪਰ ਜਿਹੜੀ ਸਰਕਾਰੀ ਖਰੀਦ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਤੋਂ ਪਿੱਛਾ ਛਡਾਉਣਾ ਚਾਹੁੰਦੀ ਹੈ ਸਰਕਾਰ, ਪਰ ਮੈਨੂੰ ਲੱਗਦਾ ਕਿ ਆਵਾਮ ਦੇ ਅੱਗੇ ਉਹਨੂੰ ਝੁਕਣਾ ਪਏਗਾ। ਬਿਲਕੁਲ, ਇਹ ਇੱਕ ਗੱਲ ਹੈ ਕਿ ਮਤਲਬ ਆੜਤੀ ਔਰ ਕਿਸਾਨ ਦਾ ਇੱਕ ਬੜਾ ਅਟੁੱਟ ਰਿਸ਼ਤਾ ਵਾ। ਮਤਲਬ ਕਿ ਹੁਣ ਅੱਜ ਕਿਸੇ ਵੀ ਕਿਸਾਨ ਨੂੰ ਹਨੇਰੇ ਸਵੇਰੇ ਜਦੋਂ ਵੀ ਲੋੜ ਪੈਂਦੀ ਆ ਤੇ ਉਹ 5-10 ਹਜ਼ਾਰ ਦੀ ਹੈਲਪ ਜਿਹੜੀ ਆ ਉਹ ਆੜਤੀ ਕੋ ਆਪਣੀ ਪੂਰੀ ਕਰ ਲੈਂਦਾ ਵਾ। ਤੇ ਜੇ ਇਹੋ ਹੀ ਮਤਲਬ ਸਿਸਟਮ ਜੇ ਆਪਾਂ ਵੱਡੇ ਘਰਾਣਿਆਂ ਦੇ ਵਿੱਚ ਉਹ ਪੋਸੀਬਲ ਹੀ ਨਹੀਂ ਆ ਕਿਸੇ ਤਰੀਕੇ ਦੇ ਨਾਲ ਵੀ। ਸੋ ਮੇਰੇ ਅਕੋਰਡਿੰਗ ਤੇ ਜਿਹੜਾ ਇਹ ਜਿਹੜਾ ਬਿੱਲ ਲਿਆਉਣੇ ਆ ਜਦੋਂ ਮਤਲਬ ਕਿਸਾਨ ਜਿਨ੍ਹਾਂ ਲਈ ਤੁਸੀਂ ਲੈ ਕੇ ਆ ਰਹੇ ਹੋ, ਜਦੋਂ ਉਹੀ ਮਤਲਬ ਐਗਰੀ ਨਹੀਂ ਆ ਉਸ ਚੀਜ਼ ਲਈ, ਤੇ ਤੁਸੀਂ ਕਿਉਂ ਮਤਲਬ ਉਹਨਾਂ ਨੂੰ ਥੋਪੇ ਜਾ ਰਹੇ ਇੱਕ ਤਰ੍ਹਾਂ ਨਾਲ। ਬਿਲਕੁਲ, ਇਹ ਨੌਜਵਾਨ ਸਾਰਾ ਕੁਝ ਸਮਝ ਚੁੱਕਾ ਹੈ। ਬਾਕੀ ਜਿਹੜਾ ਕੁਝ ਲੋਕਾਂ ਨੂੰ ਇਹ ਸੀਗਾ ਕਿ ਸ਼ਾਇਦ ਇਹ
ਪੜ੍ਹੇ ਲਿਖੇ ਘੱਟ ਨੇ ਜਾਂ ਇਦਾਂ ਜਾਂ ਉੱਦਾਂ। ਅੱਜ ਜ਼ਿਮੀਂਦਾਰਾਂ ਦੇ ਬੱਚੇ ਬਹੁਤ ਪੜ੍ਹੇ ਲਿਖੇ ਨੇ, MCA ਨੌਜਵਾਨ ਸਾਡੇ ਨਾਲ ਖੜਾ। ਸੋ ਐਸੀ ਗੱਲ ਨਹੀਂ ਹੈ, ਅਸੀਂ ਸਭ ਜਾਣਦੇ ਹਾਂ ਤੇ ਦੁਨੀਆ ਵੀ ਹੁਣ ਜਾਣ ਚੁੱਕੀ ਹੈ। ਸੋ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਹੁਣ ਆਪਣਾ ਰਵੱਈਆ ਬਦਲਣਾ ਚਾਹੀਦਾ ਤੇ ਇਹ ਜਿਹੜੀ ਲੋਕ ਰਾਏ ਆ ਉਹਨੂੰ ਕਬੂਲ ਕਰਨਾ ਚਾਹੀਦਾ ਤੇ ਆਪਣੇ ਜਿਹੜੇ ਕਾਲੇ ਕਾਨੂੰਨ ਨੇ ਇਹ ਵਾਪਸ ਲਏ ਜਾਣ ਤਾਂ ਕਿ ਲੋਕੀ ਹੁਣ ਇਸ ਠੰਡ ਦੇ ਵਿੱਚ ਆਪਣੇ ਘਰਾਂ ਨੂੰ ਵਾਪਸ ਆ ਸਕਣ। ਸੋ ਇੰਨੀਆਂ ਹੀ ਅੱਜ ਦੇ ਇਹ ਸਾਰੇ ਸੰਘਰਸ਼ ਦੀ ਜਿਹੜੀ ਅਸੀਂ ਤੁਹਾਡੇ ਨਾਲ ਕਵਰੇਜ ਸਾਂਝੀ ਕੀਤੀ। ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।